है पंजाब करां की सिफ्त तेरी। है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। बसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है, ओ दुनिया सारी भी सोनी है, पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपनत जई कोई बसती है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब, ऐ पंजाब, है पंजाब। ਪੰਜਾਬ ਦਰਸ਼ਨ ਤੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਹੈ। ਅੱਜ ਅਸੀਂ ਜਿਸ ਵਿਦਵਾਨ ਮਹਿਮਾਨ ਦੇ ਸਨਮੁਖ ਹੋ ਰਹੇ ਹਾਂ, ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਅਤੇ ਸੱਭਿਆਚਾਰਕ ਅਧਿਐਨ ਵਿਭਾਗ ਦੇ ਮੁਖੀ ਹਨ। ਉਹ ਬਹੁਤ ਵੱਡੇ ਦਾਨਸ਼ਵਰ ਮੰਨੇ ਜਾਂਦੇ ਆ। ਉਹ ਆਪਣੇ ਵਿਦਿਆਰਥੀਆਂ ਨੂੰ ਸਿਰਫ ਪੜ੍ਹਨ, ਹੋਰ ਪੜ੍ਹਨ ਅਤੇ ਸਦਾ ਪੜ੍ਹਦੇ ਰਹਿਣ ਲਈ ਅਕਸਰ ਉਕਸਾਉਂਦੇ ਰਹਿੰਦੇ ਆ, ਪ੍ਰੇਰਦੇ ਰਹਿੰਦੇ ਆ। ਅਤੇ ਉਹ ਕਦੇ ਆਪਣੇ ਅਧਿਐਨ ਤੋਂ ਵੀ ਸੰਤੋਸ਼ਜਨਕ ਨਹੀਂ ਹੁੰਦੇ, ਅਤੇ ਇਸੇ ਲਈ ਉਹ ਆਪ ਵੀ ਹਮੇਸ਼ਾ ਅਧਿਐਨ ਵਿੱਚ ਰਹਿੰਦੇ ਆ। ਉਹਨਾਂ ਨੇ ਇਸ ਬਾਰੇ ਆਪਣੇ ਵਿਭਾਗ ਵਿੱਚ ਇੱਕ ਨਵਾਂ ਪਰਚਾ ਜਾਰੀ ਕੀਤਾ, ਰਾਈਟਿੰਗ ਫਰੋਮ ਪੰਜਾਬ, ਅਤੇ ਉਹ ਬਹੁਤ ਦਿਲਚਸਪੀ ਨਾਲ ਖੁਦ ਇਹਨੂੰ ਪੜ੍ਹਾਉਂਦੇ ਵੀ ਆ। ਤੁਸੀਂ ਉਹਨਾਂ ਦਾ ਨਾਂ ਜਾਣਨ ਲਈ ਉਤਸੁਕ ਹੋਵੋਗੇ। ਉਹ ਨੇ ਪ੍ਰੋਫੈਸਰ ਅਕਸ਼ੈ ਕੁਮਾਰ ਜੀ। ਉਹਨਾਂ ਦਾ ਜਨਮ ਪੰਜਾਬ ਵਿੱਚ ਹੀ ਹੋਇਆ, ਜਿਵੇਂ ਉਹਨਾਂ ਨੇ ਹੁਣੇ ਦੱਸਿਆ, ਅਤੇ ਲੇਕਿਨ ਉਹਨਾਂ ਦੀ ਐਜੂਕੇਸ਼ਨ ਪਰਵਰਿਸ਼ ਉਹ ਹਰਿਆਣੇ ਵਿੱਚ ਹੋਈ। ਲੇਕਿਨ ਉਹਨਾਂ ਦੇ ਦਿਲੋਂ ਦਿਮਾਗ ਅੰਦਰ ਪੰਜਾਬੀਅਤ ਇੱਕ ਸੰਕਲਪ ਵਜੋਂ ਹਾਜ਼ਰ ਰਹਿੰਦੀ ਹੈ, ਅਤੇ ਉਹ ਪੰਜਾਬ ਨਾਲ ਹਮੇਸ਼ਾ ਜੁੜੇ ਰਹਿੰਦੇ ਆ। ਅਸੀਂ ਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਵਸੇ ਹਾਂ। ਮੇਰਾ ਖਿਆਲ ਹੈ ਵੀ ਕੋਈ ਵੀ ਮੁਲਕ ਐਸਾ ਨਹੀਂ ਹੋਣਾ ਜਿੱਥੇ ਤੁਹਾਨੂੰ ਕੋਈ ਪੰਜਾਬੀ ਨਾ ਲੱਭੇ। ਪੰਜਾਬੀ ਲੋਕ ਗਲੋਬ ਵਿੱਚ ਧਰਤੀ ਦੇ ਹਰ ਖਿੱਤੇ ਤੱਕ ਫੈਲ ਰਹੇ ਆ। ਪਰ ਇੱਕ ਬੜੀ ਸੋਚਣ ਵਾਲੀ ਗੱਲ ਹੈ ਵੀ ਪਤਾ ਨਹੀਂ ਸਾਡੀ ਮਾਨਸਿਕਤਾ ਵਿੱਚ ਕਿਹੜੀ ਚੀਜ਼ ਹੈ ਕਿ ਸਾਡਾ ਪੰਜਾਬ ਇਹ ਸੁੰਗੜ ਰਿਹਾ, ਧਰਤੀ ਦੇ ਪੱਖੋਂ ਵੀ, ਖਿੱਤੇ ਦੇ ਪੱਖੋਂ ਵੀ, ਅਤੇ ਸਾਡੀ ਮਾਨਸਿਕਤਾ ਵਿੱਚ ਵੀ।
ਇੱਥੋਂ ਤੱਕ ਕਿ ਪੰਜਾਬੀਅਤ ਵੀ ਦਿਨ ਬ ਦਿਨ ਸੌੜੀ ਹੋ ਰਹੀ ਆ, ਹੋਰ ਸੌੜੀ ਹੋ ਰਹੀ ਆ, ਅਤੇ ਪੰਜਾਬ ਇੱਕ ਵਿਸ਼ੇਸ਼ ਪਹਿਚਾਣ ਤੱਕ ਸੀਮਤ ਹੋ ਰਿਹਾ। ਇਹ ਪੰਜਾਬ ਦਾ ਬਹੁਤ ਮੰਦਭਾਗਾ ਰੁਝਾਨ ਹੈ ਕਿ ਪੰਜਾਬ ਦੇ ਲੋਕ ਫੈਲ ਰਹੇ ਆ, ਲੇਕਿਨ ਪੰਜਾਬੀਅਤ ਜਿਹੜੀ ਆ ਇਹ ਨੈਰੋ ਹੋ ਰਹੀ ਆ, ਸੁੰਗੜ ਰਹੀ ਆ। ਇਸੇ ਗੱਲ ਨੂੰ ਅਸੀਂ ਸਾਹਮਣੇ ਰੱਖ ਕੇ ਪ੍ਰੋਫੈਸਰ ਅਕਸ਼ੈ ਕੁਮਾਰ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਉਹ ਪੰਜਾਬ ਦੀ ਇਸ ਮਰਜ਼ ਬਾਰੇ ਜਾਂ ਪੰਜਾਬ ਦੇ ਇਸ ਰੁਝਾਨ ਬਾਰੇ ਸਾਨੂੰ ਦੱਸਣ, ਅਤੇ ਇਹਦੇ ਬਾਰੇ ਜਿਹੜਾ ਅਸੀਂ ਟੌਪਿਕ ਅੱਜ ਦੇ ਵਿਖਿਆਨ ਦਾ ਚੁਣਿਆ ਉਹ ਵੀ ਹੈ ਕਿ ਪੰਜਾਬ ਦੀ ਇੱਕ ਕੋਸਮੋਪੋਲਿਸ ਦੀ ਦਿਸ਼ਾ ਵੱਲ ਜਾਣ ਲਈ ਇਹਦੀਆਂ ਕੀ ਸੰਭਾਵਨਾਵਾਂ ਹੋ ਸਕਦੀਆਂ ਅਤੇ ਇਹਦੇ ਰਸਤੇ ਵਿੱਚ ਕੀ ਚੁਣੌਤੀਆਂ ਸਾਨੂੰ ਆ ਸਕਦੀਆਂ ਜਾਂ ਆ ਰਹੀਆਂ, ਇਹਦੇ ਬਾਰੇ ਪ੍ਰੈਸ ਸਾਹਿਬ ਸਾਨੂੰ ਅੱਜ ਵਿਖਿਆਨ ਦੇਣਗੇ। ਉਹਨਾਂ ਦਾ ਇਹ ਲੈਕਚਰ ਅਸੀਂ ਇੱਕ ਪੰਜਾਬ ਦਰਸ਼ਨ ਦੀ ਪਰੰਪਰਾ ਦੇ ਮੁਤਾਬਕ ਡੈਡੀਕੇਟ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਦੇ ਹੀ ਪੁਰਾਣੇ ਮੁਖੀ, ਜਿਹੜੇ ਕਿ ਅੱਜ ਸਾਡੇ ਵਿੱਚ ਨਹੀਂ ਹੈਗੇ, ਪ੍ਰੋਫੈਸਰ NK ਉਬਰਾਏ ਜੀ। ਉਹ ਵੀ ਆਪਣੇ ਸਮੇਂ ਦੇ ਬਹੁਤ ਵੱਡੇ ਵਿਦਵਾਨ ਅਧਿਆਪਕ ਮੰਨੇ ਜਾਂਦੇ ਰਹੇ ਆ, ਔਰ ਮੇਰੀ ਵੀ ਉਹਨਾਂ ਨਾਲ ਥੋੜ੍ਹੀ ਜਿਹੀ ਸਾਂਝ ਹੈ ਕਿ ਮੈਂ 1984 ਤੋਂ ਲੈ ਕੇ 1991-92 ਤੱਕ ਪੰਜਾਬ ਯੂਨੀਵਰਸਿਟੀ ਵਿੱਚ ਰਿਹਾ, ਔਰ ਮੇਰਾ ਡਿਪਾਰਟਮੈਂਟ ਅੰਗਰੇਜ਼ੀ ਡਿਪਾਰਟਮੈਂਟ ਤੋਂ ਹੇਠਾਂ ਸੀ, ਇੱਕ ਮੰਜ਼ਿਲ ਥੱਲੇ, ਅਤੇ ਅਕਸਰ ਪ੍ਰੋਫੈਸਰ NK ਉਬਰਾਏ ਜੀ ਦੇ ਦਰਸ਼ਨ ਹੁੰਦੇ ਰਹਿੰਦੇ ਸੀਗੇ। ਉਹ ਪੌੜੀਆਂ ਚੜ੍ਹ ਕੇ ਆਪਣੇ ਡਿਪਾਰਟਮੈਂਟ ਜਾਂਦੇ ਸੀਗੇ, ਆਉਂਦੇ ਸੀਗੇ, ਅਤੇ ਬਾਹਰ ਡਿਪਾਰਟਮੈਂਟ ਤੋਂ ਬਾਹਰ ਵੀ ਕਈ ਵਾਰੀ ਮਿਲ ਜਾਂਦੇ ਸੀਗੇ, ਅਤੇ ਉਹਨਾਂ ਨਾਲ ਕਦੀ ਕਦੀ ਗੱਲਾਂ ਕਰਨ ਦਾ ਵੀ ਮੌਕਾ ਮਿਲਦਾ ਸੀਗਾ। ਅਤੇ ਮੇਰੀਆਂ ਦੋ ਯਾਦਾਂ ਉਹਨਾਂ ਨਾਲ ਵਿਸ਼ੇਸ਼ ਜੁੜੀਆਂ ਹੋਈਆਂ ਕਿ ਇੱਕ ਵਾਰੀ ਉਹਨਾਂ ਨੇ ਪਾਸ਼ ਅਤੇ SS ਮੀਸ਼ੇ ਦੇ ਉੱਤੇ ਕਿਤੇ ਲੈਕਚਰ ਦੇਣਾ ਸੀਗਾ, ਅਤੇ ਉਹਨਾਂ ਨੇ ਮੇਰੇ ਟੀਚਰ ਨਾਲ ਗੱਲ ਕੀਤੀ, ਪ੍ਰੋਫੈਸਰ ਸੱਚਰ ਸਾਹਿਬ ਨਾਲ, ਅਤੇ ਮੈਂ ਉਹਨਾਂ ਦਿਨਾਂ ਵਿੱਚ ਪਾਸ਼ ਅਤੇ ਮੀਸ਼ੇ ਨੂੰ ਬਹੁਤ ਜ਼ਿਆਦਾ ਪੜ੍ਹਦਾ ਸੀਗਾ, ਅਤੇ ਉਹਨਾਂ ਨੇ ਮੇਰੇ ਬਾਰੇ ਉਹਨਾਂ ਨੂੰ ਦੱਸਿਆ, ਅਤੇ ਪ੍ਰੋਫੈਸਰ ਉਬਰਾਏ ਸਾਹਿਬ ਕਹਿੰਦੇ ਸੀ ਵੀ ਆਪਾਂ ਰਾਤ ਨੂੰ ਸੈਰ ਕਰਾਂਗੇ, ਅਤੇ ਮੈਂ ਉਹਨਾਂ ਨਾਲ ਸੈਰ ਕਰਨ 'ਤੇ ਪੂਰਾ ਕੌਨਫੀਡੈਂਸ ਵਿੱਚ ਨਹੀਂ ਸੀਗਾ, ਅਤੇ ਮੈਂ ਪ੍ਰੋਫੈਸਰ ਹਰਪਾਲ ਸਿੰਘ ਜਿਹੜੇ ਮੇਰੇ ਟੀਚਰ ਸੀਗੇ, ਚੰਡੀਗੜ੍ਹ ਰਹਿੰਦੇ ਸੀਗੇ, ਉਹਨਾਂ ਨੂੰ ਬੁਲਾ ਲਿਆ ਕਿ ਤੁਸੀਂ ਰਾਤ ਨੂੰ ਮੇਰੇ ਹੋਸਟਲ 'ਚ ਆ ਜਾਇਓ ਵੀ ਅਸੀਂ ਅੱਜ ਪ੍ਰੋਫੈਸਰ ਉਬਰਾਏ ਸਾਹਿਬ ਨਾਲ ਸੈਰ ਕਰਨੀ ਆ। ਅਤੇ ਮੈਨੂੰ ਯਾਦ ਹੈ ਵੀ ਯੂਨੀਵਰਸਿਟੀ ਦੇ ਅਸੀਂ ਪੂਰੇ 2 ਚੱਕਰ ਲਾਏ ਹੋਣੇ ਆ, ਅਤੇ ਉਹਨਾਂ ਨਾਲ ਪਤਾ ਨਹੀਂ ਉਹ ਉਹਨਾਂ ਦੀ ਤਸੱਲੀ ਹੋਈ ਕਿ ਨਹੀਂ ਹੋਈ ਸੀ ਮੇਰੇ ਨਾਲ ਪ੍ਰੋਫੈਸਰ ਹਰਪਾਲ ਸਿੰਘ ਨਾਲ ਗੱਲਾਂ ਕਰਕੇ ਪਾਸ਼ ਬਾਰੇ ਅਤੇ SS ਮੀਸ਼ੇ ਬਾਰੇ, ਪਰ ਸਾਨੂੰ ਬਹੁਤ ਆਨੰਦ ਆਇਆ ਉਹਨਾਂ ਨਾਲ ਗੱਲਾਂ ਕਰਕੇ। ਅਤੇ ਦੂਜੀ ਉਹਨਾਂ ਨਾਲ ਯਾਦ ਮੇਰੀ ਇਹ ਜੁੜੀ ਹੋਈ ਹੈ ਕਿ ਉਹਨਾਂ ਨੇ ਇੱਕ ਵਾਰੀ ਕਾਰ ਲਈ ਸੀ, ਅਤੇ ਉਹ ਕਾਰ ਉਹਨਾਂ ਦੀ 15 ਦੀ ਮਾਰਕੀਟ ਖੜ੍ਹ ਗਈ ਸੀ, ਅਤੇ ਮੈਂ ਅਤੇ ਇੱਕ ਉਹਨਾਂ ਦਾ ਵਿਦਿਆਰਥੀ ਪ੍ਰੋਫੈਸਰ ਦਰਸ਼ਨ ਬਸ਼ਰ ਜਿਹਨੂੰ ਕਹਿੰਦੇ ਸੀਗੇ, ਉਹ ਉਰਦੂ 'ਚ ਕਵਿਤਾ ਲਿਖਦੇ ਸੀਗੇ, ਅਤੇ ਅਸੀਂ ਉੱਧਰੋਂ ਆ ਰਹੇ ਸੀ ਅਤੇ ਉਹਨਾਂ ਦੀ ਕਾਰ ਰੁਕੀ ਹੋਈ ਸੀ, ਅਤੇ ਉਹਨਾਂ ਦੀ ਕਾਰ ਨੂੰ ਧੱਕਾ ਲਾਇਆ ਸੀਗਾ, ਅਤੇ ਉਹ ਯੂਨੀਵਰਸਿਟੀ ਤੱਕ ਲੈ ਕੇ ਆਉਂਦੀ ਸੀ। ਅਤੇ ਉਹ ਬਹੁਤ ਇੱਕ ਵੱਡੇ ਇਨਸਾਨ, ਬੜੇ ਜ਼ਿੰਦਾ ਦਿਲ ਇਨਸਾਨ, ਔਰ ਮੈਨੂੰ ਯਾਦ ਹੈ ਕਿ ਉਹ ਜਦੋਂ ਮੁਖੀ ਬਣੇ ਸੀਗੇ ਅੰਗਰੇਜ਼ੀ ਵਿਭਾਗ ਦੇ, ਅਤੇ ਉਹਨਾਂ ਨੇ ਆਪਣਾ ਕਮਰਾ ਨਹੀਂ ਸੀ ਬਦਲਿਆ, ਅਤੇ ਉੱਥੇ ਹੀ ਉਹ ਉਸੇ ਅੰਦਾਜ਼ ਵਿੱਚ ਰਹਿੰਦੇ ਸੀਗੇ। ਅਤੇ ਉਹਨਾਂ ਦੀ ਇੱਕ ਖਾਸ ਗੱਲ ਇਹ ਜਿਹੜੀ ਮੈਨੂੰ ਅੱਜ ਯਾਦ ਆਈ ਹੈ ਉਹਨਾਂ ਦਾ ਨਾਂ ਲੈਂਦੇ ਹੀ, ਕਿ ਉਹਨਾਂ ਬਾਰੇ ਮਸ਼ਹੂਰ ਸੀ ਕਿ ਜਦੋਂ ਅੰਗਰੇਜ਼ੀ ਵਿਭਾਗ ਵਿੱਚ ਵਿਦਿਆਰਥੀ ਆਉਂਦੇ ਸੀਗੇ, ਅਤੇ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਕਹਿੰਦੇ ਹੁੰਦੇ ਸੀ ਵੀ ਆਪਣੇ ਮਨਾਂ ਦੇ ਵਿੱਚੋਂ ਅੰਗਰੇਜ਼ੀ ਦਾ ਭੂਤ ਬਾਹਰ ਕੱਢ ਦਿਓ, ਵੀ ਇਹ ਨਾ ਸਮਝੋ ਵੀ ਤੁਸੀਂ ਕੋਈ ਬਹੁਤ ਵਿਸ਼ੇਸ਼ ਲੈਂਗੁਏਜ ਪੜ੍ਹ ਰਹੇ ਆ, ਵੀ ਅੰਗਰੇਜ਼ੀ ਪੜ੍ਹ ਰਹੇ ਆ, ਵੀ ਇਸ ਮਾਣ ਵਿੱਚ ਨਾ ਰਿਹੋ ਵੀ ਇਹ ਭੂਤ ਅੰਗਰੇਜ਼ੀ ਦਾ ਬਾਹਰ ਕੱਢ ਕੇ ਫਿਰ ਤੁਸੀਂ ਅੰਗਰੇਜ਼ੀ ਪੜ੍ਹਿਓ। ਅਤੇ ਮੈਨੂੰ ਉਹਨਾਂ ਦੀ ਗੱਲ ਯਾਦ ਹੈ, ਅਤੇ ਅੱਜ ਦਾ ਅਸੀਂ ਲੈਕਚਰ ਪ੍ਰੋਫੈਸਰ ਅਕਸ਼ੈ ਕੁਮਾਰ ਜੀ ਦਾ ਉਹਨਾਂ ਨੂੰ ਡੈਡੀਕੇਟ ਕਰ ਰਹੇ ਹਾਂ, ਪ੍ਰੋਫੈਸਰ NK ਉਬਰਾਏ ਜੀ ਨੂੰ। ਅਤੇ ਪ੍ਰੈਸ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਦਰਸ਼ਨ 'ਤੇ। ਥੈਂਕ ਯੂ। ਅਤੇ ਅੱਜ ਮੈਂ ਇੰਨੀ ਗੱਲ ਕਹਿਣੀ ਹੈ ਤੁਹਾਨੂੰ ਕਿ ਅਸੀਂ ਇਹ ਲੈਕਚਰ ਜਿਹੜਾ ਇਸ ਤਰ੍ਹਾਂ ਸਮਝਦੇ ਹਾਂ ਵੀ ਅਸੀਂ ਜਿਵੇਂ ਸਾਡੇ ਪੂਰਵਜ ਸੰਤਾਂ ਮਹਾਤਮਾਵਾਂ ਜਾਂ ਪੱਕੀਆਂ ਥਾਵਾਂ 'ਤੇ ਜਾ ਕੇ ਚੌਂਕੀਆਂ ਭਰਦੇ ਹੁੰਦੇ ਸੀਗੇ,
ਅਸੀਂ ਅੱਜ ਤੁਹਾਡੀ ਚੌਂਕੀ ਭਰਨੀ ਹੈ ਜੀ। ਤੇ ਇਹ ਚੌਂਕੀ ਦਾ ਆਰੰਭ ਹੈ ਇਹਦਾ, ਲੇਕਿਨ ਇਹ ਕਦੋਂ ਮੁੱਕਣੀ ਹੈ ਇਹ ਤੁਹਾਡੇ ਤੇ ਡਿਪੈਂਡ ਕਰਦਾ। ਸਾਡੇ ਕੋਲ ਪੰਜਾਬ ਦਰਸ਼ਨ ਤੇ ਸਮੇਂ ਦੀ ਕੋਈ ਲਿਮਿਟ ਨਹੀਂ ਹੈ, ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਤੇ ਤੁਸੀਂ ਖੁੱਲ੍ਹ ਕੇ ਆਪਣੇ ਵਿਚਾਰ ਰੱਖਣੇ ਆ ਤੇ ਤੁਸੀਂ ਘੜੀ ਵੱਲ ਨਹੀਂ ਦੇਖਣਾ ਤੇ ਅਸੀਂ ਵੀ ਘੜੀ ਵੱਲ ਨਹੀਂ ਦੇਖਣਾ। ਠੀਕ ਹੈ ਜੀ। ਸਰ, ਬੇਨਤੀ ਹੈ ਕਿ ਤੁਸੀਂ ਅੱਜ ਦੇ ਇਸ ਟੌਪਿਕ ਦੇ ਉੱਤੇ ਤੁਸੀਂ ਆਪਣਾ ਵਿਖਿਆਨ ਜਾਰੀ ਕਰੋ। ਪਹਿਲੇ ਤਾਂ ਪੰਜਾਬ ਦਰਸ਼ਨ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਕੁਝ ਗੱਲ ਪੰਜਾਬ ਦੀ ਜਿਹੜੀ ਕਲਚਰਲ ਐਕਸਪੈਂਸ ਹੈ, ਜਿਹੜਾ ਉਹਦਾ ਫੈਲਾਵ ਹੈ, ਜਾਂ ਉਹਦਾ ਜਿਹੜਾ ਫੈਲਾਵ ਟਾਈਮ ਦੇ ਐਕਸਿਸ ਦੇ ਅਤੇ ਹੋਰ ਸਪੇਸ ਦੇ ਐਕਸਿਸ ਦੋਨੋਂ ਪੱਖੋਂ, ਉਸ 'ਤੇ ਕੁਝ ਗੱਲ ਕਰਾਂ। ਚੌਕੀ ਚੁੱਕੀ ਭਰਨ ਦਾ ਤਾਂ ਮੈਂ ਤੁਹਾਨੂੰ ਕਿਸੇ ਨੂੰ ਕਹਿੰਦਾ ਨਹੀਂ, ਮੈਂ ਕੋਈ ਬਹੁਤ ਵੱਡਾ ਸੰਤ ਮਹਾਤਮਾ ਕੁਝ ਨਹੀਂ ਹੈ, ਕਿਉਂਕਿ ਇਹ ਥੋੜ੍ਹਾ ਜਿਹਾ ਲੈਕਚਰ ਨਾਰਮਲ ਮੇਰੇ ਲੈਕਚਰਾਂ ਤੋਂ ਹਟ ਕੇ ਮੈਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਵੀ ਆਉਣਾ ਪੈਂਦਾ ਇਸ ਤਰ੍ਹਾਂ ਦੇ ਲੈਕਚਰਸ ਲਈ। ਪਰ ਹਾਂ, ਮੈਂ ਕਈ ਸਾਲਾਂ ਤੋਂ, ਖਾਸ ਕਰ ਕਿਉਂਕਿ ਇੱਥੇ ਮੈਂ ਚੰਡੀਗੜ੍ਹ 'ਚ 20 ਸਾਲ ਹੋ ਗਏ ਮੈਨੂੰ ਆਏ, ਤੇ ਮੈਨੂੰ ਲੱਗਦਾ ਕਿ ਜਗ੍ਹਾ ਦਾ ਆਪਣਾ ਤਕਾਜ਼ਾ ਹੁੰਦਾ ਹੈ ਤੇ ਅਫਕੋਰਸ ਮੇਰੀ ਪੇਰੈਂਟੇਜ ਤਾਂ ਹੈ ਹੀ ਪੰਜਾਬ ਦੀ, ਤੇ ਮੈਂ ਪੰਜਾਬ ਉਸ ਤਰ੍ਹਾਂ ਪੰਜਾਬੀ ਤਾਂ ਹਾਂ ਹੀ, ਪਰ ਮੈਨੂੰ ਲੱਗਦਾ ਕਿ ਇਸ ਖਿੱਤੇ 'ਚ ਰਹਿਣ ਦੇ ਬਾਅਦ ਇੱਕ ਪੂਰੀ ਜੋ ਇੱਥੇ ਜ਼ਹਿਨੀਅਤ ਹੈ ਉਹਦਾ ਇੱਕ ਅੰਦਾਜ਼ਾ ਲੱਗਦਾ ਹੈ ਵੀ ਕੀ ਅਸੀਂ ਕਿੱਥੇ ਹਾਂ, ਕੀ ਆ, ਕਿੱਥੇ ਜਾ ਰਹੇ ਹਾਂ। ਕੁਛ ਐਜ਼ ਅ ਪ੍ਰੋਫੈਸਰ, ਮਤਲਬ ਕਿ ਤੁਸੀਂ ਡਿਪਾਰਟਮੈਂਟ 'ਚ ਜਿੱਥੇ ਵੀ ਬੈਠੇ ਹੋ, ਕਿਉਂਕਿ ਤੁਸੀਂ ਚੰਡੀਗੜ੍ਹ ਦੇ ਡਿਪਾਰਟਮੈਂਟ 'ਚੋਂ, ਔਰ ਭਾਸ਼ਾ ਵਿਭਾਗ, ਭਾਸ਼ਾ ਦਾ ਇੱਕ ਤੁਹਾਡਾ ਆਪਣਾ ਇੱਕ ਪੇਸ਼ਾ ਹੈ, ਤੇ ਨਾਲੇ ਸੰਸਕ੍ਰਿਤਿਕ ਅਧਿਐਨ, ਹੁਣ ਅਸੀਂ ਕਲਚਰ ਸਟੱਡੀਜ਼ ਵੀ ਕਰਾਉਂਦੇ ਹਾਂ, ਤਾਂ ਤੁਸੀਂ ਪੰਜਾਬ ਦੀ ਡੈਸਟੀਨੀ ਨੂੰ ਲੈ ਕੇ, ਪੰਜਾਬ ਦੇ ਫਿਊਚਰ ਨੂੰ ਲੈ ਕੇ, ਜਾਂ ਪੰਜਾਬ ਦੇ ਪਿਛੋਕੜ ਨੂੰ ਲੈ ਕੇ ਤੁਸੀਂ ਇਗਨੋਰੈਂਸ ਨਹੀਂ ਸ਼ੋ ਕਰ ਸਕਦੇ ਅੱਜ ਦੇ ਦਿਨ। ਯੂ ਹੈਵ ਟੂ ਬੀ ਪਾਰਟ ਆਫ ਇਟ। ਤਾਂ ਤੁਹਾਨੂੰ ਉਹ ਤੁਹਾਡਾ ਇੱਕ ਕਲਚਰਲ ਆਬਲੀਗੇਸ਼ਨ ਹੈ, ਉਹ ਤੁਹਾਡੇ ਲਈ ਇੱਕ ਤਕਾਜ਼ਾ ਹੈ, ਤੁਸੀਂ ਉਹਨੂੰ ਤੁਹਾਨੂੰ ਨਿਭਾਉਣਾ ਪਊਗਾ। ਇਸ ਮਕਸਦ ਨਾਲ ਮੈਂ ਤੁਹਾਡੇ ਨਾਲ ਰੂਬਰੂ ਹਾਂ ਕਿ ਮੈਂ ਕੁਛ ਗੱਲ ਪੰਜਾਬ ਨੂੰ ਲੈ ਕੇ, ਪੰਜਾਬ ਦੀ ਜਿਹੜੀ ਮੇਰੀ ਥੋੜ੍ਹੀ ਬਹੁਤ ਸਮਝ ਇਹਨਾਂ ਦਿਨਾਂ 'ਚ ਪੈਦਾ ਹੋਈ ਹੈ, ਉਹ ਖਾਸ ਕਰ ਇਹਨਾਂ ਦਿਨ ਜ਼ਿਆਦਾ ਇਸ ਲਈ ਪੈਦਾ ਹੋਈ ਕਿ ਪਿਛਲੇ, ਜਿਵੇਂ ਅਵਤਾਰ ਜੀ ਨੇ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਇੱਕ ਬਹੁਤ ਸਮੇਂ ਤੋਂ ਮਨ 'ਚ ਚੱਲ ਰਿਹਾ ਸੀ ਕਿ ਕੁਛ, ਚਾਹੇ ਡਿਪਾਰਟਮੈਂਟ ਅੰਗਰੇਜ਼ੀ ਦਾ ਹੋਵੇ, ਅੰਗਰੇਜ਼ੀ ਡਿਪਾਰਟਮੈਂਟ ਉਸ ਤਰ੍ਹਾਂ ਦੇ ਨਹੀਂ ਰਹੇ ਜੋ ਅੱਜ ਤੋਂ 20-30 ਸਾਲ ਪਹਿਲੇ ਹੁੰਦੇ ਸੀ, ਜੋ ਲੋਕ ਕਲਪਨਾ ਕਰਦੇ ਹੈ ਕਿ ਜਿੱਥੇ ਬਹੁਤ ਹੀ ਐਂਗਲੋਫੋਨਿਕ ਕਿਸਮ ਦੀ ਸਟੱਡੀ ਹੁੰਦੀ ਹੋਵੇ, ਜਾਂ ਯੂਰੋਪੀਅਨ, ਜਾਂ ਕੇਵਲ ਬ੍ਰਿਟਿਸ਼ ਜਾਂ ਅਮਰੀਕਨ, ਇਸ ਤਰ੍ਹਾਂ ਦੀ। ਹੁਣ ਅਸੀਂ ਆਪਣੇ ਆਪ ਨੂੰ ਬੜਾ ਡੀਕੋਲੋਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਇੰਟੈਲੈਕਚੁਅਲ ਲੈਵਲ 'ਤੇ ਵੀ ਹੋਈ ਹੈ, ਲੈਂਗੁਏਜ ਦੇ ਲੈਵਲ 'ਤੇ ਵੀ ਕਾਫੀ ਹੋਈ ਹੈ। ਕਾਫੀ ਚੀਜ਼ਾਂ ਹੁਣ ਇੰਡੀਅਨ ਰਾਈਟਿੰਗਸ ਦੇ ਨਾਂ 'ਤੇ ਆਈਆਂ ਸਾਡੇ ਸਿਲੇਬਸ ਦੇ ਅੰਦਰ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੀ ਜਿਹੜੀ ਰਾਈਟਿੰਗਸ ਹੈ, ਆਪਣੇ ਆਸ-ਪਾਸ ਦੀ ਰਾਈਟਿੰਗਸ ਹੈ, ਉਹਨਾਂ ਨੂੰ ਵੀ ਅਸੀਂ ਆਪਣੇ ਸਟੂਡੈਂਟਸ ਤੱਕ ਪਹੁੰਚਾਈਏ ਤੇ ਦੱਸੀਏ ਕਿ ਸਾਡੇ ਆਪਣੀ ਕਲਚਰਲ ਕੈਪੇਬਿਲਿਟੀਜ਼ ਕੀ ਰਹੀਆਂ, ਕੀ ਹੋ ਸਕਦੀਆਂ, ਤੇ ਅਸੀਂ ਗਲੋਬਲ ਐਕਸਚੇਂਜ ਦੇ ਅੰਦਰ ਅਸੀਂ ਕੀ ਯੋਗਦਾਨ ਫਰਮ ਅ ਲੋਕਲ ਪੁਆਇੰਟ ਆਫ ਵਿਊ, ਲੋਕਲ ਵਾਂਟੇਜ ਪੁਆਇੰਟ ਤੋਂ ਅਸੀਂ ਕੀ ਕਰ ਸਕਦੇ ਹਾਂ। ਪਰ ਕਿਉਂਕਿ ਮੈਂ ਅੱਜ ਦਾ ਟੌਪਿਕ ਪੰਜਾਬੀ ਕਾਸਮੋਪੋਲਿਸ, ਕਿਉਂਕਿ ਟੌਪਿਕ ਬਣਾਉਣਾ ਪੈਂਦਾ ਤਾਂ ਇਸ ਲਈ ਦੇਣਾ ਹੀ ਪੈਂਦਾ ਇੱਕ ਟੌਪਿਕ, ਤਾਂ ਮੈਂ ਟੌਪਿਕ ਦਿੱਤਾ ਪੰਜਾਬੀ ਕਾਸਮੋਪੋਲਿਸ। ਹੁਣ ਮੇਰੇ ਕੋਲ ਕੋਈ ਈਜ਼ੀ ਇਕੁਇਵਲੈਂਟ ਤਾਂ ਕਾਸਮੋਪੋਲਿਸ ਦਾ ਨਹੀਂ ਹੈ, ਲੇਕਿਨ ਕਾਸਮੋਪੋਲਿਟਨ ਜਾਂ ਕਾਸਮੋਪੋਲਿਸ ਨੂੰ ਲੈ ਕੇ ਲੋਕ ਸੋਚਦੇ ਕਿ ਬਈ ਇਹਦਾ ਯੂਨਿਟੀ ਪੂਰੀ ਅਰਥ ਹੋ ਸਕਦੀ ਹੈ, ਪੂਰਾ ਗਲੋਬ ਹੋ ਸਕਦਾ ਹੈ, ਯੂਨੀਵਰਸਲ ਇੱਕ ਕਿਸਮ ਦਾ ਇੱਕ ਇਹਦਾ ਐਕਸਪੈਂਸ ਹੋ ਸਕਦਾ ਹੈ। ਜਦੋਂ ਤੁਸੀਂ ਪੰਜਾਬੀ ਕਾਸਮੋਪੋਲਿਸ ਕਹਿੰਦੇ ਹੋ ਤਾਂ ਕਿਤੇ ਨਾ ਕਿਤੇ ਸ਼ਾਇਦ ਤੁਸੀਂ ਕਾਸਮੋਪੋਲਿਸ ਨੂੰ ਵੀ ਬਣਨ ਦੀ ਕੋਸ਼ਿਸ਼ ਕਰਦੇ ਹੋ। ਆਪਣੇ ਆਪ 'ਚ ਇੱਕ, ਜਿਹਨੂੰ ਕਹਿੰਦੇ ਸਾਡੇ ਅੰਗਰੇਜ਼ੀ ਟਰਮ ਹੈ, ਆਕਸੀਮੋਰੋਨਿਕ ਹੈ। ਪੰਜਾਬੀ ਕਾਸਮੋਪੋਲਿਸ ਤੇ ਜਾਂ ਤਾਂ ਕਾਸਮੋਪੋਲਿਸ ਹੋਊਗਾ ਜਾਂ ਫਿਰ ਪੰਜਾਬੀ ਹੋਊਗਾ, ਜਾਂ ਪੰਜਾਬੀ ਹੋਊਗਾ ਜਾਂ ਫਿਰ ਕਾਸਮੋਪੋਲਿਸ ਹੋਊਗਾ। ਲੇਕਿਨ ਮੈਨੂੰ ਲੱਗਦਾ ਕਿ ਮੈਂ ਉਸ ਕਾਸਮੋਪੋਲਿਸ ਦੀ ਕਲਪਨਾ ਨਹੀਂ ਕਰ ਰਿਹਾ ਜੋ ਪੂਰੀ ਅਰਥ ਨੂੰ ਆਪਣੇ ਇਸ ਅਰਥ ਨੂੰ ਯੂਨਿਟ ਬਣ ਕੇ ਆਪਣੇ ਘੇਰੇ 'ਚ ਲਵੇ। ਮੈਂ ਫਿਰ ਵੀ ਕਿਉਂਕਿ ਕਾਸਮੋਪੋਲਿਸ ਦੀ ਕਲਪਨਾ ਇੱਕ ਉਹ ਇਨਫਿਨਿਟ ਬਾਰਡਰਲੈਸ ਜ਼ੋਨ ਦੀ ਮੈਂ ਨਹੀਂ ਕਰ ਰਿਹਾ, ਮੈਂ ਉਹਨੂੰ ਵੀ ਫਿਰ ਵੀ ਕਿਤੇ ਨਾ ਕਿਤੇ ਫਾਈਨਾਈਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਜਿਹੜੀ ਚੀਜ਼ਾਂ ਥੋੜ੍ਹੀ ਬਹੁਤ ਫਾਈਨਾਈਟ ਰਹਿੰਦੀਆਂ ਉਹ ਐਕਸੈਸਿਬਲ ਵੀ ਰਹਿੰਦੀਆਂ, ਉਹਦੇ ਅੰਦਰ ਸਾਨੂੰ ਵਿਚਰਨਾ ਵੀ ਕੁਛ ਸੌਖਾ ਹੋ ਜਾਂਦਾ ਹੈ, ਉਹਦੇ ਅੰਦਰ ਉਹਨੂੰ ਨੈਗੋਸ਼ੀਏਟ ਕਰਨਾ ਵੀ ਸੌਖਾ ਹੋ ਜਾਂਦਾ ਹੈ।
ਤਾਂ ਮੈਂ ਇਸ ਲਈ ਜਾਣ ਕੇ ਇਹਨੂੰ ਸਰਕਮਸਕ੍ਰਾਈਬਡ ਕੋਸਮੋਪੋਲਿਸ ਕਰ ਰਿਹਾ, ਇਹਨੂੰ ਜਾਣ ਕੇ ਪੰਜਾਬੀ ਕੋਸਮੋਪੋਲਿਸ ਕਰ ਰਿਹਾ, ਕਿਉਂਕਿ ਅਸੀਂ ਪੂਰੀ ਅਰਥ, ਆਫ ਕੋਰਸ ਅਰਥ ਬਿਲੋਂਗਸ ਟੂ ਐਵਰੀਵਨ, ਤਾਂ ਸਾਡੀ ਰਿਸਪੌਂਸਿਬਿਲਿਟੀ ਦੇ ਪ੍ਰਤੀ ਵੀ ਹੈ, ਉਹ ਸਾਰਾ ਇੱਕ ਦੂਜਾ ਕਿਸਮ ਦਾ ਡਿਸਕੋਰਸ ਹੈਗਾ। ਪਰ ਮੈਨੂੰ ਲੱਗਦਾ ਕਿ ਪੰਜਾਬੀ ਕੋਸਮੋਪੋਲਿਸ ਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਮੈਂ ਸ਼ਬਦ ਜਾਣ ਕੇ ਇਸ ਲਈ ਇਸਤੇਮਾਲ ਕੀਤਾ ਕੋਸਮੋਪੋਲਿਸ, ਨਾ ਤਾਂ ਇਸ ਪੰਜਾਬੀ ਨੂੰ ਤੁਸੀਂ ਕੋਈ ਇੱਕ ਸੂਬੇ ਦੇ ਅੰਦਰ ਗੈਟੋਆਈਜ਼ ਕਰ ਸਕਦੇ ਹੋ, ਨਾ ਤੁਸੀਂ ਪੰਜਾਬੀ ਨੂੰ ਇਹ ਕਹਿ ਸਕਦੇ ਹੋ ਕਿ ਜਿਵੇਂ, ਹਾਲਾਂਕਿ ਅਵਤਾਰ ਜੀ ਨੇ ਕਿਹਾ ਕਿ ਕੋਈ ਗਲੋਬ ਦਾ ਹਿੱਸਾ ਨਹੀਂ ਜਿੱਥੇ ਪੰਜਾਬੀ ਨਹੀਂ ਪਹੁੰਚੇ, ਫਿਰ ਵੀ ਮੈਂ ਸੋਚਣਾ ਕਿ ਪੰਜਾਬੀ ਦੀ ਆਪਣੀ ਇੱਕ ਹੋਰਾਈਜ਼ਨ ਹੈਗੀ, ਉਹ ਜਿਹੜੀ ਤੁਸੀਂ ਸ਼ਾਇਦ ਉਹਨੂੰ ਕੋਸ਼ਿਸ਼ ਕਰ ਸਕਦੇ ਹੋ ਉਹਨੂੰ ਮੈਪ ਕਰਨ ਦੀ, ਉਹਦੀ ਇੱਕ ਕਾਰਟੋਗ੍ਰਾਫੀ ਬਣਦੀ ਹੈ ਸ਼ਾਇਦ, ਜਿਹਨੂੰ ਤੁਸੀਂ ਕੋਸ਼ਿਸ਼ ਕਰਕੇ ਉਹਨੂੰ ਥੋੜਾ ਜਿਹਾ ਵੇਗਲੀ ਜਾਂ ਟੈਂਜੀਬਲੀ, ਮੈਂ ਸਮਝਣਾ ਇੱਕ ਕੋਸ਼ਿਸ਼ ਹੁੰਦੀ ਉਹਨੂੰ ਮੈਪ ਕਰਨ ਦੀ। ਮੈਂ ਜੋ ਕੋਸਮੋਪੋਲਿਸ ਕਹਿ ਰਿਹਾ, ਮੇਰਾ ਕੋਸਮੋਪੋਲਿਸ ਦਾ ਮਤਲਬ ਉਹ ਮੈਂ ਕਿਹਾ ਜਿਹੜੀ ਇਸ਼ੂ ਨੂੰ ਮੈਂ ਜਾਣ ਕੇ ਲਿੱਤੀ ਹੈ, ਨਾ ਮੈਂ ਦੇਸ਼ ਲਿੱਤਾ ਹੈ, ਨਾ ਮੈਂ ਸੂਬਾ ਲਿੱਤਾ ਹੈ, ਨਾ ਮੈਂ ਗਲੋਬ ਲਿੱਤਾ ਹੈ। ਕੋਸਮੋਪੋਲਿਸ ਇੱਕ ਵਿਚਕਾਰ ਦੀ ਯੂਨਿਟ ਹੈ, ਇੱਕ ਇੰਟਰਮੀਡੀਏਟ ਯੂਨਿਟ ਹੈ। ਤੇ ਮੇਰੇ ਕੋਸਮੋਪੋਲਿਸ ਦੇ ਅੰਦਰ ਜੋ ਪੰਜਾਬੀ ਕੋਸਮੋਪੋਲਿਸ ਦੀ ਮੈਂ ਕਲਪਨਾ ਕਰ ਰਿਹਾ, ਉਹ ਕੋਸਮੋਪੋਲਿਸ ਜ਼ਰੂਰੀ ਨਹੀਂ ਕਿ ਇੱਕ ਜੀਓਗ੍ਰਾਫਿਕਲੀ ਕੰਟੀਗੂਅਸ ਸਪੇਸ ਹੋਵੇ, ਜੁੜਿਆ ਹੋਵੇ ਸਪੇਸ ਹੋਵੇ, ਉਹ ਡਿਸਪਰਸਲ ਉਹਦਾ ਡਿਸਪਰਸਫੁਲੀ ਹੋ ਸਕਦਾ ਹੈ। ਤੇ ਪੰਜਾਬੀ ਹੋ ਸਕਦਾ ਹੈ ਕਿ ਇੱਕ ਦੂਜੇ ਨਾਲ ਇਸ ਤਰ੍ਹਾਂ ਇੱਕ ਕੰਟਰੈਕਚੁਅਲ ਜਾਂ ਕੰਟੈਕਚੁਅਲ ਰਿਲੇਸ਼ਨਸ਼ਿਪ ਨਾ ਹੋਣ, ਲੇਕਿਨ ਇੱਕ ਉਹ ਡਿਸਪਰਸਲ ਦੇ ਫਰੇਮਵਰਕ ਵਿੱਚ ਵੀ ਹੋ ਸਕਦੇ ਨੇ। ਤਾਂ ਮੇਰੀ ਕੋਸਮੋਪੋਲਿਸ ਦੀ ਕਲਪਨਾ ਇਹ ਕਹਿੰਦੀ ਹੈ, ਮੈਂ ਉਹ ਕੋਸਮੋਪੋਲਿਸ ਨੇ ਆਪਣੀ ਤਰਫੋਂ ਕੱਢ ਰਿਹਾ, ਕਿਉਂਕਿ ਜੋ ਤੁਸੀਂ ਪੰਜਾਬ ਦੇ ਇਤਿਹਾਸ ਦਾ, ਪੰਜਾਬ ਦੇ ਲਿਟਰੇਰੀ ਜਾਂ ਕਲਚਰਲ ਜਾਂ ਰਿਲੀਜੀਅਸ ਡਿਸਕੋਰਸਿਸ ਦੀ ਤੁਸੀਂ ਇੱਕ ਉਹਦੇ ਥਰੂ ਜਿਹੜੀ ਤੁਸੀਂ ਮੈਪਿੰਗ ਕਰਨੀ ਸ਼ੁਰੂ ਕਰੋ ਪੰਜਾਬ ਦੀ, ਤੁਹਾਨੂੰ ਲੱਗਦਾ ਕਿ ਪੰਜਾਬ ਘੱਟੋ ਘੱਟ ਸੂਬਾ ਤਾਂ ਨਹੀਂ ਜਿਹਨੂੰ ਅਸੀਂ ਅੱਜ ਦੇ ਦਿਨ ਪੰਜਾਬ ਕਹਿੰਦੇ, ਉਸ ਤੋਂ ਬਹੁਤ ਅੱਗੇ ਦੀ ਚੀਜ਼ ਹੈ ਪੰਜਾਬ। ਹੋ ਸਕਦਾ ਹੈ ਕਿ ਉਹ ਸੂਬੇ ਤੇ ਆ ਕੇ ਸਿਮਟ ਗਿਆ ਹੋਵੇ, ਹੋ ਸਕਦਾ ਉਸ ਸੂਬੇ ਨੂੰ ਲੈ ਕੇ ਅਸੀਂ ਬਹੁਤ ਪੋਸੈਸਿਵ ਹੋ ਜਾਂਦੇ ਹਾਂ, ਹੋਣਾ ਵੀ ਚਾਹੀਦਾ ਥੋੜਾ ਜਿਹਾ, ਕਿਉਂਕਿ ਉਲਰਿਕ ਬੈਕ ਬੜਾ ਇੱਕ ਉਹਨੇ ਕੋਸਮੋਪੋਲਿਟਨਿਜ਼ਮ ਤੇ ਬੜਾ ਕੰਮ ਕੀਤਾ। ਉਹ ਕਹਿੰਦਾ ਕਿ ਬਿਨਾਂ ਪ੍ਰੋਵਿੰਸ਼ੀਅਲਿਜ਼ਮ ਤੋਂ ਕੋਈ ਕੋਸਮੋਪੋਲਿਟਨਿਜ਼ਮ ਨਹੀਂ ਹੈ, ਤੇ ਬਿਨਾਂ ਕੋਸਮੋਪੋਲਿਟਨਿਜ਼ਮ ਤੋਂ ਬਿਨਾਂ ਕੋਈ ਪ੍ਰੋਵਿੰਸ਼ੀਅਲਿਜ਼ਮ ਨਹੀਂ ਹੈ। ਤੇ ਇਹ ਤਾਂ ਦੋਨਾਂ ਦੇ ਵਿੱਚ ਇੱਕ ਬੜਾ ਪ੍ਰੋਡਕਟਿਵ ਤਣਾਅ ਦਾ ਰਿਸ਼ਤਾ ਹੈ, ਹੋਣਾ ਵੀ ਚਾਹੀਦਾ ਹੈ। ਮੈਂ ਜਦੋਂ ਪੰਜਾਬੀ ਕੋਸਮੋਪੋਲਿਟਸ ਦੀ ਗੱਲ ਕਰ ਰਿਹਾ, ਤੇ ਮੇਰੇ ਦਿਮਾਗ 'ਚ ਬਹੁਤ ਕੁਝ ਇੱਕਦਮ ਆਉਂਦਾ ਹੈ ਕਿ ਉਹ ਜਿਹੜਾ ਲੋਕ ਵੀ ਇੱਥੇ ਕਹਿੰਦੇ ਵੀ ਇੱਕ ਪੰਜਾਬ ਇੱਧਰ ਵੀ ਹੈ, ਇੱਕ ਪੰਜਾਬ ਉੱਧਰ ਵੀ ਹੈ, ਅਕ੍ਰੋਸ ਦੀ ਬਾਰਡਰ ਵੀ ਹੈ, ਸਾਡਾ ਪੰਜਾਬ ਉਹ ਵੀ ਹੈ, ਸਾਡੇ ਉਹ ਤਾਂ ਇੱਕ ਇਮੀਡੀਏਟ ਇੱਕ ਖਿਆਲ ਆਉਂਦਾ ਹੈ 47 ਦੇ ਬਾਅਦ ਜੋ ਪੰਜਾਬ ਨੂੰ ਜਿਸ ਤਰ੍ਹਾਂ ਜੋ ਵਾਇਲੈਂਸ ਦੇਖਣੀ ਪਈ, ਜੋ ਵੀ ਹੋਇਆ ਉਹਦੇ ਬਾਅਦ ਜੋ ਮਲਟੀਪਲ ਡਿਵੀਜ਼ਨਸ ਪੰਜਾਬ ਦੇ, ਉਹਨੂੰ ਲੋਕਾਂ ਦੇ ਮਨ 'ਚ ਕਈ ਤਰ੍ਹਾਂ ਦੇ ਉਹਨੂੰ ਲੈ ਕੇ ਬਹੁਤ ਸਮਝੋ ਕਿ ਅਫਸੋਸ ਬੜੇ ਹੈਗੇ ਲੋਕਾਂ ਨੂੰ, ਕਹਿੰਦੇ ਵੀ ਕੀ ਪੰਜਾਬ ਕਿਉਂ ਪੰਜਾਬ ਦਾ ਇੱਕ ਉਹ ਤਾਂ ਦੇਖਿਆ, ਮਤਲਬ ਉਹ ਤਾਂ ਇੱਕ ਬਿਲਕੁਲ ਇਮੀਡੀਏਟ ਪਾਸ ਦੇ ਲੋਕਾਂ ਨੇ ਉਹਨੂੰ ਦੇਖਿਆ ਪੰਜਾਬ ਕਿਵੇਂ ਟਰੰਕੇਟਡ ਹੁੰਦਾ ਗਿਆ ਪ੍ਰੋਗਰੈਸਿਵਲੀ, ਤੇ ਕਿੱਥੇ ਇੱਕ ਛੋਟੀ ਜਿਹੀ ਯੂਨਿਟ ਰਹਿ ਗਿਆ, ਬਾਰਡਰ ਸਟੇਟ ਬਣ ਕੇ ਰਹਿ ਗਿਆ, ਨਾ ਹੁਣ ਕੋਈ GT ਰੋਡ ਨਾਲ ਰਿਸ਼ਤਾ ਰਿਹਾ, ਨਾ ਕਿਤੇ ਹੋਰ, ਬਹੁਤ ਹੀ ਛੋਟਾ ਜਿਹਾ ਇੱਕ ਪ੍ਰੋਵਿੰਸ ਜਿਹਾ ਬਣ ਕੇ ਰਹਿ ਗਿਆ ਜੀ ਕਿਤੇ। ਤਾਂ ਹੁਣ ਜਦੋਂ ਪੰਜਾਬੀ ਕੋਸਮੋਪੋਲਿਟਸ ਦੀ ਮੈਂ ਗੱਲ ਕਰ ਰਿਹਾ, ਤਾਂ ਮੇਰੇ ਮਨ 'ਚ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਮੈਂ ਇਹ ਸਿਰਫ ਇੱਕ ਪ੍ਰੀ ਪਾਰਟੀਸ਼ਨ ਪੰਜਾਬ ਦੀ ਗੱਲ ਵੀ ਕਰ ਰਿਹਾ, ਮੈਂ ਇੱਕ ਜਿਹੜਾ ਹੁਣ ਜਿਹੜਾ ਪੋਸਟ 90s ਦਾ ਪੰਜਾਬ ਹੈ, ਜਿਹੜਾ ਗਲੋਬਲਾਈਜ਼ ਡਿਸਪਰਸਲ ਹੈ, ਜੋ ਵੈਨਕੂਵਰ ਤੋਂ ਲੈ ਕੇ ਵਿਆਨਾ ਤੱਕ ਤੇ ਹੋਰ ਜਿੱਥੇ ਬੜੀ ਕੰਸੈਂਟ੍ਰੇਸ਼ਨ ਹੈਗੀ ਪੰਜਾਬੀਆਂ ਦੀ, ਉੱਥੋਂ ਤੱਕ ਦੀ ਵੀ ਗੱਲ ਕਰ ਰਿਹਾ। ਇਸ ਕੋਸਮੋਪੋਲਿਟਸ ਦੇ ਅੰਦਰ ਮੈਂ ਈਵਨ ਜਿਹੜਾ ਸਾਈਬਰ ਸਪੇਸ ਜਿਹੜਾ ਪੰਜਾਬ ਅਵੇਲੇਬਲ ਹੈ, ਜੋ ਮੀਡੀਆਟਾਈਜ਼ਡ ਹੈ, ਜਿਹੜਾ ਉਹ ਵੀ ਪੰਜਾਬ ਨੂੰ ਮੈਂ ਇੱਥੇ ਲੈਣਾ ਚਾਹੁੰਦਾ। ਬਾਲੀਵੁੱਡ ਦੇ ਅੰਦਰ ਜੋ ਪੰਜਾਬ ਹੈ, ਉਹ ਵੀ ਪੰਜਾਬ ਦਾ ਹਿੱਸਾ ਹੈ, ਇਹਦੇ ਅੰਦਰ ਸ਼ਾਮਲ ਕਰਨਾ ਚਾਹੁੰਦਾ। ਮੇਰੀ ਕੋਸਮੋਪੋਲਿਟਸ ਦਾ ਮਤਲਬ ਕੋਈ ਕੰਟੀਗੂਅਸ ਸਪੇਸ ਤਾਂ ਬਿਲਕੁਲ ਵੀ ਨਹੀਂ ਹੈਗਾ। ਹੋ ਸਕਦਾ ਉਹ ਦਰਕਾਰ ਹੋਵੇ, ਲੇਕਿਨ ਮੈਂ ਜੋ ਕੋਸਮੋਪੋਲਿਟਸ ਦੀ ਕਲਪਨਾ ਕਰ ਰਿਹਾ, ਉਸ ਕੋਸਮੋਪੋਲਿਟਸ ਦੇ ਅੰਦਰ ਇਹ ਜਿਹੜੇ ਇਨਫੋਰਮੇਸ਼ਨ ਸੁਪਰ ਹਾਈਵੇਜ਼ ਹੈ, ਜਿਹੜੇ ਇਹ ਗਲੋਬਲ ਫਲੋਜ਼ ਹੈ, ਇਹ ਵੀ ਇਹਦੇ ਅੰਦਰ ਪਾਰਟਿਸਿਪੇਟ ਕਰਦੇ ਨੇ। ਇਹਦੇ ਨਾਲ ਤੁਸੀਂ ਹੋਰ ਵੀ ਦੇਖੋ, ਮਤਲਬ ਕਿ ਇਹ ਤਾਂ ਜਦੋਂ ਮੈਂ ਕਹਿੰਦਾ ਕਿ ਹੋਰ ਮੈਪਿੰਗ ਦੇ ਬੜੇ ਇਸ ਕੋਸਮੋਪੋਲਿਟਸ ਦੀ ਮੈਪਿੰਗ ਦੇ ਬੜੇ ਤਰੀਕੇ ਹੋ ਸਕਦੇ ਹੈ। ਤੁਸੀਂ ਇਹਦੀ ਪੰਜਾਬ ਦੇ ਸਪਿਰਿਚੁਅਲ ਪਾਸ ਦੀ ਤਰਫ ਜਾਓ, ਜਾਂ ਹੋਰ ਇਹਦੇ ਮਿਡੀਵਲ ਪਾਸ ਤੁਸੀਂ ਦੇਖ ਰਹੇ ਹੋ ਪੰਜਾਬ ਨੂੰ। ਆਫ ਕੋਰਸ ਕਿ ਮੈਂ ਕੋਈ ਰਣਜੀਤ ਸਿੰਘ ਦੇ ਪੰਜਾਬ ਦੀ ਗੱਲ, ਲੁੱਕ ਐਟ ਨਾਨਕਸ, ਮਤਲਬ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਡੇ ਕੋਲ ਕੋਈ ਕੋਸਮੋਪੋਲਿਟਨ ਡਾਕੂਮੈਂਟ ਨਹੀਂ ਹੈਗਾ। ਫ੍ਰੈਂਕੋ ਮੋਰਿਟੀ ਇੱਕ ਕ੍ਰਿਟਿਕ ਹੈਗਾ, ਉਹ ਇੱਕ ਤਰ੍ਹਾਂ ਦੀ ਡਿਸਟੈਂਟ ਰੀਡਿੰਗ ਕਰਦਾ ਹੈ। ਉਹ ਬਹੁਤ ਵੱਡੇ ਇੱਕ ਦੋ ਨਾਵਲ ਨਹੀਂ ਪੜ੍ਹਦਾ, ਉਹ ਕਈ ਨਾਵਲ ਇਕੱਠੇ ਪੜ੍ਹਦਾ ਹੈ, ਤੇ ਉਹ ਇਕੱਠੇ ਨਾਵਲ ਪੜ੍ਹ ਕੇ ਉਹ ਕਹਿੰਦਾ ਮੈਂ ਯੂਰਪ ਦੀ ਐਟਲਸ ਡਰਾ ਕਰਦਾ ਹੈ, ਐਟਲਸ ਆਫ ਯੂਰੋਪੀਅਨ ਇਮੈਜੀਨੇਸ਼ਨ
ਉਹਦੀ ਕਿਤਾਬ ਹੈ, ਉਹ ਡਰਾ ਕਰਦਾ ਹੈ ਥਰੂ ਦ ਰੀਡਿੰਗ ਆਫ ਮਲਟੀਪਲ ਨੋਵਲਸ ਦੈਟ ਯੂਰਪ ਹੈਜ਼ ਪ੍ਰੋਡਿਊਸਡ। ਤਾਂ ਉਹ ਦੱਸਦਾ ਵੀ ਉਹ ਕਿਸੇ ਵੀ ਕੰਟਰੀ ਦੀ ਕਲਚਰਲ ਬਾਉਂਡਰੀ ਨੂੰ ਜਾਣਨ ਲਈ ਜੀਓਗ੍ਰਾਫੀਕਲ ਕੰਟੂਰਸ ਜਾਂ ਪੋਲੀਟੀਕਲ ਕੰਟੂਰਸ ਸਭ ਨੂੰ ਪਤਾ ਹੈ, ਉਹ ਬਹੁਤ ਇਨਐਡਿਕੁਏਟ ਹੈ, ਮਿਸਲੀਡਿੰਗ ਹੋ ਸਕਦਾ ਹੈ। ਉੱਥੇ ਦਾ ਲਿਟਰੇਚਰ ਦੇਖੋ, ਉਹਦੇ ਅੰਦਰ ਕੀ ਫਲੋਜ਼ ਚੱਲਦੇ ਹੈ, ਕਿੱਥੇ ਉਹਦੇ ਕੀ ਕੋਆਰਡੀਨੇਟ ਲਿਟਰੇਚਰ ਸੈੱਟ ਕਰਦਾ ਹੈ, ਉੱਥੇ ਸਾਨੂੰ ਜਾਣਾ ਪੈਂਦਾ। ਤੇ ਮੈਂ ਤੁਹਾਨੂੰ ਇਸ ਲਈ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਦੇਖੀਏ, ਮਤਲਬ ਕਿ ਮੈਂ ਸਪੈਸ਼ਲੀ ਵੀ ਟੈਂਪੋਰਲੀ ਵੀ ਤੁਸੀਂ ਹਰ ਤਰ੍ਹਾਂ ਕਿਸੇ ਵੀ ਐਕਸੈਸ ਤੋਂ ਚਲੇ ਜਾਓ, ਤੁਸੀਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਲੱਗਦੀ ਹੈ ਕਿ ਇਹ ਵਾਕਿੰਗ ਇਨ ਦਿਸ ਫੁੱਟਸਟੈਪਸ ਆਫ ਨਾਨਕ, ਕਿਤਾਬ ਵੀ ਉਹਨੇ ਆਈ ਇਹਦੇ ਨਾਲ। ਤੁਸੀਂ ਨਾਨਕ ਦੇ ਤੁਸੀਂ ਲੱਗਦਾ ਕਿ ਉਹ ਤੁਹਾਡੀ ਬਿਲਕੁਲ ਇੱਕ ਵਿਰਾਸਤ ਦਾ ਹਿੱਸਾ ਬੜਾ ਹੈਗਾ, ਤੇ ਉਹ ਤੁਹਾਨੂੰ ਬਿਲਕੁਲ ਵੀ ਇਹਦੀ ਉਹਨੂੰ ਅਸੀਂ ਇੰਟਰਲਾਈਜ਼ ਕੀਤਾ ਹੈ ਕਿ ਨਾਨਕ ਨੂੰ ਕਿਸੇ ਐਂਗਲ ਤੋਂ, ਤਾਂ ਅਸੀਂ ਬਿਲਕੁਲ ਸਮਝੋ ਕਿ ਪ੍ਰੋਵਿੰਸ਼ੀਅਲ ਸੋਚ ਤਾਂ ਰੱਖ ਸਕਦੇ ਹੀ ਨਹੀਂ। ਉਹਦੇ ਅੰਦਰ ਤੁਸੀਂ ਸੰਸਕ੍ਰਿਤ ਦੇ ਪੋਇਟ ਵੀ ਆ, ਮਾਲਵੇ ਦੇ ਪੋਇਟ ਤੇ ਸਾਰੇ ਪੋਇਟ ਇੱਧਰ ਉੱਧਰ ਪੋਇਟ ਵੀ ਤੁਸੀਂ ਉਹਦੇ ਅੰਦਰ ਸ਼ਾਮਿਲ ਕੀਤੇ ਹੋਏ, ਮਤਲਬ ਸਾਰੇ ਰਾਜਸਥਾਨ ਦੇ ਸਭ ਕੁਝ ਉਹਦੇ ਅੰਦਰ। ਤਾਂ ਉਹ ਇੱਕ ਐਸਾ ਕਾਸਮੋਪੋਲਿਟਨ ਡਾਕੂਮੈਂਟ ਇਸ ਲਈ ਕਹਿ ਰਿਹਾ ਕਿ ਉਹਦੇ ਅੰਦਰ, ਅੱਛਾ ਇੱਕ ਗੱਲ ਹੋਰ ਹੈ, ਕਾਸਮੋਪੋਲਿਟਨ ਦੀ ਇੱਕ ਸ਼ਰਤ ਬੜੀ ਹੁੰਦੀ ਹੈ, ਬੜੀ ਕਾਸਮੋਪੋਲਿਟਨ ਅੰਦਰ, ਕਿ ਜੋ ਵੀ ਉਹਦੇ ਅੰਦਰ ਬੰਦਾ ਉਸ ਦਾ ਬਸ਼ਿੰਦਾ, ਮੈਂ ਤਾਂ ਕਾਸਮੋਪੋਲਿਟਨ ਦੇ ਬਸ਼ਿੰਦੇ ਦੀ ਗੱਲ ਵੀ ਕਰਦਾ, ਮੈਂ ਕਹਿੰਦਾ ਈਵਨ ਨਾਨ ਹਿਊਮਨ ਵੀ ਉਹਦਾ ਪਾਰਟਿਸਿਪੈਂਟ ਹੈਗਾ, ਉਹ ਗੱਲ ਵੱਖਰੀ ਹੈ, ਦੂਜੀ ਗੱਲ ਹੈ, ਦੂਜੀ ਐਕਸਿਸ ਤੇ ਜਾਂਦੀ ਗੱਲ। ਪਰ ਤੁਸੀਂ ਇਹ ਦੇਖੋ ਕਿ ਕਾਸਮੋਪੋਲਿਟਨ ਦੇ ਅੰਦਰ ਵੀ ਕਹਿੰਦੇ ਕਿ ਵੀ ਜੋ ਵੀ ਕਾਸਮੋਪੋਲਿਟਨ ਦਾ ਹਿੱਸਾ ਹੈ ਜਾਂ ਜੋ ਕਾਸਮੋਸ ਦਾ ਹਿੱਸਾ ਹੈ, ਉਹਦੇ ਅੰਦਰ ਇੱਕ ਸ਼ਰਤ ਹੈ ਕਿ ਹਰ ਆਦਮੀ ਇੱਕ ਦੂਜੇ ਤੇ ਇੰਟਰਡਿਪੈਂਡੈਂਟ ਹੈ, ਜੋ ਉਹਦੇ ਕਨਸਟੀਟਿਊਐਂਟਸ ਹੈ ਉਹ ਇੰਟਰਡਿਪੈਂਡੈਂਟ ਹੈ, ਕੋਈ ਵੀ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਇਸ ਤੋਂ ਸੁਪੀਰੀਅਰ ਹਾਂ ਜਾਂ ਮੈਂ ਇਸ ਤੋਂ, ਇਹ ਰਿਲੇਸ਼ਨਸ਼ਿਪ ਨਾਨ ਹਾਇਰਾਰਕੀਕਲ ਇੱਕ ਰਿਲੇਸ਼ਨਸ਼ਿਪ ਹੈਗਾ ਆਫ ਦੀ ਡਿਫਰੈਂਟ ਕਨਸਟੀਟਿਊਐਂਟਸ ਔਰ ਦੀ ਸਬ ਕਲਚਰਸ ਵਿਦਿਨ ਦੀ ਕਾਸਮੋਪੋਲਿਸ। ਕੋਈ ਵੀ ਹਿੱਸਾ ਨਹੀਂ ਸਕਦਾ ਕਿ ਮੈਂ ਸੱਭਿਆਚਾਰਕ ਤੌਰ ਤੇ ਜਾਂ ਕਲਚਰਲ ਐਂਗਲ ਤੋਂ ਤੁਹਾਡੇ ਤੋਂ ਬਹੁਤ ਅੱਗੇ ਨਿਕਲ ਗਿਆ, ਤੁਸੀਂ ਪਿੱਛੇ ਹੋ। ਇਹ ਇੰਟਰਡਿਪੈਂਡੈਂਸ ਦਾ ਕਾਸਮੋਪੋਲਿਟਨ ਦੀ ਇੱਕ ਤਰ੍ਹਾਂ ਦੀ ਇੱਕ ਪਹਿਲੀ ਸ਼ਰਤ ਹੈ, ਜੋ ਵੀ ਉਹਦੇ ਕਨਸਟੀਟਿਊਐਂਟਸ ਹੈ ਉਹ ਇੱਕ ਇੰਟਰਡਿਪੈਂਡੈਂਟ ਰਿਲੇਸ਼ਨਸ਼ਿਪ, ਔਰ ਰਿਲੇਸ਼ਨਸ਼ਿਪ ਜਿਹਨੂੰ ਮਤਲਬ ਕਿ ਉਹਨੂੰ ਤੁਸੀਂ ਕਹੋ ਕਿ ਉਹ ਰਿਲੇਸ਼ਨਸ਼ਿਪ ਨੂੰ ਤੁਸੀਂ ਰਿਲੇਸ਼ਨਸ਼ਿਪ ਆਫ ਹਾਇਰਾਰਕੀ 'ਚ ਨਹੀਂ ਪਾ ਸਕਦੇ ਹੋ ਕਿ ਇੱਧਰ ਦਾ ਪੰਜਾਬ ਚੰਗਾ, ਉੱਧਰ ਦਾ ਪੰਜਾਬ ਮਾੜਾ ਹੈ, ਉੱਧਰ ਦਾ ਪੰਜਾਬ ਚੰਗਾ, ਇੱਧਰ ਦਾ ਪੰਜਾਬ ਮਾੜਾ, ਇਹ ਬਿਲਕੁਲ ਨਹੀਂ ਚੱਲਣਾ। ਨਾਲੇ ਮੈਂ ਪੰਜਾਬੀ ਕਾਸਮੋਪੋਲਿਟਨ ਦਾ ਮਤਲਬ ਮੈਂ ਐਟ ਦੀ ਮੋਮੈਂਟ ਹਾਲੇ ਤੱਕ ਮੇਰੇ ਲਈ ਪੰਜਾਬੀ ਮੈਂ ਲੈਂਗੁਏਜ ਤੱਕ ਰਿਡਿਊਸ ਨਹੀਂ ਕਰ ਰਿਹਾ। ਮੈਨੂੰ ਪੰਜਾਬ ਦਾ ਮਤਲਬ ਇਹ ਫੰਕਸ਼ਨ ਆਫ ਜੀਓਗ੍ਰਾਫੀ ਹੈ ਮੇਰੇ ਲਈ, ਇਹ ਫੰਕਸ਼ਨ ਆਫ ਸਪੇਸ ਹੈ ਮੇਰੇ ਲਈ ਐਟ ਦੀ ਮੋਮੈਂਟ। ਲੈਂਗੁਏਜ ਦੀ ਗੱਲ ਬਾਅਦ ਚ ਕਰਾਂ, ਇਹ ਫੰਕਸ਼ਨ ਆਫ ਜੀਓਗ੍ਰਾਫੀ ਹੈ। ਇਸ ਜੀਓਗ੍ਰਾਫੀ ਨਾਲ ਮੈਂ ਤੁਹਾਨੂੰ ਕਹਿ ਸਕਦਾ ਕਿ ਇਸ ਦੇ ਅੰਦਰ ਜੋ ਵੀ ਇੱਕ ਕਾਸਮੋਪੋਲਿਟਨ ਹੋਣ ਦੀ ਇੱਕ ਸ਼ਰਤ ਹੈਗੀ ਕਿ ਜੋ ਵੀ ਇੱਥੇ ਇਹਦੇ ਅੰਦਰ ਸਾਰੇ ਬੰਦੇ ਇੱਕ ਨੈਟਵਰਕ 'ਚ ਹੈਗੇ ਔਰ ਰਿਸਪੈਕਟੇਬਲ ਨੈਟਵਰਕ 'ਚ ਹੈਗੇ, ਹਾਇਰਾਰਕੀਕਲ 'ਚ ਨਹੀਂ ਹੈਗੇ। ਉਹ ਅਲਾਈਅੰਸਿਸ ਦਾ ਨੈਟਵਰਕ ਹੈ ਜੋ ਇੱਕ ਦੂਜੇ ਨੂੰ ਮਜ਼ਬੂਤੀ ਦਿੰਦਾ, ਇੱਕ ਦੂਜੇ ਨੂੰ ਖਿੱਚਦਾ ਨਹੀਂ, ਢਾਂਦਾ ਨਹੀਂ, ਇੱਕ ਦੂਜੇ ਨੂੰ ਮਜ਼ਬੂਤੀ ਦਿੰਦਾ। ਇੱਕ ਸ਼ਬਦ ਮੈਂ ਤੁਹਾਨੂੰ ਇਸਤੇਮਾਲ ਕਰਦਾ, ਇੱਕ ਬੜਾ ਸ਼ਬਦ ਇਸਤੇਮਾਲ ਕਰਦੇ, ਟੋਲਰੈਂਸ। ਇੱਕ ਦੂਜੇ ਨੂੰ ਟੋਲਰੇਟ ਨਹੀਂ ਕਰਦੇ, ਇਹ ਕ੍ਰਿਸਚੀਅਨ ਵੋਕੈਬਲਰੀ ਹੈ ਟੋਲਰੈਂਸ ਦੀ, ਜਿੱਥੇ ਚੈਰਿਟੀ ਦੀ ਗੱਲ ਕਰਦੇ ਹੋਏ ਇੱਕ ਬੰਦਾ ਦੂਜੇ ਨੂੰ ਟੋਲਰੇਟ ਕਰਦਾ, ਉੱਥੇ ਵੀ ਕਿਤੇ ਹਾਇਰਾਰਕੀ ਇਨਵੋਲਵਡ ਹੈਗੀ। ਡੈਰੀਡਾ ਇੱਕ ਸ਼ਬਦ ਬੜਾ, ਲੈਟਰ ਡੈਰੀਡਾ ਜੋ ਬਾਅਦ ਦਾ ਡੈਰੀਡਾ ਹੈ, ਜੋ ਘੱਟ ਵਿਰੂਲੈਂਟ ਹੈਗਾ, ਜੋ ਘੱਟ ਜਿਹਨੂੰ ਕਹਿੰਦੇ ਕਿ ਜੋ ਥੋੜਾ ਜਿਹਾ ਸੋਬਰ ਹੋ ਗਿਆ, ਉਹ ਇੱਕ ਸ਼ਬਦ ਬੜਾ ਚੰਗਾ ਇਸਤੇਮਾਲ ਕਰਦਾ, ਉਹਨੂੰ ਡਿਫੈਂਡ ਕਰਦਾ ਬੜਾ, ਉਹ ਰਾਈਟ ਟੂ ਹਸਪਿਟੈਲਿਟੀ, ਰਾਈਟ ਟੂ ਹਸਪਿਟੈਲਿਟੀ। We are hospitable to each other, we don't tolerate each other, we are hospitable to each other। एक कॉस्मोपॉलिटन ਦੀ ਇੱਕ ਮੂਲ ਸ਼ਰਤ ਹੈ। ਤਾਂ ਮੇਰਾ ਇਹ ਮੰਨਣਾ ਹੈ ਕਿ ਪੂਰੇ ਇਸ ਜਦੋਂ ਮੈਂ ਕੌਸਮੋਪੋਲਿਟਨ ਦੀ ਕਲਪਨਾ ਕਰਨਾ ਤਾਂ ਮੇਰਾ ਤਾਂ ਇੱਕੋ ਹੀ ਕਹਿਣਾ ਹੁੰਦਾ ਹੈ ਕਿ ਵੀ ਇਸ ਨੂੰ ਅਸੀਂ ਰਿਡਿਊਸ ਨਾ ਕਰੀਏ, ਮਤਲਬ ਕਿ ਇੱਕ ਤਰ੍ਹਾਂ ਦੀ ਕੋਈ ਹਾਇਰਾਰਕੀ ਦੇ ਅੰਦਰ, ਕਿ ਇਸ ਕੌਸਮੋਪੋਲਿਟਨ ਦੇ ਅੰਦਰ ਇੱਕ ਹਾਇਰਾਰਕੀਕਲ ਇੱਕ ਖੜਾ ਕਰਦੀ ਵੀ ਟੌਪ ਤੇ ਹੈ, ਨੀਚੇ ਉਹਦੇ ਨੀਚੇ ਹੋਏ, ਇਹ ਨਹੀਂ ਚੱਲਣਾ। ਪੰਜਾਬੀ ਕਾਸਮੋਪੋਲਿਟਨ ਦੇ ਜੋ ਵੀ ਸਬ ਕਲਚਰ, ਉਹ ਸਾਰੀਆਂ ਕਲਚਰ ਇੱਕ ਦੂਜੇ ਤੋਂ ਡਿਪੈਂਡੈਂਟ ਹੈਗੀਆਂ, ਇੰਟਰਡਿਪੈਂਡੈਂਟ ਹੈ। ਔਰ ਮੈਂ ਇੰਟਰਡਿਪੈਂਡੈਂਸ ਨੂੰ ਇੱਕ ਬਹੁਤ ਚੰਗਾ ਮੈਕੈਨਿਜ਼ਮ ਸਮਝਣਾ। ਤੁਸੀਂ ਅਗੇਨ ਗੁਰੂ ਗ੍ਰੰਥ ਸਾਹਿਬ ਤੇ ਜਾਓ, ਲੋਕ ਦੇਖੋ ਇੰਟਰਡਿਪੈਂਡੈਂਸ ਦੇ ਕਈ ਮੈਕੈਨਿਜ਼ਮ ਹੈ। ਇੱਕ ਤਾਂ ਟ੍ਰਾਂਸਲੇਸ਼ਨ ਦਾ ਹੈਗਾ, ਯੂ ਟ੍ਰਾਂਸਲੇਟ ਮੀ, ਆਈ ਟ੍ਰਾਂਸਲੇਟ, ਐਂਡ ਵੀ ਐਕਸਚੇਂਜ ਐਂਡ ਵੀ ਕ੍ਰੀਏਟ ਅ ਫਲੋ, ਡਾਇਲੋਜਿਕ ਫਲੋ।
ਪਰ ਤੁਸੀਂ ਮਤਲਬ ਕਿ ਮੈਨੂੰ ਕਈ ਵਾਰ ਲੁੱਕ ਐਟ ਦਿਸ ਡਾਕੂਮੈਂਟ, ਉੱਥੇ ਟ੍ਰਾਂਸਲੇਸ਼ਨਸ ਵੀ ਨਹੀਂ ਰੱਖੀਆਂ, ਉੱਥੇ ਸਿੱਧੇ ਓਰੀਜਨਲ ਵਰਸਿਸ ਰੱਖੇ, ਸਿੱਧੇ ਓਰੀਜਨਲ ਵਰਸਿਸ ਰੱਖੇ ਉੱਥੇ। ਨਹੀਂ ਇਹ ਜੋ ਮੈਂ ਜਦੋਂ ਪੰਜਾਬੀ ਕੌਸਮੋਲੋਜੀ ਦੀ ਕਲਪਨਾ ਕਰਨਾ ਤਾਂ ਵੀ ਕੈਨ ਨਾਟ ਬੀ ਜਸਟ ਫੋਰਗੇਟਫੁਲ ਅਬਾਊਟ ਵਟ ਵੀ ਹੈਵ ਇਨਹੈਰਿਟਡ। ਮਤਲਬ ਕਿ ਓਵਰਸੀਜ਼ ਨੂੰ ਤੁਸੀਂ ਜੋ ਦਾ ਤੋਂ ਟ੍ਰਾਂਸਲੇਸ਼ਨ ਤਾਂ ਚਲੋ ਹੁਣ ਦੇਖੋ ਕਿ ਪੰਜਾਬੀ ਟ੍ਰਾਂਸਲੇਸ਼ਨ ਦਾ ਆਪਣਾ ਪੂਰਾ ਇਤਿਹਾਸ ਰਿਹਾ, ਟ੍ਰਾਂਸਲੇਸ਼ਨ ਨੂੰ ਹੈਲਪ ਨੇ ਸਾਨੂੰ ਹੈਲਪ ਕੀਤੀ ਹੈ, ਪੂਰਾ ਲਿਟਰੇਚਰ ਅਸੀਂ ਗਲੋਬ ਦਾ ਵੈਸਟ ਦਾ ਅਸੀਂ ਇੱਥੇ ਟ੍ਰਾਂਸਲੇਟ ਕੀਤਾ, ਅਸੀਂ ਵੀ ਟ੍ਰਾਂਸਲੇਟ ਹੋ ਕੇ ਬਾਹਰ ਗਏ ਹਾਂ, ਹਾਲਾਂਕਿ ਚਾਹੇ ਵਨ ਸਾਈਡਡ ਫਲੋ ਰਹੇ ਹੋਣ, ਲੇਕਿਨ ਫਿਰ ਵੀ ਪਰ ਮੈਂ ਉਸ ਅਗੇਨ ਮੈਂ ਕਹਿਣਾ ਕਿ ਤੁਸੀਂ ਉਸ ਇੱਕ ਬੇਸ ਡਾਕੂਮੈਂਟ ਮੰਨ ਵੀ ਲਓ ਗੁਰੂ ਗ੍ਰੰਥ ਸਾਹਿਬ ਨੂੰ, ਤਾਂ ਤੁਸੀਂ ਦੇਖੋ ਇੱਕ ਤਾਂ ਉਹਦੇ ਜਿਹੜੇ ਭਗਤ ਪੋਇਟ ਘੱਟੋ ਘੱਟ ਜੋ ਭਗਤ ਉਹਦੇ ਅੰਦਰ ਸ਼ਾਮਿਲ ਕੀਤੇ, ਜੋ ਪੱਟ ਹੈ ਉਹਦੇ ਅੰਦਰ ਸ਼ਾਮਿਲ ਜੋ ਉਹ ਤਾਂ ਪੂਰਾ ਨਾਰਥ ਇੰਡੀਆ ਆਪਣੇ ਸਵੀਪ ਚ ਲੈਂਦੇ। ਐਂਡਰਸਨ, ਬੈਂਡਿਕਟ ਐਂਡਰਸਨ ਆਪਣੀ ਕਿਤਾਬ ਇਮੈਜਿਨਡ ਕਮਿਊਨਿਟੀਜ਼ ਦੇ ਅੰਦਰ ਇੱਕ ਗੱਲ ਕਹਿੰਦਾ ਵੀ ਤੁਸੀਂ ਕਮਿਊਨਿਟੀਜ਼ ਦੀ ਇਮੈਜਿਨ ਕਿਵੇਂ ਕਰਦੇ ਹੋ, ਉਹਨੂੰ ਕਿਵੇਂ ਉਹਦੀ ਕਲਪਨਾ ਕਿਵੇਂ ਹੁੰਦੀ ਉਹਦੀ ਉਹ ਕਹਿੰਦੇ ਇੱਕ ਤਾਂ ਠੀਕ ਹੈ ਤੁਸੀਂ ਪ੍ਰਿੰਟ ਕੈਪੀਟਲਿਜ਼ਮ ਦੇ ਥਰੂ ਤੁਸੀਂ ਨਿਊਜ਼ਪੇਪਰ ਬਣਾਏ, ਤੁਸੀਂ ਇੱਕ ਸਟੈਂਡਰਡ ਲੈਂਗੁਏਜ ਬਣਾਈ, ਤੁਸੀਂ ਇੱਕ ਨੋਵਲ ਲਿਖੇ, ਤਾਂ ਉਹਦੇ ਉਸ ਦੇ ਥਰੂ ਇੱਕ ਇਮੈਜਿਨ ਕਮਿਊਨਿਟੀ ਦੀ ਕੰਸੋਲੀਡੇਸ਼ਨ ਹੋਈ। ਦੂਜੇ ਬਟ ਇੱਕ ਹੋਰ ਕਹਿੰਦਾ ਕਿ ਪਿਲਗ੍ਰਿਮੇਜ ਦੇ ਥਰੂ ਜਿੱਥੇ ਜਿੱਥੇ ਤੁਹਾਡੇ ਪਿਲਗ੍ਰਿਮੇਜ ਗਏ, ਪਿਲਗ੍ਰਿਮ ਗਏ ਜਿੱਥੇ ਤੁਹਾਡੇ ਪਿਲਗ੍ਰਿਮੇਜ ਫੈਲੇ ਹੋਏ ਹੈ, ਉਹ ਵੀ ਤੁਹਾਡੇ ਕਲਚਰਲ ਕੋਆਰਡੀਨੇਟਸ ਹੈ ਤੁਹਾਡੇ ਕਾਸਮੋਪੋਲਿਸ ਦੇ। ਉਹ ਪਿਲਗ੍ਰਿਮਸ ਤੁਹਾਨੂੰ ਇੱਕ ਦਿਖਾਉਂਦੇ ਵੀ ਤੁਸੀਂ ਤੁਹਾਡਾ ਕਿੰਨਾ ਵਿਸਤਾਰ, ਕਿੰਨਾ ਐਕਸਪੈਂਸ, ਤੁਸੀਂ ਕਿੱਥੋਂ ਤੱਕ ਤੁਸੀਂ ਫੈਲੇ ਹੋਏ ਹੋ। ਉਹਨੂੰ ਵੀ ਉਹ ਕਹਿੰਦਾ ਕਿ ਉਹ ਵੀ ਇਮੈਜਿਨ ਕਮਿਊਨਿਟੀ ਨੂੰ ਇੱਕ ਫਰੈਕਟੀਫਾਈ ਕਰਦੇ ਇੱਕ ਕੰਕਰੀਟ ਰਿਐਲਿਟੀ ਚ, ਇੱਕ ਲਿਵੇਬਲ ਯੂਨਿਟ ਦੇ ਅੰਦਰ। ਇਸੇ ਤਰ੍ਹਾਂ ਦਾ ਤੁਸੀਂ ਲੁੱਕ ਐਟ ਇਟ, ਮੈਂ ਕੋਈ ਇੰਨਾ ਵੱਡਾ ਕੋਈ ਸਕਾਲਰ ਨਹੀਂ ਦੱਸਾਂ ਕਿ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਕਿੰਨੀਆਂ ਉਹਨਾਂ ਨੇ ਲਿਖੀਆਂ, ਕਿੰਨੀਆਂ ਬਾਹਰੋਂ ਆਈਆਂ, ਕੌਣ ਪੋਇਟ ਸੀ ਉਹਨਾਂ ਦੇ ਦਰਬਾਰ ਚ, ਕਿੰਨੇ ਪੋਇਟ ਸੀ। ਪਰ ਤੁਸੀਂ ਕਹੋ ਦੇਖੋ ਉਹ ਡਿਬੇਟਸ ਐਂਡਲੈਸ ਹੈਗੇ, ਔਰ ਸਕਾਲਰਲੀ ਡਿਬੇਟਸ ਹੋਣੀਆਂ, ਸਾਈਡਸ ਵੀ ਕੋਈ ਇੱਧਰ ਦੀ ਸਾਈਡ ਹੋਊਗਾ, ਕੋਈ ਦੂਜੀ ਸਾਈਡ ਚ ਹੋਊਗਾ, ਉਹ ਮੈਂ ਉਸ ਡਿਬੇਟ ਚ ਨਹੀਂ ਪੈਣਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਉਹ ਕਾਰਪਸ ਸਾਡਾ ਹੈ ਨਾ ਕਲੈਕਟਿਵਲੀ, ਉਸ ਕਾਰਪਸ ਦੀ ਲੈਂਗੁਏਜ ਦੇਖੋ ਤੁਸੀਂ, ਉਸ ਕਾਰਪਸ ਦੇ ਅੰਦਰ ਪਰਸ਼ੀਅਨ ਵੀ ਹੈ, ਬ੍ਰਿਜ ਵੀ ਹੈ, ਸੰਸਕ੍ਰਿਤ ਵੀ ਹੈ। ਕਿਹੜਾ ਵਰਤਾਰਾ ਲਾਈਫ ਦਾ ਉਹਨਾਂ ਦਾ ਕਵਰ ਨਹੀਂ ਹੋਇਆ। ਮੈਂ ਇਹ ਸਾਰੀ ਗੱਲਾਂ ਇਸ ਲਈ ਕਹਿਣਾ ਤੁਹਾਨੂੰ, ਇਹ ਸਮਝਾ ਇੱਕ ਗੱਲ ਨੂੰ ਫਲੈਗ ਕਰਨ ਲਈ ਤੇ ਗੱਲ ਨੂੰ ਇੱਥੇ ਸਪੈਸ਼ਲੀ ਹਾਈਲਾਈਟ ਕਰਨ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਪੰਜਾਬੀ ਕਾਸਮੋਪੋਲਿਸ ਸਪੇਸ਼ੀਅਲੀ ਤੁਹਾਨੂੰ ਦੇਖਿਆ, ਜੀਓਗ੍ਰਾਫਿਕਲੀ ਤੁਹਾਨੂੰ ਦੱਸਿਆ, ਉਹਦੀ ਤੁਹਾਨੂੰ ਆਲਰੇਡੀ ਦੱਸਿਆ ਕਿ ਜਿੰਨਾ ਅਸੀਂ ਫੈਲ ਗਏ ਹਾਂ ਉਹ ਸਭ ਤੁਹਾਨੂੰ ਪਤਾ ਹੈ। ਦੂਜਾ ਮੈਂ ਉਹ ਜੀਓਗ੍ਰਾਫੀ ਦੇ ਅੰਦਰ ਵੀ ਤੁਹਾਨੂੰ ਮੈਂ ਜੋ ਕੰਟੀਗਿਊਟੀ ਦੀ ਓਬਲੀਗੇਸ਼ਨ ਉਸ ਤੋਂ ਵੀ ਮੈਂ ਬਾਹਰ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਵੀ ਚਲੋ ਹੁਣ, ਕਿਉਂਕਿ ਹੁਣ ਅਸੀਂ ਸਾਈਬਰ ਸਪੇਸ ਤੋਂ ਜੁੜੇ ਹੋਏ ਹਾਂ, ਥਰੂ ਦੀ ਇੰਟਰਨੈਟ ਵੀ ਅਸੀਂ ਆਪਣੀ ਕਮਿਊਨਿਟੀ ਬਣਾਉਂਦੇ ਹਾਂ। ਦੂਜਾ ਮੈਂ ਕਹਿਣਾ ਥਰੂ ਲਿਟਰੇਚਰ, ਥਰੂ ਸੇਕ੍ਰੇਡ ਸੈਕੂਲਰ ਲਿਟਰੇਚਰ ਜੋ ਵੀ ਸਾਡੇ ਕੋਲ ਹੈਗਾ, ਇਹਨਾਂ ਨੂੰ ਸਾਰੇ ਜਿਵੇਂ ਫ੍ਰੈਂਕੋ ਮੈਰਡੀ ਨੇ ਕਹਿਣਾ ਕਿ ਸਾਰੇ ਤੁਸੀਂ ਸਿਰਫ ਅਸੀਂ ਉਦਾਸੀਆਂ ਨਾਨਕ ਦੀ ਪੜ੍ਹ ਲੀजिए, ਇਹ ਪੜ੍ਹ ਲਓ, ਜਾਂ ਜੋ ਪੋਇਟਸ ਇਨਕਲੂਡਡ ਹੈ, ਜੋ ਭਗਤ ਇਨਕਲੂਡਡ ਹੈ, ਉਹਨਾਂ ਨੂੰ ਦੇਖ ਲਓ ਗੁਰੂ ਗ੍ਰੰਥ ਸਾਹਿਬ 'ਚ, ਜਾਂ ਜੋ ਲੈਂਗੁਏजेस, ਜੋ ਪੋਇਟਸ, ਜੋ ਡਿਸਕੋਰਸਿਸ, ਜੋ ਰਜਿਸਟਰਸ, ਲੈਂਗੁਏਜ ਰਜਿਸਟਰਸ, ਪੋਇਟਿਕ ਰਜਿਸਟਰ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੂੰ ਤੁਸੀਂ ਯਦि ਸ਼ਾਮਿਲ ਕਰ ਲਓ ਤਾਂ ਉਹਦੇ ਬੇਸ ਤੇ ਤੁਸੀਂ ਪੰਜਾਬ ਦੀ ਕਾਰਟੋਗ੍ਰਾਫੀ ਡਰਾ ਕਰੋ ਤਾਂ ਸਬ ਕੰਟੀਨੈਂਟਲ ਸਾਈਜ਼ ਦੀ ਕਾਰਟੋਗ੍ਰਾਫੀ ਬਣਦੀ ਮਿਨੀਮਮ। ਤਾਂ ਮੈਂ ਇਸ ਕਾਸਮੋਪੋਲਿਸ ਦੀ ਕਲਪਨਾ ਕਰਾਂ, ਮੇਰਾ ਕਾਸਮੋਪੋਲਿਸ ਮਤਲਬ, ਪਰ ਇਸ ਕਾਸਮੋਪੋਲਿਸ ਨੂੰ ਅਸੀਂ ਜਦੋਂ ਇਹਨਾਂ ਆਫਕੋਰਸ ਇਸੇ ਕਾਸਮੋਪੋਲਿਸ ਨੂੰ ਅਸੀਂ ਇਹਨਾਂ ਫੈਲਾਉਂਦੇ ਹਾਂ, ਇਹ ਗੱਲ ਅਵਤਾਰ ਸਿੰਘ ਨੇ ਸ਼ੁਰੂ ਚ ਕੀਤੀ ਸੀ, ਅਵਤਾਰ ਸਿੰਘ ਜੀ ਨੇ, ਕਿ ਉਹ ਹੋ ਗਿਆ। ਲੇਕਿਨ ਇੱਕ ਤਰਫ ਇਹ ਵੀ ਮੈਨੂੰ ਕਈ ਵਾਰ ਬੜਾ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਇੱਕ ਤਰਫ ਤਾਂ ਮਤਲਬ ਕਿ ਇਸ ਤਰ੍ਹਾਂ ਦੀ ਅਸੀਂ ਆਪਣੀ ਵਿਰਾਸਤ ਦੀ ਗੱਲ ਕਰੀਏ ਨਾ, ਇਹਨਾਂ ਖੁੱਲਾਪਨ ਤੇ ਇਹਨਾਂ ਉੱਥੇ ਤਾਂ ਇਹਨਾਂ ਸਪੇਸ ਹੈ ਕਿ ਚਹਿਲ ਕਦਮੀ ਪੋਸੀਬਲ ਹੈ ਉੱਥੇ ਤਾਂ ਬਹੁਤ ਜ਼ਿਆਦਾ। ਲੇਕਿਨ ਜਦੋਂ ਅਸੀਂ ਇੱਕ ਬੜੇ, ਇਹ ਮੇਰੇ ਲਈ ਨਾ ਜੋ ਹੈ ਇਹ ਜੋ ਟਰਮ ਪੰਜਾਬੀ ਕਾਸਮੋਪੋਲਿਟਨ, ਇੱਕ ਜਿਵੇਂ ਗਾਇਤਰੀ ਸਪੀਕ ਕਹਿੰਦੀ ਸਟ੍ਰੈਟੇਜਿਕ ਐਸੈਂਸ਼ੀਅਲਿਜ਼ਮ ਹੈ, ਐਸੈਂਸ਼ੀਅਲਿਜ਼ਮ ਨਹੀਂ ਹੈਗਾ, ਸਟ੍ਰੈਟੇਜਿਕ ਹੈ। ਮੈਂ ਸਟ੍ਰੈਟੇਜਿਕਲੀ ਪੰਜਾਬੀ ਲਗਾਇਆ ਉੱਥੇ,
लेकिन मैं सिर्फ और सिर्फ पंजाबी की गल नहीं करता, वो एक किस्म का बहुत नैरो किस्म का, वो बहुत एब्सट्रैक्ट बहुत एक बहुत छोटी बहुत फाइनल समझो कि एक सैक्शन है जिन्होंने निभाना बड़ा मुश्किल है। तो जो ਅਸੀਂ ਇੰਨੇ ਵੱਡੇ ਐਕਸਪੈਂਸ ਇੰਨੀ ਵੱਡੀ ਮੈਂ ਕਿਹਾ ਐਕਸਪੈਂਸ ਜਿਹੜਾ ਹੈ, ਮੈਂ ਸ਼ਾਇਦ ਸਾਡੇ ਲੋਕ ਜ਼ਿਆਦਾ ਇਤਿਹਾਸ ਦੀ ਤਰਫ ਜਾਂਦੇ, ਇਤਿਹਾਸ ਨੂੰ ਜ਼ਿਆਦਾ ਅੱਜ ਤੱਕ ਤਵੱਜੋ ਮਿਲੀ ਹੈ ਬਜਾਏ ਦੀ ਸਪੇਸ ਦੇ ਬਜਾਏ ਦੀ ਜੀਓਗ੍ਰਾਫੀ ਦੇ। ਮੈਂ ਤਾਂ ਜੀਓਗ੍ਰਾਫੀ ਤੇ ਜ਼ਿਆਦਾ ਤਵੱਜੋ ਦੇਣਾ ਚਾਹੁੰਦਾ, ਇਤਿਹਾਸ ਨੂੰ ਲੈ ਕੇ ਲੋਕ ਤਰ੍ਹਾਂ ਦੇ ਕਿਉਂ। ਪਰ ਇੱਕ ਗੱਲ ਤਾਂ ਬੜੀ ਕਲੀਅਰ ਹੈ, ਹੁਣ ਸਾਡੇ ਕੋਲ ਪੰਜਾਬ ਇਜ਼ ਵਿਟਨੈਸ ਟੂ ਮਲਟੀਪਲ ਪ੍ਰੈਜ਼ੈਂਟਸ ਐਂਡ ਮਲਟੀਪਲ ਪਾਸ। ਇਸ ਤਰ੍ਹਾਂ ਦੇ ਜੋ ਹੁਣ ਮੈਂ ਹਾਲਾਂਕਿ ਮੈਂ ਜਿਹੜਾ ਜੋ ਕੋਆਰਡੀਨੇਟਸ ਦੇ ਰਿਹਾ ਉਹ ਆਪਣੇ ਆਪ 'ਚ ਬੜੇ ਅਨਮੈਨੇਜੇਬਲ ਹੋ ਜਾਂਦੇ ਹੈ, ਕਿਉਂਕਿ ਉਹ ਕੋਆਰਡੀਨੇਟਸ ਨੂੰ যদি ਸਾਹਮਣੇ ਰੱਖ ਕੇ ਚੱਲਾਂਗੇ ਤਾਂ ਫਿਰ ਬਹੁਤ ਵੱਡਾ ਇੱਕ ਕੰਸਟਰਕਟ ਖੜਾ ਕਰ ਲੈਂਦੇ ਆਪਣੇ ਆਸ-ਪਾਸ। ਹੋਣਾ ਵੀ ਚਾਹੀਦਾ, ਕਿਉਂ ਨਾ ਹੋਵੇ। ਪਰ ਇਸ ਨੂੰ ਯਦੀ ਇਸ ਕੰਸਟਰਕਟ ਨੂੰ ਅਸੀਂ ਮੰਨਦੇ ਹਾਂ ਕਿ ਉਹ ਸਾਡੇ ਜ਼ਿਹਨੀਅਤ ਦਾ ਹਿੱਸਾ ਹੈ, ਉਹ ਸਾਡੇ ਬੋਨਸ ਤੇ ਬਲੱਡ ਦੀ ਲੈਂਗੁਏਜ ਦਾ ਹਿੱਸਾ ਹੈ, ਉਹ ਸਾਡੀ ਅਨਕੌਂਸ਼ੀਅਸ ਦਾ ਹਿੱਸਾ ਹੈ, ਤਾਂ ਉਹਦਾ ਨੈਰੇਟਿਵ ਕੀ ਬਣਾਇਆ ਜਾਏ। ਕਿਆ ਪਹਿਲੀ ਗੱਲ ਤਾਂ ਉਹਦਾ ਨੈਰੇਟਿਵ ਬਣ ਸਕਦਾ ਹੈ, ਇਹ ਸੋਚਣ ਵਾਲੀ ਗੱਲ ਹੈ, ਕਿਉਂਕਿ ਇਹਨੇ ਜਿਹਦੇ ਅੰਦਰ ਇਹਨੇ ਵੇਰੀਏਬਲਸ ਹੈ, ਨਹੀਂ ਮਾਈਕਰੋ ਕਲਚਰ, ਨਹੀਂ ਸਬ ਕਲਚਰਸ। ਨਾਲੇ ਸਬ ਕਲਚਰ ਮੈਂ ਕਹਿੰਦਾ ਕੰਪੀਟਿੰਗ ਕਲਚਰਸ ਹੈ ਵਿਦਿਨ ਦਿਸ ਪੰਜਾਬੀ ਕਾਸਮੋਪੋਲਿਸ। ਫਾਰਮੀਡੇਬਲ ਲੈਂਗੁਏਜ ਦੀ ਆਪਣੇ ਇੰਡੀਪੈਂਡੈਂਟ ਡਿਸਟਰਸ ਹੈਗੇ, ਉਹਨੂੰ ਇੱਕ ਨੈਰੇਟਿਵ 'ਚ ਕਿਵੇਂ ਪਾਇਆ ਜਾਏ, ਇਹ ਤਾਂ ਬਹੁਤ ਵੱਡਾ ਚੈਲੰਜ ਹੈ ਨਾ। ਇਸ ਲਈ ਕਈ ਲੋਕ ਇਸ ਚੈਲੰਜ ਤੋਂ ਘਬਰਾ ਜਾਂਦੇ, ਤਾਂ ਉਸ ਕਹਿੰਦੇ ਛੱਡੋ ਯਾਰ, ਇੰਨੇ ਵੱਡੇ ਖਿਲਾੜੀ ਨੂੰ ਆਪਣਾ ਨਾਲ ਲੈ ਕੇ ਨਾ ਚਲੋ, ਇੱਕੋ ਨੂੰ ਫੜ ਲਓ ਤਾਂ ਉਹਨੂੰ ਉਹਦੇ ਗੁਣਗਾਨ ਗਾਈ ਜਾਓ। ਉਹ ਬੜੇ ਐਸੈਂਸ਼ੀਅਲਿਸਟ ਹੋ ਜਾਂਦੇ ਹੈ। ਤਾਂ ਫੰਡਾਮੈਂਟਲਿਸਟ ਉਹ ਲਾਈਨ ਫੰਡਾਮੈਂਟਲਿਜ਼ਮ ਦੀ ਇੱਕ ਪੰਜਾਬੀ ਫੰਡਾਮੈਂਟਲਿਜ਼ਮ ਦੀ ਤਰਫ ਵੀ ਲੈ ਕੇ ਜਾਂਦੀ ਸਾਨੂੰ, ਕਿਉਂਕਿ ਇੰਨੇ ਵੱਡੇ ਵਰਤਾਰੇ, ਇੰਨੇ ਵੱਡੇ ਔਰ ਇੰਨੇ ਵੱਡੇ ਕਲਚਰਲ, ਇੰਨਾ ਵੱਡਾ ਕਾਸਮੋਪੋਲਿਟਿਜ਼ਮ ਦਾ ਬੜੇ ਕੰਪੈਲਿੰਗ ਤੇ ਕੰਪੀਟਿੰਗ ਕਲਚਰਲ ਡਿਸਕੋਰਸਿਸ ਹੈਗੇ, ਉਹਨਾਂ ਨੂੰ ਇਕੱਠੇ ਲੈ ਕੇ ਜਾਣਾ ਚੱਲਣਾ। ਉਹਦਾ ਇੱਕੋ ਸ਼ਰਤ ਚੱਲ ਸਕਦਾ ਕਿ ਤੁਸੀਂ ਹਾਇਰਾਰਕੀ ਨਾ ਰੱਖੋ ਭਾਈ, ਤੁਸੀਂ ਇੱਕ ਦੂਜੇ ਤੋਂ ਕੰਪੈਰੀਟਿਵ ਲਿਟਰੇਚਰ ਦੀ ਇੱਕ ਬੜੀ ਸ਼ਰਤ ਹੈ ਕੰਪੈਰੀਟਿਵ ਲਿਟਰੇਚਰ ਕਰਨ ਦੀ। ਕੰਪੈਰੀਟਿਵ ਲਿਟਰੇਚਰ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹ ਕਿ ਮੇਰਾ ਲਿਟਰੇਚਰ ਤੁਹਾਡੇ ਤੋਂ ਵੱਡਾ, ਕਿ ਅਸੀਂ ਤਾਂ ਬਹੁਤ ਅੱਗੇ ਪਹੁੰਚੇ, ਤੁਸੀਂ ਤਾਂ ਹੁਣ ਲਿਖਣਾ ਸ਼ੁਰੂ ਕੀਤਾ ਹੈ। ਕੰਪੈਰੀਟਿਵ ਲਿਟਰੇਚਰ ਦਾ ਮਤਲਬ ਹੁੰਦਾ ਹੈ ਕਿ ਐਪਿਸਟੋਮੋਲੋਜੀਕਲ ਐਕਸਪੈਂਸ਼ਨ, ਹੋਰਾਈਜ਼ਨ ਦੀ ਐਕਸਪੈਂਸ਼ਨ ਹੁੰਦਾ ਹੈ। ਪੋਲੀਟੀਕਲ ਏਜੰਡਾ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ। ਕਾਸਮੋਪੋਲਿਟਨ ਸਪੇਸ ਬੇਸਿਕਲੀ ਕੰਪੈਰੀਟਿਵ ਸਪੇਸ ਹੈਗਾ। ਮੇਰੀ ਮੁਰਾਦ ਇਹ ਕੰਪੈਰੀਟਿਵ ਤੋਂ ਕਿ ਇੱਥੇ ਇੱਕ ਦੂਜੇ ਨਾਲ ਗੱਲ ਕਰਨੀ, ਇੱਕ ਦੂਜੇ ਨੂੰ ਕੰਪੇਅਰ ਕਰਨਾ, ਇਹਨਾਂ ਨੂੰ ਕੰਪੇਅਰ ਇੱਕ ਦੂਜੇ ਨੂੰ ਇੱਕ ਗਰਾਂ ਨੇ ਉਠਾਉਣ ਲਈ ਨਹੀਂ ਕਰ ਰਹੇ ਸੀ। ਇੱਕ ਸਪੇਸ ਮੈਂ ਕਹਿਣਾ, ਜਿਵੇਂ ਇੱਕ ਸ਼ਬਦ ਇਸਤੇਮਾਲ ਕੀਤਾ ਸੀ, ਇੱਕ ਸਪੇਸ ਆਫ ਰਿਸਪੈਕਟੇਬਲ ਡਾਇਲੌਗ ਹੈਗਾ। ਇੰਟਰਡਿਪੈਂਡੈਂਸ ਦਾ ਮਤਲਬ ਇੱਕ ਰਿਸਪੈਕਟੇਬਲ ਡਾਇਲੌਗ ਹੈਗਾ। ਉਹ ਜੋ ਅੱਜ ਕਲਚਰ ਸ਼ਬਦ ਚੱਲ ਰਹੇ ਹੈ ਪਰਜੀਵੀ ਤੇ ਉਹ ਜੀਵੀ, ਉਹ ਨਹੀਂ ਇੱਥੇ ਚੱਲਣਾ ਕਾਸਮੋਪੋਲਿਟਨ ਅੰਦਰ। ਕੋਈ ਪੈਰਾਸਿਟਿਕਲ ਰਿਲੇਸ਼ਨਸ਼ਿਪ ਕਿਸੇ ਦੀ ਨਹੀਂ ਹੈਗੀ। ਤਾਂ ਹੁਣ ਮੈਂ ਜੋ ਕਹਿ ਰਿਹਾ ਕਿ ਇਹ ਜਦੋਂ ਇਹ ਸਾਰਾ ਕੁਝ ਹੋਵੇ ਤਾਂ ਇਸ ਦਾ ਨੈਰੇਟਿਵ ਕਿਵੇਂ ਬਣੇ। ਮੈਂ ਨੈਰੇਟਿਵ ਇਸ ਲਈ ਗੱਲ ਕਰ ਰਿਹਾ ਕਿਉਂਕਿ ਹੁਣ ਜੋ ਮੇਰਾ, ਕਿਉਂਕਿ ਅਵਤਾਰ ਸਿੰਘ ਨੇ ਮੈਨੂੰ ਕਿਹਾ ਬੋਲਣ ਤੋਂ, ਇਸ ਲਈ ਕਿਹਾ ਸ਼ਾਇਦ ਸਾਡੇ ਡਿਪਾਰਟਮੈਂਟ 'ਚ ਇੱਕ ਪਿੱਛੇ ਇੱਕ ਉਪਰਾਲਾ ਹੋਇਆ ਕਿ ਅਸੀਂ ਸੋਚੀਏ ਕਿ ਅਸੀਂ ਪਿਛਲੇ 4-5 ਸਾਲਾਂ ਤੋਂ ਚੱਲ ਰਿਹਾ ਸੀਗਾ। ਉਹ ਕੋਈ ਆਸਾਨ ਕੰਮ ਨਹੀਂ ਹੁੰਦਾ ਇੱਕ ਨया ਬਿਲਕੁਲ ਕੋਰਸ ਸ਼ੁਰੂ ਕਰਨਾ। ਕਈ ਦੋਸਤਾਂ ਮਿੱਤਰਾਂ ਨਾਲ ਮਿਲ ਕੇ, ਡਿਪਾਰਟਮੈਂਟ ਦੇ ਕੋਲੀਗਸ ਦਾ ਨੇ ਬਹੁਤ ਕੰਟਰੀਬਿਊਟ ਕੀਤਾ, ਸਭ ਨੇ ਮਿਲ ਕੇ ਅਸੀਂ ਕੋਰਸ ਦਾ ਅਸੀਂ ਕਿਹਾ ਰਾਈਟਿੰਗਸ ਫਰਮ, ਅਸੀਂ ਪੰਜਾਬੀ ਦੀ ਰਾਈਟਿੰਗਸ ਦਾ ਵੀ ਸੋਚਿਆ ਜਾਏ ਕਿ ਅਸੀਂ ਹੁਣ ਇੰਡੀਅਨ ਰਾਈਟਿੰਗ ਤੋਂ ਪੰਜਾਬੀ। ਪਿੱਛੇ ਜੇ ਇੱਕ ਨਾ ਸ਼ੋਰ ਪਿਆ ਸਾਡੇ ਡਿਪਾਰਟਮੈਂਟ ਨੂੰ ਲੈ ਕੇ, ਪਤਾ ਨਹੀਂ ਕੰਟਰੋਵਰਸੀ ਕਿੰਨੀ ਜ਼ਰੂਰਤ ਸੀ ਉਹਦੀ, ਨਹੀਂ ਸੀ, ਪਰ ਕੰਟਰੋਵਰਸੀ ਖੜੀ ਕਰਤੀ ਬਿਨਾਂ ਗੱਲ ਤੇ ਕਿ ਜੀ ਇਹ ਸਾਡੇ ਕੋਲ ਇੱਕ ਪੇਪਰ ਹੁੰਦਾ ਸੀ ਉਸ ਤੋਂ ਪਹਿਲੇ, ਅੱਜ ਤੱਕ ਹੁਣ ਵੀ ਪੇਪਰ ਹੈਗਾ ਇੰਡੀਅਨ ਰਾਈਟਿੰਗਸ ਇਨ ਟ੍ਰਾਂਸਲੇਸ਼ਨ। ਉਹ ਇੱਕ ਪੇਪਰ ਹੈ, ਮਤਲਬ ਕਿ 16 ਪੇਪਰ 'ਚ ਇੱਕ ਪੇਪਰ ਹੈਗਾ ਉਹ, ਤੇ ਉਹਦੇ ਅੰਦਰ ਅਸੀਂ 5-6 ਟੈਕਸਟ ਪ੍ਰਿਸਕ੍ਰਾਈਬ ਕਰਨੇ ਨਾਰਮਲੀ। ਤੇ ਹੋਇਆ ਕਿ ਜਦੋਂ ਸੋਚਣਾ ਵੀ ਇੰਡੀਅਨ ਰਾਈਟਿੰਗ ਇਨ ਟ੍ਰਾਂਸਲੇਸ਼ਨ ਹੈ, 5-6 ਟੈਕਸਟਾਂ ਲਗਾਉਣੀ ਹੈ, ਤਾਂ ਸੋਚੇ ਇੱਕ ਕਦੀ ਨਾਰਥ ਦੀ ਲੱਗ ਜਾਏ, ਕਦੀ ਸਾਊਥ ਦੀ ਲੱਗ ਜਾਏ, ਕਦੇ ਕਵਰ ਕਰਨ ਦੀ ਕੋਸ਼ਿਸ਼ ਕਰਨੇ ਆ। ਤੇ ਅਸੀਂ ਉਹਦੇ ਅੰਦਰ ਨਾ ਫੈਜ਼ ਅਹਿਮਦ ਫੈਜ਼ ਨੂੰ ਲਾਤਾ। ਪੰਜਾਬੀ ਦਾ ਰਾਈਟਰ ਕੋਈ ਨਹੀਂ ਸੀ, ਅਸੀਂ ਨਹੀਂ ਲਾਇਆ, ਫੈਜ਼ ਅਹਿਮਦ ਫੈਜ਼ ਨੂੰ ਲਾਤਾ ਇੱਕ ਐਜ਼ ਅ ਪੋਇਟ ਇਨ ਦੀ ਜਿਹੜਾ ਪੇਪਰ ਸੀ ਇੰਡੀਅਨ ਰਾਈਟਿੰਗ ਟ੍ਰਾਂਸਲੇਸ਼ਨ। ਉਹ ਬੜੀ ਸੋ ਮਚ ਟ੍ਰਿਬਿਊਨ wrote an editorial on it ਕਿ ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਡਿਪਾਰਟਮੈਂਟ 'ਚ ਪੰਜਾਬੀ ਰਾਈਟਰ ਨਾਲ ਧੱਕਾ ਹੋ ਗਿਆ।
ਕੀ ਧੱਕਾ ਹੋਇਆ ਕਿ ਜੀ ਇਹਨਾਂ ਨੇ ਟ੍ਰਾਂਸਲੇਸ਼ਨ ਅੰਦਰ ਇਹਨਾਂ ਨੇ ਪੰਜਾਬੀ ਰਾਈਟਰ ਕੋਈ ਨਹੀਂ ਲਾਇਆ। ਤੇ ਸੋਚੋ ਤੁਸੀਂ, ਮੈਂ ਕਿਹਾ ਤੁਸੀਂ ਫੈਜ਼ ਨੂੰ ਕੀ ਮੰਨਦੇ ਹੋ ਆਪਣਾ? ਤੁਸੀਂ ਫੈਜ਼ ਨੂੰ ਆਪਣਾ ਪੋਇਟ ਮੰਨਦੇ ਨਹੀਂ ਮੰਨਦੇ? ਦੱਸੋ। ਕਹਿ ਕੇ ਦੇਖੋ ਫੈਜ਼ ਪੰਜਾਬੀ ਨਹੀਂ ਹੈਗਾ। ਮੈਂ ਕਾਸਮੋਪੋਲਿਟਨ ਦੀ ਇਹੋ ਕਹਿ ਰਿਹਾ ਤੁਹਾਨੂੰ ਸਮੱਸਿਆ। ਇਹ ਡਿਸਾਈਡ ਕਰਨਾ ਪੈਣਾ ਸਾਨੂੰ ਕਿ ਸਾਡਾ ਕਾਸਮੋਪੋਲਿਟਨ ਸਿਰਫ ਪੰਜਾਬੀ ਰਾਈਟਰ ਹੋਊਗਾ ਜਾਂ ਪੰਜਾਬ ਦਾ ਰਾਈਟਰ ਹੋਊਗਾ, ਜਿਹੜੀ ਮਰਜ਼ੀ ਲੈਂਗੁਏਜ ਹੋਵੇ। ਬਿਨਾਂ ਗਲਤੀ ਕੀ ਕੰਟਰੋਵਰਸੀ ਖੜੀ ਕੀਤੀ ਗਈ ਇੱਥੇ ਕਿ ਜੀ ਉੱਥੇ 5 ਰਾਈਟਰ, ਇੱਕ ਨਾਰਥ ਦਾ, ਇੱਕ ਸਾਊਥ ਦਾ। ਅਸੀਂ ਕਿਹਾ ਕਿ ਚਲੋ ਫੈਜ਼ ਆਊਗਾ ਤਾਂ ਇੱਕ ਸਬ ਕੰਟੀਨੈਂਟ ਕਵਰ ਹੋ ਜਾਊਗਾ, ਉਧਰ ਦੇ ਪੋਇਟ ਕਵਰ। ਅਸੀਂ ਵੀ ਵਾਂਟਡ ਟੂ ਟੇਕ ਅ ਬਿਗਰ ਟੇਕ ਅ ਬਿਗਰ ਸਟਰਾਈਡ ਥਰੂ ਵਨ ਰਾਈਟਰ। ਪੰਜਾਬ ਵੀ ਕਵਰ ਹੋ ਜਾਊਗਾ, ਪ੍ਰੋਗਰੈਸਿਵ ਮੂਵਮੈਂਟ ਵੀ ਕਵਰ ਹੋ ਜਾਊਗੀ, ਇੱਕ ਸਬ ਕੰਟੀਨੈਂਟ ਵਿਰਾਸਤ ਵੀ ਕਵਰ ਹੋ ਜਾਊਗੀ, ਇੱਕ ਰੈਜ਼ਿਸਟੈਂਸ ਦਾ ਪੂਰਾ ਡਿਸਕੋਰਸ ਵੀ ਕਵਰ ਹੋ ਜਾਊਗਾ। ਨਹੀਂ, ਤੇ ਇੱਕ ਗੱਲ ਇਹ ਮੈਂ ਕਹਿ ਰਿਹਾ ਕਿ ਹੁਣ ਮੈਨੂੰ ਕਈ ਵਾਰ ਲੱਗਦਾ ਕਿ ਇਸ ਪੰਜਾਬ ਦੇ ਡਿਸਕੋਰਸ ਦੇ ਅੰਦਰ ਅਸੀਂ ਇੱਕ ਫਹਿਰਿਸਤ ਬਣਾਉਣੀ ਹੋਵੇ, ਇੱਕ ਲਿਸਟ ਬਣਾਉਣੀ ਹੋਵੇ, ਜਾਂ ਕਿਉਂਕਿ ਜਦੋਂ ਸਿਲੇਬਸ ਬਣਾਉਂਦੇ ਤੁਹਾਡੇ ਕੋਲ ਇੱਕ ਨੈਰੇਟਿਵ ਬਣਾਉਣਾ ਹੋਵੇ ਪੰਜਾਬ ਦਾ, ਉਦੋਂ ਅਸੀਂ ਕਿ ਇਸ ਤਰ੍ਹਾਂ ਦੀ ਪੋਲਿਟਿਕਸ ਆਫ ਐਕਸਕਲੂਜਨ ਪਾਵਾਂਗੇ ਅਸੀਂ। ਮੇਰੇ ਇੱਕ ਦੋਸਤ ਉਹਨੇ ਪਾਰਟੀਸ਼ਨ ਤੇ ਕੰਮ ਕੀਤਾ ਇੰਗਲਿਸ਼ ਡਿਪਾਰਟਮੈਂਟ ਦੇ ਅੰਦਰ, ਪਾਰਟੀਸ਼ਨ ਰਾਈਟਿੰਗ ਦੇ ਉੱਤੇ। ਕਿਉਂਕਿ ਇੰਗਲਿਸ਼ ਡਿਪਾਰਟਮੈਂਟ ਕੰਮ ਕਰ ਰਹੇ ਸੀ, ਉਹਨਾਂ ਦੇ ਇੰਗਲਿਸ਼ ਡਿਪਾਰਟਮੈਂਟ ਇੰਨੀ ਹਾਲੇ ਖੁੱਲ ਨਹੀਂ ਪੈਦਾ ਹੋਈ ਸੀ। ਉਹਨੇ ਸਾਰੇ ਇੰਗਲਿਸ਼ ਦੇ ਰਾਈਟਰ ਲੈ ਦਿੱਤੇ ਜਿਨ੍ਹਾਂ ਨੇ ਪਾਰਟੀਸ਼ਨ ਤੇ ਲਿਖਿਆ, ਪਾਰਟੀਸ਼ਨ ਤੇ ਨਾਵਲ ਲਿਖੇ, ਪਾਰਟੀਸ਼ਨ ਤੇ ਕਹਾਣੀ ਜਿਹੜੇ ਇੰਗਲਿਸ਼ ਲਿਖੇ ਹੈ। ਅੱਜ ਤੱਕ ਆਪਣੀ PhD ਲੁਕਾਉਂਦਾ ਫਿਰਦਾ ਕਿਉਂਕਿ ਉਹਨਾਂ ਮੰਟੋ ਨਹੀਂ ਹੈਗਾ। ਬਿਨਾਂ ਮੰਟੋ ਨੂੰ ਇੰਕਲੂਡ ਕੀਤਾ, ਤੁਸੀਂ ਨਾ ਲਿਖਿਆ ਹੋਣਾ ਇੰਗਲਿਸ਼, ਤੁਸੀਂ ਪਾਰਟੀਸ਼ਨ ਦੀ PhD ਕਰਕੇ ਵੀ ਦਿੱਤੀ। ਮੈਂ ਜਦੋਂ ਕਾਸਮੋਪੋਲਿਟਨ ਦੀ ਗੱਲ ਕਰ ਰਿਹਾ, ਮੈਂ ਕਾਸਮੋਪੋਲਿਟਨ ਦੀ ਗੱਲ ਕਰ ਰਿਹਾ ਕਿ ਇਸ ਕਾਸਮੋਪੋਲਿਟਨ ਨੂੰ ਯਦि ਅਸੀਂ ਨਿਭਾਣਾ ਹੈ, ਨਹੀਂ ਨਿਭਾਣਾ ਤਾਂ ਆਪਣੇ ਵੀ ਵਿਲ ਹੈਵ ਟੂ ਪੇ ਕਲਚਰਲ ਕਾਸਟ ਫॉर ਦਿਸ। ਉਹਦਾ ਇੱਕ ਨੈਰੇਟਿਵ ਤਿਆਰ ਕਰਨਾ ਪੈਣਾ। ਉਹ ਨੈਰੇਟਿਵ ਇਹ ਹੋਊਗਾ ਜਿਹਦੇ ਅੰਦਰ ਅਸੀਂ ਰਾਈਟਿੰਗਸ ਫਰਮ ਪੰਜਾਬ ਦੀ ਗੱਲ ਕਰੀਏ, ਪੰਜਾਬੀ ਰਾਈਟਿੰਗ ਦੀ ਗੱਲ ਨਾ ਕਰੀਏ ਇਕੱਲੀ। ਇਹ ਖਿਆਲ ਮੇਰਾ ਆਪਣਾ ਖਿਆਲ ਨਹੀਂ, ਮਤਲਬ ਕਿ ਮੈਂ ਦੇਖਿਆ ਇਹ ਪਿੱਛੇ ਪੈਨਗੁਇਨ ਨੇ ਜਾਂ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਨੇ, ਇਹਨਾਂ ਨੇ ਕੁਝ ਸੀਰੀਜ਼ ਕੱਢੀਆਂ, ਰਾਈਟਿੰਗਸ ਫਰਮ ਕੇਰਲਾ, ਰਾਈਟਿੰਗਸ ਔਨ ਦਿੱਲੀ। ਤੇ ਉੱਥੇ ਉਹ ਨਹੀਂ ਕਿ ਉਹ ਸਿਰਫ ਮਲਿਆਲਮ ਰਾਈਟਿੰਗ ਉੱਥੇ ਹੈਗੀ, ਰਾਈਟਿੰਗ ਇਹ ਨਹੀਂ ਸਿਰਫ ਉੱਥੇ ਸਿਰਫ ਹੋ ਸਕਦਾ ਕਿਸੇ ਨੇ ਕੇਰਲਾ ਤੇ ਬਾਹਰੋਂ ਆ ਕੇ ਲਿਖਿਆ, ਉਹ ਵੀ ਉਸ ਐਂਥੋਲੋਜੀ ਦਾ ਹਿੱਸਾ ਸੀਗਾ। ਇੱਕ ਪਿੱਛੇ ਜੀ ਚੱਲਿਆ ਸੀ ਵੀ ਇਹ ਰਾਈਟਿੰਗਸ ਫਰਮ ਇਸ ਤਰ੍ਹਾਂ, ਰਾਈਟਿੰਗਸ ਫਰਮ ਕੇਰਲਾ, ਰਾਈਟਿੰਗਸ ਫਰਮ ਤਮਿਲਨਾਡੂ, ਰਾਈਟਿੰਗਸ ਫਰਮ ਦਿਸ, ਐਂਡ ਉਹ ਤੁਸੀਂ ਦੇਖੋ ਉਹਨਾਂ ਦਾ ਵਿਸਤਾਰ ਤਾਂ ਲੱਗਦਾ ਕਿ ਉਹ ਇਹ ਜਿਹੜੀਆਂ ਉਹਨਾਂ ਨੇ ਐਂਥੋਲੋਜੀਜ਼ ਪ੍ਰੀਪੇਅਰ ਹੋਈਆਂ, ਜਾਂ ਜਿਹੜੀਆਂ ਹੁਣ ਸਿਟੀਜ਼ ਨੂੰ ਲੈ ਕੇ ਐਂਥੋਲੋਜੀਜ਼ ਕੁਝ ਆਕਸਫੋਰਡ ਨੇ ਨਿਕਲੀਆਂ, ਬਨਾਰਸ ਤੇ ਨਿਕਲੀਆਂ, ਜਾਂ ਦਿੱਲੀ ਤੇ ਲਿਖੀਆਂ, ਜਾਂ ਲਖਨਊ ਤੇ ਨਿਕਲੀਆਂ। ਉਹ ਤੁਸੀਂ ਲੈਂਗੁਏਜ ਦੇਖੋ, 4-5 ਲੈਂਗੁਏਜ ਦੇ ਲੋਕ ਉਹਦੇ ਅੰਦਰ ਕੰਟਰੀਬਿਊਟ ਕਰ ਰਹੇ, ਆਫ ਕੋਰਸ ਇਨ ਟ੍ਰਾਂਸਲੇਸ਼ਨ। तो वो लोग भी है जो मैं जिथे ट्रैवलर के तौर पे आए, जिन्होंने ट्रैवलॉग लिखे। तो राइटिंग फ्रॉम पंजाब का जो असी मॉडल साडे दिमाग च आया कि क्योंकि असी ये चाहते हैं कि जो पंजाब के बारे कोई जानना चाहे, पंजाब की क्रिएटिव इमैजिनेशन के बारे, पंजाब की लिटरेरी प्रोडक्शन के बारे, पंजाब की कल्चरल प्रोडक्शन के बारे, तो उन्होंने असी की परोसीए, साडे स्टूडेंट असी की किहड़ी विंडो खोली उन्हें लई। ਅਸੀਂ ਸਾਡੇ ਕਿਉਂਕਿ ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਹੈ, ਸਾਡੇ ਕੋਲ ਜਿਸ ਤਰ੍ਹਾਂ ਡਿਪਾਰਟਮੈਂਟ ਸਾਨੂੰ ਕ੍ਰਿਟੀਕਲ ਡਿਸਟੈਂਸ ਵੀ ਹੈਗਾ ਕਿ ਵੀ ਕੈਨ ਟੇਕ ਪੋਸੀਬਲੀ ਕ੍ਰਿਟੀਕਲ ਡਿਸਟੈਂਸ। ਬਾਕੀ ਸ਼ਾਇਦ ਜਿਹੜੇ ਪੰਜਾਬੀ ਡਿਪਾਰਟਮੈਂਟ ਤੋਂ ਉਹਨਾਂ ਸ਼ਾਇਦ ਕ੍ਰਿਟੀਕਲ ਡਿਸਟੈਂਸ ਨਾ ਲੈ ਪਾਉਣ, ਬਿਕੋਜ਼ ਦੇ ਆਰ ਰਾਈਟ ਇਨ ਦ ਮਿਡਲ ਆਫ ਦ ਸਟਰੀਮ। ਅਸੀਂ ਤਾਂ ਕ੍ਰਿਟੀਕਲ ਡਿਸਟੈਂਸ ਤੋਂ ਦੇਖ ਸਕਦੇ ਚੀਜ਼ਾਂ ਨੂੰ। ਮੈਨੂੰ ਤਾਂ ਕਦੇ ਲੱਗਿਆ ਹੀ ਨਹੀਂ ਕਿ ਕ੍ਰਿਸ਼ਨਾ ਸੋਪਤੀ ਪੰਜਾਬੀ ਚ ਨਹੀਂ ਲਿਖਦੀ। ਮੈਨੂੰ ਤਾਂ ਕਦੇ ਲੱਗਿਆ ਨਹੀਂ ਕਿ ਮੁਲਕ ਰਾਜ ਗੈਰ ਪੰਜਾਬੀ ਰਾਈਟਰ ਹੈਗਾ। ਮੈਂ ਉਹਦੀ ਕਹਾਣੀ ਪੜ੍ਹਨਾ ਬਾਰਬਰ ਸਟ੍ਰੀਟ ਨੂੰ, ਮੈਨੂੰ ਲੱਗਦਾ ਉਹ ਪੰਜਾਬ ਦੇ ਕਿਸੇ ਇੱਕ ਨਾਈ ਦੀ ਦੁਕਾਨ ਤੇ ਨਾਈਆਂ ਦੇ ਵਿੱਚ ਬੈਠਾ ਕਹਾਣੀ ਆਪਣੀ ਕਹਾਣੀ ਲਿਖ ਰਿਹਾ ਹੈ। ਅੰਗਰੇਜ਼ੀ ਉਹ ਲਿਖ ਰਿਹਾ, ਅੰਗਰੇਜ਼ੀ ਉਹ ਪੰਜਾਬੀ ਅੰਗਰੇਜ਼ੀ ਹੈ। ਕ੍ਰਿਸ਼ਨਾ ਸੋਪਤੀ ਪੰਜਾਬੀ ਹਿੰਦੀ ਰਾਈਟਿੰਗ ਹੈਗੀ। तो मैं कह रहा जो
ਇਸ ਦਾ ਨੈਰੇਟਿਵ ਬਣਾਈਏ, ਔਰ ਖਾਸ ਕਰ ਨੈਰੇਟਿਵ ਜਿਹਨੂੰ ਇੱਕ ਤਰ੍ਹਾਂ ਦਾ ਇਹਦੇ ਅੱਗੇ ਵੀ ਅਸੀਂ ਉਹਦੇ ਬਿਲਡ ਉਸ ਤੇ ਇੱਕ ਕਲਚਰਲ ਐਡੀਫਿਸ ਖੜੀ ਕਰਨੀ ਹੋਵੇ। ਤਾਂ ਰਾਈਟਿੰਗਸ ਫਰਮ ਪੰਜਾਬ ਮੈਨੂੰ ਲੱਗਦਾ ਕਿ ਬਹੁਤ ਇੱਕ ਲਿਬਰੇਟਿੰਗ ਜਾਂ ਕੋਸਮੋਪੋਲਿਟਨ ਫਰੇਮਵਰਕ ਬਣਦਾ ਹੈ। ਉਹ ਕੋਸਮੋਸ, ਇਸ ਕੋਸਮੋਸ ਨੂੰ ਕਾਫੀ ਹੱਦ ਤੱਕ ਇੱਕ ਓਪਨ ਐਂਡਡ ਕੋਸਮੋਸ ਦੀ ਖਾਸ ਗੱਲ ਹੁੰਦੀ ਹੈ, ਓਪਨ ਐਂਡਡ ਰਹਿੰਦਾ ਹਮੇਸ਼ਾ। ਓਪਨ ਰੂਟਡ ਤਾਂ ਹੈ ਹੀ, ਲੇਕਿਨ ਓਪਨ ਐਂਡਡ ਵੀ ਹੈਗਾ। ਇਸ ਸਾਨੂੰ ਲੱਗਿਆ ਕਿ ਇਹ ਜੋ ਅਸੀਂ ਨੈਰੇਟਿਵ ਬਣਾ ਰਹੇ ਹਾਂ, ਜਿਹੜਾ ਰਾਈਟਿੰਗਸ ਆਫ ਪੰਜਾਬ ਵਾਲਾ, ਮੈਨੂੰ ਇਹ ਲੱਗਿਆ ਕਿ ਇਸ ਦੇ ਅੰਦਰ ਇੱਕ ਬਹੁਤ ਅਸੀਂ ਜਿਹੜਾ ਇੱਕ ਪ੍ਰਿਟੈਨਿਕਲ ਮੋਨੋਲਿੰਗੁਇਜ਼ਮ ਹੈ, ਜਿਹੜਾ ਕਿ ਲਿੰਗੁਇਸਟਿਕ ਪਿਓਰਿਟੀ ਦੀ ਗੱਲ ਕਰੇ, ਉਹ ਲਿੰਗੁਇਸਟਿਕ ਪਿਓਰਿਟੀ ਦੀ ਗੱਲ ਕੋਸਮੋਪੋਲਿਟਨ 'ਚ ਹੁੰਦੀ ਨਹੀਂ ਹੈ। ਇਹ ਜਿਹੜਾ ਸੈਂਸ ਆਫ ਕਲਚਰਲ ਪਿਓਰਿਟੀ ਹੈ ਨਾ, ਚਲਦੀ ਨਹੀਂ ਕੋਸਮੋਪੋਲਿਟਨ ਦੇ ਅੰਦਰ। ਕਿਉਂਕਿ ਮੈਂ ਆਲਰੇਡੀ ਕਿਹਾ, ਇੱਥੇ ਰਿਲੇਸ਼ਨਸ਼ਿਪ ਬਣਾਉਣਾ ਰੱਖੀ ਗੱਲ ਹੈ, ਇੱਥੇ ਰਿਲੇਸ਼ਨਸ਼ਿਪ ਅਲਾਈਐਂਸਿਸ ਦਾ, ਨੈਟਵਰਕਸ ਦਾ ਹੈ, ਹਾਈਬ੍ਰਿਡਿਟੀ ਦਾ ਹੈ, ਜਿਹਦੀ ਗੱਲ ਹੁਣ ਬਾਬਾ ਨੇ ਬਹੁਤ ਕੀਤੀ। ਕੋਸਮੋਪੋਲਿਟਨ ਦੇ ਸਪੇਸ ਦੇ ਅੰਦਰ ਹਾਈਬ੍ਰਿਡਿਟੀ ਦਾ ਸਪੇਸ ਹੈਗਾ। ਇਹ ਨੈਟਵਰਕ ਕੇਵਲ ਟ੍ਰਾਂਜੈਕਸ਼ਨਲ ਨਹੀਂ ਹੋ ਸਕਦੇ, ਬਹੁਤ ਜ਼ਿਆਦਾ ਕਲਚਰਲ ਵੀ ਹੋਣ, ਟ੍ਰਾਂਜੈਕਸ਼ਨਲ ਨਹੀਂ, ਸਿੰਪਲ ਹੈ ਕੇਵਲ ਖਰੀਦ ਫਰੋਖਤ ਦੇ ਅਲਾਈਐਂਸਿਸ ਨਹੀਂ ਹੈਗੀਆਂ। ਤੇ ਇਸ ਸਪੇਸ ਦੇ ਅੰਦਰ ਜਿੱਥੇ ਸਾਰੇ ਬੰਦੇ, ਇੱਕ ਬਹੁਤ ਵੱਡਾ ਥਿੰਕਰ ਹੈਗਾ ਕਿ ਐਂਥਨੀ ਪਈਆ, ਉਹ ਇੱਕ ਸ਼ਬਦ ਇਸਤੇਮਾਲ ਕਰਦਾ ਹੈ। ਉਹ ਪਹਿਲਾਂ ਤਾਂ ਕਹਿੰਦਾ ਕਲਚਰਲ ਪਿਓਰਿਟੀ ਹੈ ਨਾ, ਇਸ ਤੋਂ ਵੱਡਾ ਆਕਸੀਮੋਰਨ ਕੋਈ ਨਹੀਂ, ਆਪਣੇ ਆਪ ਚ ਕੰਟਰਡਿਕਸ਼ਨ ਹੈ ਕਲਚਰਲ ਪਿਓਰਿਟੀ, ਹੋ ਸਕਦੀ ਨਹੀਂ ਕੋਈ। ਕਲਚਰਲ ਪਿਓਰਿਟੀ ਇਜ਼ ਅ ਮਿਥ ਐਂਡ ਐਨ ਆਕਸੀਮੋਰਨਿਕ ਮਿਥ। ਦੂਜਾ ਇੱਕ ਉਹ ਸ਼ਬਦ ਇਸਤੇਮਾਲ ਕਰਦਾ, ਬੜਾ ਕਮਾਲ ਦਾ ਸ਼ਬਦ ਹੈ। ਉਹਨੇ ਇੱਕ ਕੋਸਮੋਪੋਲਿਟਨਸ ਦੀ ਕਿਤਾਬ ਲਿਖੀ, ਉਹ ਕਹਿੰਦਾ ਉਹਦਾ ਇੱਕ ਟਰਮ ਹੈ ਕੋਸਮੋਪੋਲਿਟਨ ਕੰਟੈਮੀਨੇਸ਼ਨ। ਕੋਸਮੋਪੋਲਿਟਨ ਕੰਟੈਮੀਨੇਸ਼ਨ ਉਹ ਕੰਟੈਮੀਨੇਸ਼ਨ ਨੂੰ ਕਿਸੇ ਐਥੀਕਲ ਬਰਡਨ ਦੇ ਅੰਦਰ ਦਬਾਉਂਦੇ। ਉਹ ਕਹਿੰਦਾ this is a moment to celebrate, this is something to celebrate। ਇਹਨੂੰ ਤੁਸੀਂ ਅੱਛੀ ਤਰ੍ਹਾਂ ਜੀਓ। ਸਾਡੇ ਇੱਕ ਤਰ੍ਹਾਂ ਦਾ ਕਿ ਲਿੰਗੁਇਸਟਿਕ ਪਿਓਰਿਟੀ ਦੀ ਜੋ ਜਿਹੜੀ ਫਿਕਸ਼ਨਲ ਪਿਓਰਿਟੀ ਲਿੰਗੁਇਸਟਿਕ ਪਿਓਰਿਟੀ ਕਰਨਾ, ਮੋਨੋਲਿੰਗੁਅਲਿਜ਼ਮ ਦੀ ਗੱਲ ਜਿਹੜੀ ਲੋਕ ਕਰਦੇ ਆ, ਉਹ ਅਗੇਨ ਮੈਨੂੰ ਫਿਰ ਉਹ ਜੋ ਬਾਰ-ਬਾਰ ਕਹੋਗੇ ਕਿ ਡਰੇਡਾ ਦਾ ਨਾਮ ਲੈ ਰਿਹਾ। ਡਰੇਡਾ ਨੇ ਕਿਹਾ ਕਿ ਜਿਹੜੀ ਲੈਂਗੁਏਜ ਮੈਂ ਬੋਲਦਾ, ਮੈਨੂੰ ਪਤਾ ਉਹ ਲੈਂਗੁਏਜ ਮੇਰੀ ਹੈ ਹੀ ਨਹੀਂ। ਡਰੇਡਾ ਕੈਨ ਬੀ ਵੈਰੀ ਨੋਟੀ ਆਲਸੋ ਐਟ ਟਾਈਮਸ, ਤਾਂ ਮੈਂ ਕਹਿ ਰਿਹਾ ਕਿ ਇਨ ਦ ਲੈਂਡ ਆਫ ਲੈਂਗੁਏਜ ਸੇ ਵੀ ਆਰ ਆਲ ਇੰਟਰਲੋਪਰਸ। ਮੈਂ ਨਹੀਂ ਕਹਿ ਰਿਹਾ, ਡਰੇਡਾ ਕਹਿ ਰਿਹਾ that in the land of language we are all interlopers। ਤਾਂ ਜਿੱਥੇ ਤੁਹਾਡੀ ਲੈਂਗੁਏਜ ਇਸ ਤਰ੍ਹਾਂ ਦੀ ਹਾਈਬ੍ਰਿਡਿਟੀ ਤੋਂ ਪੈਦਾ ਹੋਵੇ, ਜਿੱਥੇ ਤੁਹਾਡਾ, ਇਹ ਕੇਵਲ ਲੈਂਗੁਏਜ ਦੀ ਗੱਲ ਨਹੀਂ ਕਰ ਰਿਹਾ ਮੈਂ, ਇਹ ਕੇਵਲ ਲੈਂਗੁਏਜ ਦੀ ਗੱਲ ਨਹੀਂ ਹੈਗੀ, ਇਹ ਗੱਲ ਹੈ ਪੂਰੇ ਕਲਚਰਲ ਡਿਸਕੋਰਸ ਦੀ। ਉੱਥੇ ਲੈਂਗੁਏਜ ਹੋ ਸਕਦੀ ਹੈ, ਉੱਥੇ ਵਿਸ਼ ਹੋ ਸਕਦੀ ਹੈ, ਉੱਥੇ ਖਾਣ ਪਾਨ ਹੋ ਸਕਦਾ ਹੈ। ਉਹ ਕਲਚਰਲ ਕੰਟੈਮੀਨੇਸ਼ਨ ਕੇਵਲ ਲੈਂਗੁਏਜ ਦੇ ਲੈਵਲ ਤੇ ਨਹੀਂ ਹੈਗਾ। ਤਾਂ ਮੈਂ ਕਹਿ ਰਿਹਾ ਸੀ, ਜਦੋਂ ਇਸ ਤਰ੍ਹਾਂ ਦਾ ਅਸੀਂ ਇਸ ਤਰ੍ਹਾਂ ਦੀ, ਇੱਕ ਤਾਂ ਮੈਂ ਆਪਣੇ ਫੀਲਡ ਨੂੰ ਬਹੁਤ ਕੰਪਲੈਕਸ ਆਲਰੇਡੀ ਬਣਾਤਾ ਕਿ ਕਿੰਨਾ ਫੈਲਿਆ ਹੋਇਆ ਹੈ, ਕਿੰਨਾ ਉਹਦਾ ਵਿਸਤਾਰ ਹੈ, ਕਿੰਨੇ ਉਹਦੇ ਆਊਟਪੋਸਟ ਹੈਗੇ ਦੂਰ ਦੂਰ ਤੱਕ ਫੈਲੇ ਹੋਏ। ਦੂਜਾ ਮੈਂ ਇਹ ਵੀ ਕਹਤਾ ਕਿ ਇਹ ਇੱਥੇ ਜਿਹੜੀ ਮੈਕਰੋ ਡਾਇਮੈਂਸ਼ਨ ਤਾਂ ਬਹੁਤ ਮਾਈਕਰੋ ਲੈਵਲ ਦੇ ਅੰਦਰ ਵੀ ਬੜੀ ਕੰਪਲੈਕਸਿਟੀਜ਼ ਹੈਗੀਆਂ। ਮਾਈਕਰੋ ਲੈਵਲ ਅੰਦਰ ਵੀ ਬੜੀ ਕਿਸਮ ਦੇ ਫਲੋਜ਼ ਹੈਗੇ, ਡਾਇਲੋਜਿਕ ਫਲੋਜ਼ ਹੈਗੇ, ਹਾਈਬ੍ਰਿਡ ਆਇਡੈਂਟੀਟੀਜ਼ ਫਾਰਮ ਹੁੰਦੀਆਂ ਉੱਥੇ। ਜੇ ਇਸ ਤਰ੍ਹਾਂ ਦਾ ਸਾਡਾ ਕੈਨਵਸ ਹੈਗਾ, ਤਾਂ ਮੈਂ ਦੱਸਦਾ ਇਸ ਨੂੰ ਇੰਪਲੋਟ ਕਰਨਾ ਆਪਣੇ ਆਪ ਨੂੰ, ਬਿਕੋਜ਼ when you frame a syllabus, or frame an anthology for say on writings of Punjab, ਤਾਂ ਇੱਕ ਬਹੁਤ ਵੱਡਾ ਚੈਲੰਜ ਖੜਾ ਹੁੰਦਾ। ਆਫ ਕੋਰਸ ਉਹ ਚੈਲੰਜ ਇੱਕ ਕਲੈਕਟਿਵ ਟੀਮ ਦੇ ਨਾਲ ਹੀ ਸ਼ੇਅਰ ਕੀਤਾ ਜਾਂਦਾ, ਕਲੈਕਟਿਵ ਟੀਮ ਨੇ ਬਣਾਇਆ, ਉਹਨੂੰ ਬੈਠ ਕੇ ਅਸੀਂ ਨਿਪਟਾਂਗੇ। ਤਾਂ ਮੈਂ ਦੇਖ ਰਿਹਾ, ਮੈਂ ਜਦੋਂ ਦੇਖਣ ਲੱਗਾ ਸਿਲੇਬਸ, ਤਾਂ ਉਸ ਦੇ ਅੰਦਰ ਕਬੀਰ ਵੀ ਹੈਗਾ, ਰਵਿਦਾਸ ਵੀ ਹੈਗਾ,
दोनों ही मतलब कि ਤੁਸੀਂ इसलिए क्योंकि these poets are poets of Guru Granth Sahib, so they travel in the syllabus, but they are not poets of the so called today's mainstream Punjab, but they are there. ਅਸੀਂ ਉੱਥੇ ਜ਼ਫਰਨਾਮਾ ਰੱਖਿਆ ਪਰਸ਼ੀਅਨ ਰਾਈਟਿੰਗ, ਆਫ ਕੋਰਸ ਅਸੀਂ ਪੜ੍ਹਾਉਂਦੇ ਸਾਰੀ ਰਾਈਟਿੰਗਸ ਨੂੰ ਟ੍ਰਾਂਸਲੇਸ਼ਨ ਦੇ ਅੰਦਰ ਹੀ ਹੈ, ਇੰਗਲਿਸ਼ ਟ੍ਰਾਂਸਲੇਸ਼ਨ ਦੇ, ਉਹ ਸਾਡੀ ਇੱਕ ਡਿਪਾਰਟਮੈਂਟ ਦੀ ਲੋਕੇਸ਼ਨ ਹੈ, ਉਹਨੂੰ ਅਸੀਂ ਨਿਭਾਉਣਾ ਪੈਂਦਾ ਹੈ। ਮੈਂ ਦੂਜਾ ਇਹ ਵੀ ਕਹਿਣਾ ਕਿ ਜਿਉਂ ਤੁਸੀਂ ਪੜ੍ਹਾਓ, ਮਤਲਬ ਤੁਸੀਂ ਇਹਨਾਂ ਨੂੰ, ਮੈਂ ਹੁਣ ਤੁਸੀਂ ਕਿੱਸਾ ਪੜ੍ਹਾਓ, ਫੋਰ ਇੰਸਟੈਂਸ ਕਿੱਸਾ ਹੀਰ ਪੜ੍ਹਾਓ, ਮਤਲਬ ਉਹਨੂੰ ਤੁਸੀਂ ਕਿੱਸੇ ਹੀਰ ਨੂੰ ਕਿਵੇਂ ਇੱਕ ਵਾਈਕ ਉਹਨੂੰ ਕਿਵੇਂ ਇੱਕ ਗੈਟਵਾਈਜ਼ਡ ਪ੍ਰਿਜ਼ਮ ਦੇ ਥਰੂ ਉਹਨੂੰ ਟੈਕਲ ਕਰ ਸਕਦੇ ਹੋ। ਕਿਸੇ ਦੇ ਤੁਹਾਨੂੰ ਲੋਕਲ ਵੇਰੀਐਂਟ, ਕਿਸੇ ਦੇ ਤੁਹਾਨੂੰ ਗਲੋਬਲ ਵੇਰੀਐਂਟਸ, ਕਿਸੇ ਦੇ ਹੋਰ ਕਲਚਰ ਦੇ ਵੇਰੀਐਂਟ ਤੁਹਾਨੂੰ ਜ਼ਿਕਰ ਕਰਨਾ ਪੈਂਦਾ ਕਲਾਸ ਦੇ ਅੰਦਰ। ਫਿਰ ਕਿੱਸਾ ਕਿਵੇਂ ਟਰੈਵਲ ਕੀਤਾ ਫਰਮ ਜਨਰੇਸ਼ਨ ਟੂ ਜਨਰੇਸ਼ਨ, ਕਿਵੇਂ ਉਹਨੂੰ ਉਸ ਕਿੱਸੇ ਦੇ ਜਿਹੜੇ ਆਰਕੀਟਾਈਪਸ ਹੈ, ਟ੍ਰੋਪਸ ਹੈ, ਉਹਨਾਂ ਦੇ ਜੋ ਕੈਰੈਕਟਰਸ ਆ, ਉਹਨਾਂ ਨੂੰ ਕਿਵੇਂ ਰੀਰਾਈਟ ਕੀਤਾ ਹੈ ਅਕ੍ਰੋਸ ਜਨਰੇਸ਼ਨਸ, ਪੀਪਲ ਅਕ੍ਰੋਸ ਦੀ ਪੰਜਾਬੀ ਸਪਰੈਡ ਓਵਰ ਪੰਜਾਬੀ ਕੋਸਮੋਪੋਲਿਸ। ਇਹਦੇ ਤੁਸੀਂ ਇੱਕ ਸਿਰਫ ਕਿੱਸਾ ਪੂਰਨ ਲੈ ਲਓ, ਕਿੰਨੀਆਂ ਰੀਰਾਈਟਿੰਗਸ ਹੋਈਆਂ। यदि इसी प्योरिटी के फ्रेमवर्क में तो रीराइटिंग तो पॉसिबल ही नहीं, फिर तो प्योरिटी तो कितनी रीराइटिंग्स होती हुई हैं, तो किहड़े पक्षों नहीं हुई, हाले भी चल रही हैं। किन्ने ड्रामे, किन्ने मतलब कि तुसी किस्सा पूर्ण वक्त घट्टो घट्ट 15-20 तो मैं जानना, वो किवें ट्रैवल किया इस पूरे कॉस्मोपोलिस के अंदर। तो मेरा तो ये मानना है कि जो कल्चरल जो कॉस्मोपोलिस जो कॉस्मोपोलिस की मैं गल कर रहा हूँ, वो कोई होमोजेनस स्पेस तो है नहीं। कॉस्मोपोलिस का मतलब इसलिए असं शब्द कॉस्मोपोलिस इस्तेमाल कर रहे हैं, ऐसे यूनिवर्सलिज्म इस्तेमाल नहीं कर रहे, पंजाबी यूनिवर्सलिज्म या पंजाबी ग्लोबलिज्म मैं नहीं इस्तेमाल कर रहा, बिकॉज कॉस्मोपोलिटिज्म के अंदर हेट्रोजेनिटी बनी रहती है। यूनिवर्सलिज्म अंदर हेट्रोजेनिटी खत्म हो जाती है, तो होमोजेनिटी तब्दील हो जाती है। तो तुसी ये देखो, तुसी इस कॉस्मोपोलिस के अंदर असी जो मैं क्या कि असी जो बनाने अपना ये सारा सिलेबस वगैरह, तो मैंने कई बार लगता है कि एक सानू बहुत लैंग्वेजेस दी जिहड़ियां बाउंड्रीज हैगियां जो असी इंप्रिजनमेंट्स खड़ी करने हैं, इन्हां तो बाहर निकलना पैना। जिन्नियां भी मैं फिर असी तो इंग्लिश राइटर्स भी जिन्होंने दलजीत नागर है, ਉਹਦੀ अंग्रेजी कवितावां असी रखी हैं सिलेबस के अंदर, राइटिंग्स पंजाब के अंदर। खुशवंत सिंह है, ਉਹਦਾ ट्रेन टू पाकिस्तान असी पंजाबी राइटिंग्स फ्रॉम पंजाब च इंक्लूड किया है। ये जो इसलिए मैं उस पंजाब की कल्पना नहीं करता। मेरे पंजाब मोहन सिंह भी है, मेरे पंजाब अमृता प्रीतम भी है, मेरे पंजाब के अंदर यशपाल भी है, मेरे पंजाब के अंदर अगे भी है, मेरे पंजाब के अंदर खुशवंत भी है, राजिंदर सिंह बेदी भी है, फैज भी है। केवल असी इस कॉस्मोपोलिटिज्म उदों दा बड़े किसी चंगे मूड उदों चंगे मूड च होइए तो साडा पंजाब है ना, अदरवाइज असी पंजाब जिवें अवतार जी ने कहा कि असी सिंगुड़ते जा रहे हैं। जिहड़ा एक सेंट्रीपिटल ते सेंट्रीफ्यूगल, ये दो टेंडेंसीज जिहड़ियां, ये असी सेंट्रीपिटल तो होके रह सकते ही नहीं। सेंट्रीपिटल तो एक सोसाइटल दा डिस्कोर्स हैगा, ये सोसाइटल डिस्कोर्स है, सेंट्रीपिटल डिस्कोर्स। जो एक सेंट्रीफ्यूगल डिस्कोर्स है वो खतरे कि बहुत ज्यादा डिस्पर्स ना हो जाए बियॉन्ड कंट्रोल। बट मैं जो कह रहा कि देर वो जी एक प्रोडक्टिव टेंशन क्रिएट करते दोनों फोर्सेस, ਉਹਦੇ ਵਿੱਚ एक कॉस्मोपोलिस प्लेस्ड है। ये पंजाबी कॉस्मोपोलिस एक स्पेस ऑफ क्रिएटिव प्रोडक्टिव टेंशन ਦਾ स्पेस है। ਤੇ ਇੱਥੇ फिर मैं वो जो गल जो कहनी वो बड़ी इंपॉर्टेंट गल वो हैगी
ਕਿ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਅਸੀਂ ਇੱਥੇ ਕੋਈ ਹਾਇਰਾਰਕੀਜ਼ ਨਹੀਂ ਕ੍ਰੀਏਟ ਕਰੀਏ, ਲਿੰਗੁਇਸਟਿਕ ਹਾਇਰਾਰਕੀ, ਕਲਚਰਲ ਹਾਇਰਾਰਕੀਜ਼, ਰਿਲੀਜੀਅਸ ਹਾਇਰਾਰਕੀਜ਼। ਸਾਰੇ ਕਲਚਰਲ ਡਿਸਕੋਰਸਿਸ, ਰਿਲੀਜਨ ਦੇ ਹੋਣ, ਇਸਲਾਮ ਦੇ ਹੋਣ, ਸਿੱਖੀਜ਼ਮ ਦੇ ਹੋਣ, ਕ੍ਰਿਸਚੈਨਿਟੀ ਦੇ, ਉਹ ਸਾਰੇ ਸਾਨੂੰ ਲੈ ਕੇ ਨਾਲ ਚੱਲਣੇ ਪੈਣੇ। ਲੈਂਗੁਏਜ ਦੇ ਹੋਣ, ਉਰਦੂ ਦਾ ਹੋਵੇ, ਪਰਸ਼ੀਅਨ ਦਾ ਹੋਵੇ, ਆਫਕੋਰਸ ਪੰਜਾਬੀ ਤਾਂ ਹੈ ਹੀ, ਹਿੰਦੀ ਦਾ ਹੋਵੇ, ਸਾਰੇ ਡਿਸਕੋਰਸ ਇਹ ਅਦਰਵਾਈਜ਼ ਦੇ ਕੋਸਮੋਪੋਲਿਟਸ ਅਸੀਂ ਆਪਣੇ ਆਪ ਆਪਣੇ ਪੈਰਾਂ ਤੋਂ ਖੜੇ ਮਾਰ ਕੇ ਟਰੰਕੇਟ ਕਰਦੇ ਚਲੇ ਜਾਵਾਂਗੇ। ਉਹ ਇਹਦੀ ਮੈਂ ਦੱਸਿਆ ਆਲਰੇਡੀ ਅਸੀਂ ਪ੍ਰੋਗਰੈਸਿਵ ਇਹਨੂੰ ਟਰੰਕੇਟ ਕਰਦੇ ਜਾ ਰਹੇ ਹਾਂ। ਤੇ ਇਹ ਜਦੋਂ ਇਸ ਤਰ੍ਹਾਂ ਦਾ ਅਸੀਂ ਬਣਾਉਂਦੇ ਨਾ ਵਰਤਾਰਾ, ਜਦੋਂ ਅਸੀਂ ਇਹ ਸਾਰੇ ਕੋਈ ਲੈਂਗੁਏਜ ਕਿਸ ਤੋਂ ਸੁਪੀਰੀਅਰ, ਕਿਸ ਤੋਂ ਇਨਫੀਰੀਅਰ ਨਹੀਂ, ਕੋਈ ਰਿਲੀਜੀਅਸ ਡੋਮੀਨੇਸ਼ਨ ਘੱਟ ਨਹੀਂ, ਜ਼ਿਆਦਾ ਨਹੀਂ, ਤਾਂ ਪੋਸੀਬਲ ਹੈ। ਅਦਰਵਾਈਜ਼ ਤਾਂ ਰੈਟਰਿਕ ਹੈ। ਅਦਰ ਨਾਰਾ ਇਹਨਾਂ ਅਦਰਵਾਈਜ਼ ਤਾਂ ਉਹ ਪੰਜਾਬੀ ਸਾਡਾ, ਇਹ ਪੰਜਾਬੀ ਸਾਡਾ, ਉਹ ਵੀ ਪੰਜਾਬੀ ਸਾਡੇ, ਇਹ ਵੀ ਪੰਜਾਬੀ ਸਾਡੇ। ਜਦੋਂ ਮੈਂ ਦੇਖਣਾ ਇੱਥੇ ਫਾਲਸ ਕਿਸਮ ਦੀ ਬਾਈਨਰੀਜ਼, ਉੱਥੋਂ ਦੇ ਪੰਜਾਬੀ, ਇੱਥੋਂ ਦੇ ਪੰਜਾਬੀ, ਦਿੱਲੀ ਦੇ ਪੰਜਾਬੀ, ਚੰਡੀਗੜ੍ਹ ਦੇ ਪੰਜਾਬੀ, ਮੈਨੂੰ ਤਾਂ ਕਈ ਵਾਰ ਬੜਾ ਲੱਗਦਾ ਕਿ ਕੀ ਅਸੀਂ ਬਾਈਨਰੀਜ਼ ਬਣਾ ਕੇ ਬੈਠੇ ਹਾਂ। ਤਾਂ ਅਸੀਂ, ਮੈਂ ਕਹਿ ਰਿਹਾ ਸੀ ਕਿ ਜੋ ਆਫਕੋਰਸ ਸਿਲੇਬਸ ਦੇ ਬਣਾਉਣ ਦਾ ਇੱਕ ਮੈਂ ਦੱਸਿਆ, ਇੱਕ ਉਹ ਦੱਸਿਆ ਕਿ ਉਹਦੇ ਪਿੱਛੇ ਵੀ ਇੱਕ ਸੋਚ ਹੈ। ਉਹ ਸੋਚ ਇਹ ਹੈ ਕਿ ਟੈਂਟੇਟਿਵ ਲੈਵਲ ਤੇ ਉਹ ਸੋਚ ਇੱਕ ਵਨ ਟਾਈਮ ਬਲੂਪ੍ਰਿੰਟ ਨਹੀਂ ਹੈਗਾ, ਬਿਲਕੁਲ ਵੀ ਨਾ ਹੋ ਸਕਦਾ ਹੈ। ਇਹ ਜਿਹੜਾ ਅਸੀਂ ਜਿਸ ਕੋਸਮੋਪੋਲਿਸ ਦੀ ਮੈਂ ਕਲਪਨਾ ਕਰ ਰਿਹਾ, ਉਹ ਵਨ ਟਾਈਮ ਕੋਸਮੋਪੋਲਿਸ ਨਹੀਂ ਹੈਗਾ। ਉਹ ਕੋਈ ਵਨ ਟਾਈਮ ਇਵੈਂਟ ਨਹੀਂ ਹੈਗਾ ਕਿ ਹੋ ਗਿਆ ਤਾਂ ਅੱਗੇ ਹੁਣ ਉਹ ਖਤਮ ਹੋ ਗਿਆ ਉੱਥੇ, ਉਦੋਂ ਰੁਕ ਗਿਆ ਉੱਥੇ। ਇੱਕ ਡਾਇਨਾਮਿਕ ਪਰਪੈਚੁਅਲ ਇਵੈਂਟ ਹੈਗਾ। ਇਹ ਕੋਸਮੋਪੋਲਿਸ ਆਲਵੇਜ਼ ਇਨ ਦੀ ਸਟੇਟ ਆਫ ਮੇਕਿੰਗ ਹੈਗਾ। ਇਸ ਦੇ ਅੰਦਰ ਇਹ ਰਾਈਟਰਸ ਪ੍ਰੋਗਰੈਸਿਵਲੀ ਆਉਣਗੇ, ਨਿਕਲਣਗੇ, ਹੋਰ ਜੋੜਨਗੇ, ਇਹ ਚੱਲਦਾ ਰਹੂਗਾ। ਬਿਕੋਜ਼ ਜੋ ਮੈਂਡੇਟ ਹੈ ਨਾ, ਜੋ ਮੈਂਡੇਟ ਹੈਗਾ, ਉਹ ਮੈਂਡੇਟ ਇਹ ਨਹੀਂ ਵੀ ਕਿਹੜੀ ਲੈਂਗੁਏਜ ਕਿਸ ਪ੍ਰਪੋਰਸ਼ਨ ਰਿਪਰੈਜ਼ੈਂਟ ਹੋਈ। ਇਹ ਜਿਹੜਾ ਅਸੀਂ ਅਰਥਮੈਟਿਕਸ ਪੈ ਜਾਂਦੇ ਹਾਂ ਨਾ, ਇਹ ਬਹੁਤ ਚੰਗੀ ਗੱਲ ਨਹੀਂ ਅਰਥਮੈਟਿਕਸ ਪੈ ਜਾਣਾ। ਅਰਥਮੈਟਿਕ ਦੀ ਗੱਲ ਨਹੀਂ, ਗੱਲ ਇਹ ਕਿ ਉਹ ਨੈਰੇਟਿਵ ਜੋ ਬਣਿਆ, ਉਹ ਨੈਰੇਟਿਵ ਦੇ ਅੰਦਰ ਕੋਈ ਇੱਕ ਸਪੇਸ ਆਫ, ਫਿਰ ਮੈਂ ਬਾਤ ਕਰ ਰਿਹਾ, ਨੈਰੇਟਿਵ ਜੋ ਹੈ ਕਿ ਜ਼ੋਨ ਹੈ ਜਿੱਥੇ ਅੰਦਰ ਸਾਰੇ ਕਰੈਕਟਰ ਮਿਲ ਕੇ ਆਪਸ ਵਿੱਚ ਗੱਲਬਾਤ ਕਰਦੇ ਨੇ। ਇਹ ਜ਼ੋਨ ਆਫ, ਜੋ ਮੈਂ ਬਾਰ-ਬਾਰ ਸ਼ਬਦ ਕਰ ਰਿਹਾ, ਰਿਸਪੈਕਟੇਬਲ ਡਾਇਲੌਗ ਹੈ। ਉਸ ਦੇ ਅੰਦਰ ਇਹ ਅਸੀਂ ਪ੍ਰਪੋਰਸ਼ਨ ਦੀ ਗੱਲ ਨਾ ਕਰੀਏ ਵੀ ਇੰਨੀਆਂ ਅੰਗਰੇਜ਼ੀ ਦੀ ਕਵਿਤਾਵਾਂ ਆ ਗਈਆਂ, ਇੰਨੀਆਂ ਪੰਜਾਬੀ ਦੀ ਆ ਗਈਆਂ, ਇਹ ਨਹੀਂ ਆ, ਉਹ ਨਹੀਂ ਆ, ਇਸ ਪੈ ਗਿਆ। ਤਾਂ ਅਸੀਂ ਦੇਖਣਾ ਕਿ ਇਹ ਨੈਰੇਟਿਵ, ਇਹਦੀ ਨੈਰੇਟਿਵ ਦੀ ਸੰਭਾਵਨਾਵਾਂ, ਇਹਦੀ ਨੈਰੇਟਿਵ ਦੀ ਅੱਗੇ ਦੇ ਚੈਲੰਜਸ ਉਹ ਕਵਰ ਹੁੰਦੇ ਨਹੀਂ ਹੁੰਦੇ। ਸਾਡਾ ਚੈਲੰਜ ਤਾਂ ਇਹ ਹੈ। ਮੈਨੂੰ ਇਹ ਲੱਗਦਾ ਕਿ ਅਸੀਂ ਜੋ ਅੰਗਰੇਜ਼ੀ ਡਿਪਾਰਟਮੈਂਟ ਬੈਠੇ ਹਾਂ, ਸਾਡੇ ਕੋਲ ਇੱਕ ਤਰ੍ਹਾਂ ਦਾ ਐਡਵਾਂਟੇਜ ਇਹ ਹੈ ਕਿ ਅਸੀਂ, ਮੈਂ ਫਿਰ ਵੀ ਕਿਹਾ ਕਿ ਅਸੀਂ ਥੋੜਾ ਜਿਹਾ ਨਾ ਉਹ ਜਿਹੜੇ ਸਾਡੇ ਕੋਲ ਵਰਲਡ ਲਿਟਰੇਚਰ ਦੇ ਮਾਡਲਸ ਗਾਟੇ ਨੇ ਦਿੱਤੇ, ਜਾਂ ਹੋਰ ਬਾਹਰ ਵਰਲਡ ਲਿਟਰੇਚਰ ਦੀ ਡਿਬੇਟਸ ਜਿਹੜੀਆਂ ਚੱਲ ਰਹੀਆਂ, ਉਹ ਸਾਡੇ ਕੋਲ ਮਾਡਲ ਸਾਨੂੰ ਕਿਤੇ ਨਾ ਕਿਤੇ ਸਾਨੂੰ ਇਨੇਬਲ ਕਰਦੇ। ਵਰਲਡ ਲਿਟਰੇਚਰ ਦੀ ਕਲਪਨਾ ਨੂੰ ਲੈ ਕੇ ਕਈ ਤਰ੍ਹਾਂ ਦੀ ਡਿਬੇਟਸ, ਮੈਂ ਇੱਥੇ ਚਲੋ ਦੂਜਾ ਡਿਸਕੋਰਸ ਉਹ ਮੈਂ ਛੇੜਨਾ ਚਾਹੁੰਦਾ ਇੱਥੇ, ਕਿ ਵਰਲਡ ਲਿਟਰੇਚਰ ਕੀ ਹੁੰਦਾ ਹੈ। ਉਹ ਕੀ ਐਗਰੀਗੇਸ਼ਨ ਹੈ, ਇਹ 4-5-6 ਚੀਜ਼ਾਂ ਦਾ ਐਗਰੀਗੇਸ਼ਨ ਹੈ। ਉਹ ਐਗਰੀਗੇਸ਼ਨ ਦੇ ਮਾਡਲ ਰਿਜੈਕਟ ਕਰਤਾ ਸੀ, ਕਿਉਂਕਿ ਗਾਟੇ ਨੇ ਜਿਹੜਾ ਵਰਲਡ ਲਿਟਰੇਚਰ ਦਾ ਮਾਡਲ ਦਿੱਤਾ ਸੀਗਾ ਕਿ ਵੀ ਉਹ ਐਗਰੀਗੇਸ਼ਨ ਆਫ ਯੂਰੋਪੀਅਨ ਲਿਟਰੇਚਰਸ, ਈਚ ਨੇਸ਼ਨ ਫਰਮ ਯੂਰਪ, ਉਹ ਤਾਂ ਅਸੀਂ ਨਹੀਂ ਰਿਹਾ। ਅਸੀਂ ਤਾਂ ਜਦੋਂ ਅਸੀਂ ਜਦੋਂ ਨੈਰੇਟਿਵ ਬਣਾਇਆ, ਜਾਂ ਅਸੀਂ ਜਦੋਂ ਨੈਰੇਟਿਵ ਬਣਾਉਂਦੇ ਆ, ਬਣਾਉਣਾ ਕਦੇ ਅੱਗੇ ਵੀ, ਅਸੀਂ ਨੈਰੇਟਿਵ ਦੀ ਆਪਣੀ ਐਸਥੈਟਿਕਸ, ਨੈਰੇਟਿਵ ਦੀ ਆਪਣੀ ਟੈਨਸ਼ਨਸ ਕਵਰ ਹੁੰਦੀਆਂ ਨਹੀਂ ਹੁੰਦੀਆਂ ਉਹਦੇ ਅੰਦਰ। ਅਸੀਂ ਐਗਰੀਗੇਸ਼ਨ ਨਹੀਂ ਦੇਖਣਾ ਉੱਥੇ। ਹੁਣ ਕੱਲ ਨੂੰ ਕਿਸੇ ਨੇ ਯੂਰੋਪੀਅਨ ਲਿਟਰੇਚਰ ਦਾ ਮਾਡਲ ਬਣਾਉਂਦਾ, ਇਹ ਥੋੜਾ ਕਿ ਵੀ 2 ਰਾਈਟਿੰਗ ਦੇ ਅੰਗਰੇਜ਼ੀ ਦੇ ਲੈ ਲਓ, 2 ਫਰਾਂਸ ਦੇ ਲੈ ਲਓ, 2 ਜਰਮਨੀ ਦੇ ਲੈ ਲਓ, 2 ਸਵੀਡਨ ਦਾ, ਅਸੀਂ ਯੂਰਪ, ਇਹ ਅਰਥਮੈਟਿਕ ਨਹੀਂ ਚੱਲਣਾ ਨਾ। ਇੱਥੇ ਅਰਥਮੈਟਿਕ ਅਸੀਂ ਪੰਜਾਬੀ ਕੋਸਮੋਪੋਲਿਸ ਦੇ ਫਰੇਮਵਰਕ ਚਲਾਉਣਾ ਚਾਹੁੰਦੇ ਹਾਂ।
ਇਸ ਕੌਸਮੋਪੋਲਿਸ ਦੇ ਅੰਦਰ ਇਹ ਜੋ ਅਸੀਂ ਫਿਰ ਮੈਂ ਕਹਿ ਰਿਹਾ ਬਾਰ-ਬਾਰ ਕਿ ਇਹ ਜੋ ਨੋਨ ਹਾਇਰਾਰਕੀਕਲ ਚੀਜ਼ਾਂ ਕਦੋਂ ਹੁੰਦੀਆਂ ਕੋਈ ਵੀ ਇਹਦੇ ਅੰਦਰ ਕੰਪੋਨੈਂਟ ਜਿਹੜਾ ਉਹ ਇੱਕ ਆਪਣੀ ਇਨਹੈਰੈਂਟ ਕਲਚਰਲ ਸਪਿਰਿਟੀ ਨੂੰ ਕਲੇਮ ਨਹੀਂ ਕਰ ਸਕਦਾ ਹੈ। ਬਾਲੀਵੁੱਡ ਹੁਣ ਤੁਸੀਂ ਕਈ ਲੋਕ ਕਹਿੰਦੇ ਜੇ ਪੰਜਾਬੀ 뮤직 ਚੱਲਿਆ ਪੌਪ 뮤직 ਚੱਲਿਆ ਜਿਹੜੇ ਪਿਉਰਿਟਨ ਹੈਗੇ ਵੀ ਇਹ ਕਿਉਂ ਪਿਉਰਿਟਨ ਨੂੰ ਬੜਾ ਅਫਸੋਸ ਇਸ ਗੱਲ ਦਾ ਕਿ ਪੰਜਾਬੀ 뮤직 ਦਾ ਪੱਠਾ ਬੈਠ ਗਿਆ। ਬਾਲੀਵੁੱਡ ਦੇ ਅੰਦਰ ਐਵੇਂ ਹੀ ਐਗਜ਼ੋਟਿਸਾਈਜ਼ ਕਰਤਾ ਪੰਜਾਬੀ ਬਿਗ ਫੈਟ ਵੈਡਿੰਗਸ ਨੂੰ ਤੇ ਹੋ ਦੇਖੋ ਕੌਸਮੋਪੋਲਿਸ ਦੇ ਅੰਦਰ ਮੈਂ ਫਿਰ ਉਹ ਬਾਰ-ਬਾਰ ਗੱਲ ਕਹਿ ਰਿਹਾ ਹਾਈਬ੍ਰਿਡਿਟੀ ਇਹ ਚੱਲੂਗੀ ਉਸ ਹਾਈਬ੍ਰਿਡਿਟੀ ਤੋਂ ਤੁਹਾਡਾ ਵਾਂਟੇਜ ਪੁਆਇੰਟ ਤੁਸੀਂ ਕਿਵੇਂ ਕਿਸ ਵਾਂਟੇਜ ਪੁਆਇੰਟ ਤੋਂ ਤੁਸੀਂ ਦੇਖਣਾ ਚਾਹੁੰਦੇ ਹੋ। ਤੁਸੀਂ ਦੇਖਣਾ ਚਾਹੁੰਦੇ ਹੋ ਉਹਨੂੰ ਕਿ ਉੱਥੇ ਕੋਈ ਉੱਥੇ ਬਹੁਤ ਜ਼ਿਆਦਾ ਕਿ ਕੰਟੈਮੀਨੇਸ਼ਨ ਹੋ ਗਿਆ ਤਾਂ ਮੇਰਾ ਮੈਂ ਤਾਂ ਕੋਈ ਬਹੁਤ ਮੈਂ ਚਾਹੁੰਦਾ ਕਿ ਜਿਹੜੇ ਕਿਉਂਕਿ ਮੈਂ ਜਿਹੜਾ ਬੇਸਿਕਲੀ ਮਾਡਲ ਸ਼ੁਰੂ ਕੀਤਾ ਸੀ ਦਿਮਾਗ 'ਚ ਮੇਰੇ ਉਹ ਸ਼ੈਲਡਨ ਪੋਲਕ ਦਾ ਮਾਡਲ ਵੀ ਸੀਗਾ ਜਿਹਨੇ ਇੱਕ ਬਹੁਤ ਵੱਡਾ ਐਸੇ ਲਿਖਿਆ ਸੰਸਕ੍ਰਿਤ ਕੌਸਮੋਪੋਲਿਸ ਸੰਸਕ੍ਰਿਤ ਲੈਂਗੁਏਜ ਸੀਗੀ ਉਹ ਕਹਿੰਦਾ ਸੰਸਕ੍ਰਿਤ ਤੇ ਸਭ ਲੈਂਗੁਏਜ ਮੈਂ ਉਸ ਮਾਡਲ ਤੋਂ ਥੋੜਾ ਹਾਲਾਂਕਿ ਉਹ ਡਿਬੇਟ ਮੈਨੂੰ ਕਾਫੀ ਸਮੇਂ ਤੱਕ ਮੈਨੂੰ ਤੰਗ ਕਰਦੀ ਰਹੀ ਕਿ ਮੈਂ ਉਸ ਤੋਂ ਇਹ ਥੋੜਾ ਜਿਹਾ ਪਰ ਇਹ ਉਸ ਤੋਂ ਬੋਲੋ ਹਟ ਕੇ ਮੈਂ ਸੁਜੈਸਟ ਕੀਤਾ ਪੰਜਾਬੀ ਕੌਸਮੋਪੋਲਿਸ ਜਦੋਂ ਪੰਜਾਬੀ ਮੈਂ ਲੈਂਗੁਏਜ ਦੀ ਗੱਲ ਨਹੀਂ ਕਰ ਰਿਹਾ ਮੈਂ ਪੰਜਾਬੀ ਇੱਕ ਜੀਓਗ੍ਰਾਫਿਕਲ ਸਪੇਸ ਦੀ ਜਾਂ ਇੱਕ ਕਲਚਰ ਸਪੇਸ ਦੀ ਗੱਲ ਕਰ ਰਿਹਾ ਲੈਂਗੁਏਜ ਦੀ ਗੱਲ ਨਹੀਂ ਪੰਜਾਬੀ ਫॉर मी is more a function of a space rather than just a language ਮੈਂ ਇੱਥੇ ਆਪਣੀ ਮੈਨੂੰ ਲੱਗਦਾ ਕਿ ਦਰਸ਼ਨ ਸਿੰਘ ਜੀ if you come back we can have some dialogue some kind of a conversation ਤੇ ਉੱਥੇ ਕੁਝ ਹੋਰ ਗੱਲਾਂ ਕਰਾਂਗੇ। ਹਾਂਜੀ ਸਰ ਸੱਚਮੁੱਚ ਤੁਸੀਂ ਅੱਜ ਜਿਸ ਤਰ੍ਹਾਂ ਦੇ ਵਿਚਾਰ ਸਾਡੇ ਸਾਹਮਣੇ ਰੱਖੇ ਕਲਚਰਲ ਪਿਓਰਿਟੀ ਵੀ ਇਹ ਖੁਸ਼ ਹੋਣ ਵਾਲਾ ਰੁਝਾਨ ਨਹੀਂ ਹੈ ਔਰ ਕਲਚਰਲ ਕੰਟੈਮੀਨੇਸ਼ਨ ਇੱਕ ਸੈਲੀਬ੍ਰੇਸ਼ਨ ਵਾਲੀ ਚੀਜ਼ ਹੈ। ਇਸ ਤਰ੍ਹਾਂ ਸੈਂਟਰੀਪੀਟਲ ਅਤੇ ਸੈਂਟਰੀਫਿਊਗਲ ਇਹਦੇ ਬਾਰੇ ਤੁਸੀਂ ਦੱਸਿਆ ਅਤੇ ਖਾਸ ਤੌਰ 'ਤੇ ਅਰਥਮੈਟਿਕ ਮੈਂ ਦੇਖਿਆ ਵੀ ਸਾਡੇ ਪੰਜਾਬ ਵਿੱਚ ਅਕਸਰ ਲੋਕ ਗਿਣਤੀ ਮਿਣਤੀ 'ਚ ਬਹੁਤ ਪੈ ਜਾਂਦੇ ਆ ਕਿ ਪੰਜਾਬ ਦੀ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਇੰਨੀਆਂ ਸ਼ਹੀਦੀਆਂ ਹੋਈਆਂ ਉਹ ਜੇ ਇੰਨੇ ਪੰਜਾਬੀ ਸੀਗੇ ਇੰਨੇ ਫਲਾਣੇ ਸੀਗੇ ਇੰਨੇ ਉਹਦੇ ਵਿੱਚ ਵੀ ਜਿਹੜੀ ਕੋਈ ਕੰਟਰੀਬਿਊਸ਼ਨ ਹੈ ਜਿਹੜੀ ਦੇਸ਼ ਲਈ ਜਾਂ ਕਿਸੇ ਵੀ ਕਲਚਰ ਲਈ ਉਹਨੂੰ ਤੁਸੀਂ ਗਿਣਤੀਆਂ ਮਿਣਤੀਆਂ ਵਿੱਚ ਨਹੀਂ ਦੇਖ ਸਕਦੇ। ਅਤੇ ਸਰ ਬਹੁਤ ਹੀ ਵਧੀਆ ਤੁਹਾਡੀ ਗੱਲਬਾਤ ਵਿੱਚੋਂ ਨਵੀਆਂ ਚੀਜ਼ਾਂ ਮਿਲ ਰਹੀਆਂ ਅਤੇ ਇਹ ਜਿਹੜਾ ਤੁਸੀਂ ਪੇਪਰ ਦੀ ਗੱਲ ਕੀਤੀ ਆ ਅਸਲ ਵਿੱਚ ਉਸ ਪੇਪਰ ਕਰਕੇ ਹੀ ਤੁਹਾਡੇ ਤੱਕ ਅਸੀਂ ਪਹੁੰਚ ਕੀਤੀ ਆ। ਸਾਨੂੰ ਪਤਾ ਲੱਗਿਆ ਸੀਗਾ ਵੀ ਤੁਹਾਡਾ ਉਹਦੇ ਵਿੱਚ ਕਾਫੀ ਤੁਹਾਡੇ ਹਮਰਕਾਬ ਅਧਿਆਪਕ ਉਹਨਾਂ ਨਾਲ ਰਲ ਕੇ ਜਿਹੜਾ ਤੁਸੀਂ ਉਹ ਪੇਪਰ ਬਣਾਇਆ ਰਾਈਟਿੰਗਸ ਫਰੋਮ ਪੰਜਾਬ ਅਤੇ ਉਹਦੀ ਕਾਫੀ ਪਾਸੇ ਚਰਚਾ ਵੀ ਉਹਦੀ ਹੋ ਰਹੀ ਆ ਔਰ ਲੋਕਾਂ ਨੂੰ ਚੰਗਾ ਵੀ ਲੱਗ ਰਿਹਾ ਅਤੇ ਔਰ ਸਹੀ ਮਾਇਨੇ ਦੇ ਵਿੱਚ ਮੇਰੇ ਖਿਆਲ ਜਿਹੜੀ ਹਾਂਜੀ ਇਹ ਪਰਚਾ ਚਲਾ ਦਿੱਤਾ ਸੀ ਲੇਕਿਨ ਮੈਨੂੰ ਕਈ ਕਾਲਜਾਂ ਨੂੰ ਦੇਖੋ ਪਰਚਾ ਤਾਂ ਬਣਾਤਾ ਉਹ ਤਾਂ ਸਾਡਾ ਉਦਮ ਵੀ ਲੱਗਾ ਲੇਕਿਨ ਬਹੁਤ ਘੱਟ ਕਾਲਜ ਨੂੰ ਚਲਾ ਰਹੇ ਹੈ ਤਾਂ ਅਫਸੋਸ ਹੁੰਦਾ ਜਿਹੜੇ ਇੰਟੀਰੀਅਰ ਪੰਜਾਬ ਦੇ ਕਾਲਜ ਉਹਨਾਂ ਨੇ ਅਡਾਪਟ ਕੀਤਾ ਕਈ ਕਾਲਜ ਨੇ ਪਿੱਛੇ ਪੈ ਕੇ ਕਿਹਾ ਕਿ ਤੁਸੀਂ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਬਦਨਾਮ ਕਰਦਾ ਚਾਰੋਂ ਤਰਫ। ਸਰ ਐਜੂਕੇਸ਼ਨ ਦਾ ਹਾਲ ਤਾਂ ਤੁਸੀਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਹੋਣੇ ਆ ਮੈਂ ਕਿਉਂਕਿ ਕਾਲਜ ਵਿੱਚ ਪੜ੍ਹਾਉਣਾ ਅਤੇ ਮੈਂ ਵੀ ਬਹੁਤ ਚੰਗੀ ਤਰ੍ਹਾਂ ਜਾਣਦਾ ਅਤੇ ਐਜੂਕੇਸ਼ਨ ਜਿਹੜੀ ਹੈ ਟਰੂ ਐਜੂਕੇਸ਼ਨ ਉਹ ਸਾਡੇ ਨਹੀਂ ਹੈ। ਸਾਡੇ ਪਿਛਲੇ 40 ਸਾਲ ਤੋਂ ਲੋਕ ਇੱਕੋ ਹੀ ਉਹ ਬਣੇ ਹੋਏ ਨੋਟਸ ਬਣੇ ਹੋਏ ਆ ਉਹ ਉਹਨਾਂ ਦੇ ਉੱਤੋਂ ਹੀ ਲੋਕਾਂ ਦਾ ਸਾਰਾ ਚੱਲੀ ਜਾਂਦਾ ਵੀ 40 ਸਾਲ ਦੇ ਉਹ ਪੇਪਰ ਉਹ ਫੋਟੋਸਟੇਟ ਕਰਾ ਲੈਂਦੇ ਆ ਉਹਨਾਂ ਦੇ ਉੱਤੇ ਚੱਲੀ ਜਾਂਦਾ ਅਤੇ ਉਹੀ ਸਵਾਲ ਅਤੇ ਉਹੀ ਆਨਸਰ ਉਹ ਚੱਲੀ ਜਾਂਦਾ ਅਤੇ ਉਹਦੇ ਵਿੱਚ ਕੋਈ ਨਵੀਂ ਚੀਜ਼ ਦੀ ਕੋਈ ਸਪੇਸ ਹੀ ਨਹੀਂ ਬਚਦੀ ਜੀ। ਉਹਨਾਂ ਨੇ ਕੌਸਮੋਪੋਲਿਸ ਨੂੰ ਫਰੀਜ਼ ਕਰਤਾ ਹਾਂਜੀ ਹਾਂਜੀ
ਤੇ ਉਸੇ ਕਰਕੇ ਸਰ ਸਾਡੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਸਾਰੀ ਦੁਨੀਆ ਦਾ ਵੀਜ਼ਾ ਮਿਲ ਜਾਵੇ, ਲੇਕਿਨ ਪੰਜਾਬ ਵਿੱਚ ਆਉਣ ਲਈ ਕਿਸੇ ਚੀਜ਼ ਨੂੰ, ਕਿਸੇ ਸੰਕਲਪ ਨੂੰ, ਕਿਸੇ ਗੱਲ ਨੂੰ, ਕਿਸੇ ਫੈਸ਼ਨ ਨੂੰ, ਕਿਸੇ ਨੂੰ ਪੰਜਾਬ ਵਿੱਚ ਥਾਂ ਨਾ ਮਿਲੇ। ਤੇ ਮੈਂ ਅਕਸਰ ਦੇਖਿਆ ਕਿ ਸਾਡੇ ਲੋਕ ਕੈਨੇਡਾ ਵੀ ਜਾਂਦੇ ਆ ਅਤੇ ਉੱਥੇ ਕੋਈ ਪੰਜਾਬੀ ਵਿੱਚ ਬੋਰਡ ਲੱਗਿਆ ਹੁੰਦਾ, ਉਹ ਬੜੇ ਖੁਸ਼ ਹੁੰਦੇ ਆ ਵੀ ਦੇਖੋ ਜੀ ਵੀ ਕੈਨੇਡਾ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਨੇ ਸਾਡੇ ਲਈ ਪੰਜਾਬੀ 'ਚ ਬੋਰਡ ਲਿਖ ਕੇ ਲਾ ਦਿੱਤਾ। ਲੇਕਿਨ ਇੱਥੇ ਜਦੋਂ ਕਿਸੇ ਹੋਰ ਭਾਸ਼ਾ ਵਿੱਚ ਕੋਈ ਪੰਜਾਬ ਵਿੱਚ ਲਿਖਿਆ ਦੇਖਦੇ ਆ ਤੇ ਉਹਨਾਂ ਦੇ ਮੱਥੇ 'ਤੇ ਵੱਟ ਪੈ ਜਾਂਦੇ ਆ ਵੀ ਇੱਥੇ ਕਿਉਂ ਦੂਸਰੀ ਭਾਸ਼ਾ ਦਾ ਕੋਈ ਮਿਲ ਰਿਹਾ। ਤੇ ਸਾਡੇ ਜਦੋਂ ਬੰਦੇ ਪੰਜਾਬ ਦੇ ਕੈਨੇਡਾ ਵਿੱਚ ਜਾ ਕੇ ਉੱਥੇ MP ਬਣਦੇ ਆ ਜਾਂ ਉੱਥੇ ਚੁਣੇ ਜਾਂਦੇ ਆ, ਉਹ ਬੜੇ ਖੁਸ਼ ਹੁੰਦੇ ਆ, ਢੋਲ ਵੱਜਦੇ ਆ। ਤੇ ਜਦੋਂ ਪੰਜਾਬ ਵਿੱਚ ਕੋਈ ਬਾਹਰਲਾ ਬੰਦਾ, ਮੈਨੂੰ ਯਾਦ ਹੈ ਵੀ ਜਦੋਂ ਮੈਂ ਕਿਸੇ ਪੋਲੀਟੀਕਲ ਉਸ ਐਂਗਲ ਤੋਂ ਨਹੀਂ ਗੱਲ ਕਰ ਰਿਹਾ, ਲੇਕਿਨ ਜਦੋਂ ਪਿਛਲੇ ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਇੱਕ ਆਮ ਆਦਮੀ ਦਾ ਰੁਝਾਨ ਬਣ ਗਿਆ ਸੀਗਾ ਅਤੇ ਪੰਜਾਬ ਵਿੱਚ ਬਹੁਤ ਜ਼ਿਆਦਾ ਵੀ ਦੇਖੋ ਜੀ ਉਹ ਕੇਜਰੀਵਾਲ ਤਾਂ ਪੰਜਾਬ ਦਾ ਹੈ ਹੀ ਨਹੀਂ ਜੀ, ਉਹ ਤੁਸੀਂ ਪੰਜਾਬ ਵਿੱਚ ਕਿੱਦਾਂ ਲਿਆਓਗੇ ਜੀ, ਉਹ ਤਾਂ ਬੰਦਾ ਬਾਹਰਲਾ ਆ। ਹਾਲਾਂਕਿ ਉਹ ਵੀ ਪੰਜਾਬ ਦਾ ਹੀ ਆ, ਔਰ ਉਹ ਜਿਹੜਾ ਕਿਸੇ ਵੇਲੇ ਉਹ ਪੰਜਾਬ ਸੀ, ਲੇਕਿਨ ਜਿਹੜਾ ਪੰਜਾਬ ਦਾ ਕੌਨਸੈਪਟ ਹੈ, ਜਿਹੜਾ ਪੰਜਾਬ ਦਾ ਸੰਕਲਪ ਹੈ, ਹਾਂ ਉਹ ਪੰਜਾਬ ਉਹੀ ਹੈ। ਅਤੇ ਮੈਨੂੰ ਯਾਦ ਹੈ ਸਰ ਇੱਕ ਵਾਰੀ ਪ੍ਰਿਯੰਕਾ ਚੋਪੜਾ ਉਹ ਕਿਤੇ ਇੰਟਰਵਿਊ ਦੇ ਰਹੀ ਸੀ ਕਿਸੇ ਚੈਨਲ ਦੇ ਉੱਤੇ, ਅਤੇ ਉਹ ਇਸ ਗੱਲ 'ਚ ਬੜੀ ਖੁਸ਼ੀ ਲੈ ਰਹੀ ਸੀ ਕਿ ਮੈਂ ਪੰਜਾਬਣ ਹਾਂ, ਮੈਂ ਪੰਜਾਬਣ ਹਾਂ। ਅਤੇ ਕਿਸੇ ਵੇਲੇ ਜਿਹੜਾ ਸਿੱਖ ਇਤਿਹਾਸ ਦਾ ਗ੍ਰੰਥ ਸੂਰਜ ਪ੍ਰਕਾਸ਼, ਉਹ ਵੀ ਕੈਥਲ ਵਿੱਚ ਲਿਖਿਆ ਗਿਆ, ਭਾਈ ਸੰਤੋਖ ਸਿੰਘ ਨੇ ਉੱਥੇ ਲਿਖਿਆ ਔਰ ਬ੍ਰਜ ਭਾਸ਼ਾ ਵਿੱਚ ਲਿਖਿਆ। ਔਰ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਤਾਂ ਉਹ ਸਾਰੀਆਂ ਜਿਹੜੀਆਂ ਉਹ ਤੋੜ ਦਿੰਦਾ ਜੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਬਾਉਂਡਰੀ। ਔਰ ਗੁਰੂ ਗ੍ਰੰਥ ਸਾਹਿਬ ਦੀ ਲਾਈਨ ਮੈਨੂੰ ਬੜੀ ਪਿਆਰੀ ਲੱਗਦੀ ਆ, ਉਹ ਗੁਰੂ ਸਾਹਿਬ ਕਹਿੰਦੇ ਵੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਇਕੱਠ ਕੀ ਕਰੇ ਕਹਾਣੀ, ਜਿਹੜੀ ਚੀਜ਼ ਕਹੀ ਨਹੀਂ ਜਾ ਸਕਦੀ ਉਹਦੀ ਗੱਲ ਕਰੀਏ ਅਸੀਂ। ਔਰ ਇੱਕ ਤੁਸੀਂ ਭਗਤਾਂ ਦਾ ਨਾਂ ਲਿਆ ਸੀਗਾ, ਭਗਤ ਨਾਮਦੇਵ ਜੀ, ਉਹਨਾਂ ਬਾਰੇ ਕਹਾਣੀ ਹੈ ਵੀ ਜਦੋਂ ਉਹ ਉੱਥੇ ਗਏ ਸੀਗੇ, ਕੀ ਉਹਦਾ ਨਾਂ ਸੀਗਾ, ਦਵਾਰਕਾ ਗਏ ਸੀਗੇ, ਅਤੇ ਉੱਥੋਂ ਉਹਨਾਂ ਨੂੰ ਕੋਈ ਮੁਗਲ ਮਿਲ ਪਿਆ ਸੀਗਾ ਘੋੜੇ 'ਤੇ ਚੜ੍ਹਿਆ ਹੋਇਆ, ਅਤੇ ਔਰ ਮੁਗਲ ਨੇ ਉਹਨਾਂ ਨੂੰ ਬਗਾਰ ਪਾ ਦਿੱਤੀ ਸੀਗੀ। ਔਰ ਭਗਤ ਨਾਮਦੇਵ ਜੀ ਨੂੰ ਪਹਿਲਾਂ ਤਾਂ ਦੇਖ ਕੇ ਗੁੱਸਾ ਆ ਗਿਆ ਵੀ ਇਹ ਮੁਗਲ ਕੌਣ ਹੁੰਦਾ ਜਿਹੜਾ ਮੈਨੂੰ ਇੱਥੇ ਬਗਾਰ ਪਾ ਰਿਹਾ, ਵੀ ਘੋੜੇ ਦੀ ਪਛੇਰੀ ਚੱਕਣ ਲਈ ਕਹਿ ਰਿਹਾ। ਜਦੋਂ ਹੀ ਉਹਨਾਂ ਨੂੰ ਯਾਦ ਆ ਰਿਹਾ ਕਿ ਮੈਂ ਤਾਂ ਦਵਾਰਕਾ ਦੇ ਵਿੱਚ ਖੜ੍ਹਾ, ਔਰ ਉਹ ਕਹਿੰਦੇ ਦਵਾਰਕਾ ਨਗਰੀ ਕਾਹੇ ਕਾ ਮੁਗਲ, ਵੀ ਦਵਾਰਕਾ ਨਗਰੀ ਵਿੱਚ ਜਾ ਕੇ ਵੀ ਜੇ ਤੁਹਾਨੂੰ ਮੁਗਲ ਦਿਖ ਰਿਹਾ ਵੀ ਇਹ ਮੁਗਲ ਹੈ, ਅਤੇ ਫਿਰ ਇਹ ਕਾਹਦੀ ਦਵਾਰਕਾ ਨਗਰੀ ਆ ਫਿਰ, ਜਾਂ ਕਾਹਦਾ ਇਹ ਕਿੱਦਾਂ ਹੋ ਸਕਦਾ। ਅਤੇ ਇਹ ਜਿਹੜੀਆਂ ਚੀਜ਼ਾਂ ਸਰ ਸਾਨੂੰ ਤੋੜਨੀਆਂ ਚਾਹੀਦੀਆਂ, ਲੇਕਿਨ ਅੱਜ ਅਸੀਂ ਉਹ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਨੂੰ ਸਾਨੂੰ ਛੱਡਣਾ ਚਾਹੀਦਾ ਉਹਨਾਂ ਨੂੰ ਅਸੀਂ ਘੁੱਟ ਕੇ ਫੜ ਰਹੇ ਹਾਂ, ਜਿਹੜੀਆਂ ਚੀਜ਼ਾਂ ਨੂੰ ਸਾਨੂੰ ਘੁੱਟ ਕੇ ਫੜਨਾ ਚਾਹੀਦਾ ਉਹ ਚੀਜ਼ਾਂ ਅਸੀਂ ਛੱਡ ਰਹੇ ਹਾਂ। ਅਤੇ ਇਹ ਰੁਝਾਨ ਸਾਡੇ ਚੱਲ ਰਿਹਾ। ਅਤੇ ਸਰ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਇਸ ਲੈਕਚਰ ਨੂੰ ਇੰਜੋਏ ਕੀਤਾ। ਮੈਂ ਉਹਨਾਂ ਦੇ ਨਾਂ ਜ਼ਰੂਰ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ। ਇੱਕ ਲਖਵੀਰ ਸਿੱਧੂ, ਰਮਨਦੀਪ, ਹਰਮੇਲ ਸਿੰਘ, ਕੁਮਾਰ ਸੁਸ਼ੀਲ, ਅਮਨਦੀਪ ਕੌਰ, ਰਣਦੀਪ ਪ੍ਰਹਾਰ, ਮੈਡਮ ਸਕੂਨ ਸਿੰਘ ਤੁਹਾਡੇ ਚੰਡੀਗੜ੍ਹ ਤੋਂ ਹੀ, ਜਸਪਾਲ ਫਿਰਦੌਸੀ ਇਹ ਯੂਨੀਵਰਸਿਟੀ ਦਾ ਸਟੂਡੈਂਟ, ਇੱਕ ਪ੍ਰਭਜੋਤ ਕੌਰ ਆਲ ਇੰਡੀਆ ਰੇਡੀਓ ਤੋਂ ਜਲੰਧਰ ਤੋਂ, ਇੱਕ ਸ਼ਿਵਿੰਦਰ ਕੌਰ, ਇੱਕ ਅਮਰੀਕਾ 'ਚ ਬੈਠੇ ਸੁਣ ਰਹੇ ਆ, ਸੁਰਿੰਦਰਪਾਲ ਸਿੰਘ, ਗੁਰਬਚਨ ਸਿੰਘ ਇਹ ਸਾਗਰੀ ਇਹ ਅੰਡੇਮਾਨ ਤੋਂ ਬੈਠੇ ਸੁਣ ਰਹੇ ਆ, ਪਰਮਿੰਦਰ ਸੋਢੀ ਜਾਪਾਨ ਤੋਂ, ਤਲੋਚਨ ਸਿੰਘ ਦਪਾਲਪੁਰ USA ਤੋਂ, ਪਰਮਵੀਰ ਸਿੰਘ ਕੈਨੇਡਾ ਤੋਂ, ਆਇਸ਼ਾ ਖਾਨ, ਪ੍ਰੋਫੈਸਰ ਯੋਗਰਾਜ ਅੰਗਰੇਜ਼ ਤੁਹਾਡੇ ਹੇਠਾਂ ਪੰਜਾਬੀ ਡਿਪਾਰਟਮੈਂਟ ਵਾਲੇ, ਪ੍ਰੋਫੈਸਰ ਸ਼ਾਮ ਸਿੰਘ ਮਸਤਗੜ੍ਹ ਇਹ ਇਹਨਾਂ ਨੇ ਅੱਜ ਪੜ੍ਹਿਆ ਸੀਗਾ ਅਤੇ ਦੱਸ ਰਹੇ ਸੀਗੇ ਵੀ ਪ੍ਰੋਫੈਸਰ NK ਓਬਰਾਏ ਦੇ ਇਹ ਵਿਦਿਆਰਥੀ ਰਹੇ ਆ। ਪ੍ਰੋਫੈਸਰ ਸ਼ਾਮ ਸਿੰਘ ਅੰਗਰੇਜ਼ੀ ਡਿਪਾਰਟਮੈਂਟ ਵਿੱਚ ਮੇਰੇ ਵੀ ਇਹ ਦੋਸਤ ਹੈ, ਅਤੇ ਪ੍ਰੋਫੈਸਰ ਹਰਜਿੰਦਰ ਸਿੰਘ ਸੇਖੋਂ ਲੈਲਪੁਰ ਖਾਲਸਾ ਕਾਲਜ ਤੋਂ ਇਹ ਸਾਰੇ ਲੈਕਚਰ ਸੁਣ ਰਹੇ ਆ, ਅਤੇ ਇਹਨਾਂ ਨੇ ਤਾਰੀਫ ਵਾਲੇ ਸ਼ਬਦ ਲਿਖ ਰਹੇ ਆ। ਅਤੇ ਪ੍ਰੋਫੈਸਰ ਹਰਪਾਲ ਸਿੰਘ ਦਾ ਇੱਕ ਖਾਸ ਸੰਦੇਸ਼ ਹੈ, ਕਹਿੰਦੇ ਵੀ ਪ੍ਰੋਫੈਸਰ ਨੂੰ ਕਹੋ ਥੋੜ੍ਹਾ ਜਿਹਾ ਹੋਰ ਕੋਈ ਇਹਦੇ ਬਾਰੇ ਗੱਲ ਅੱਗੇ ਵਧਾਉਣ। ਤੁਸੀਂ ਸਰ ਉਹ ਮੈਂ ਜਾਣਨੀ ਚਾਹੁੰਦਾ ਜਿਹੜਾ ਤੁਹਾਡਾ ਪਿਛੋਕੜ ਤੁਸੀਂ ਦੱਸਿਆ ਸੀਗਾ ਆਪਣਾ, ਜੇ ਤੁਸੀਂ ਉਹਦੇ ਬਾਰੇ ਸ਼ੇਅਰ ਕਰਨਾ ਚਾਹੋ। ਮੈਂ ਪਿਛੋਕੜ ਦੀ ਕੀ ਗੱਲ ਕਰਨੀ ਇੱਥੇ, ਨਹੀਂ ਪਿਛੋਕੜ ਦੀ ਕੋਈ ਗੱਲ ਕਰਨਾ ਮੈਂ ਸਮੇਂ ਦਾ ਕੋਈ ਜ਼ਿਆਦਾ ਮਤਲਬ ਨਹੀਂ ਹੈ ਇੱਥੇ, ਕਿਉਂਕਿ ਪਰਸਨਲ ਦੀ ਗੱਲ ਹੁੰਦੀ ਹੈ। ਮੈਨੂੰ ਲੱਗਦਾ ਕਿ ਪਬਲਿਕ ਪਲੇਟਫਾਰਮ ਤੇ ਮੈਂ ਕਦੇ ਹਮੇਸ਼ਾ ਗੁਰੇਜ ਜਾ ਰਿਹਾ ਇਸ ਤਰ੍ਹਾਂ ਦੀ ਗੱਲ ਕਰਨਾ। The only thing I can tell कि both my parents come from Firozpur, and my father was, मेरे father जो थे वो he was वो अंग्रेजी के प्रोफेसर थे, और he started his teaching career at Government College ਹੁਸ਼ਿਆਰਪੁਰ, जो जिथे पंजाब यूनिवर्सिटी ਦਾ ਰੀਜਨਲ ਸੈਂਟਰ ਸੀਗਾ। ਬਾਅਦ 'ਚ he was transferred to, I mean he went to Haryana
ਜਦੋਂ ਹਰਿਆਣਾ ਪੰਜਾਬ ਦਾ ਡਿਵੀਜ਼ਨ ਹੋਇਆ ਤਾਂ ਉੱਥੇ ਅਲੱਗ-ਅਲੱਗ ਹੋ ਗਏ, ਮਤਲਬ ਕਿ ਉੱਥੇ ਹੀ ਰਹਿ ਗਏ ਉਹ। ਬਾਕੀ ਉਹਨਾਂ ਨੇ ਪੰਜਾਬੀ ਦੇ ਮੇਰੇ ਖਿਆਲ ਉਸ ਆਪਣੇ ਜਦੋਂ ਉਹਨੇ ਕਾਫੀ ਜਿਹੜੇ ਰਾਈਟਰ ਸੀ, ਮੈਨੂੰ ਤਾਂ ਯਾਦ ਆਉਂਦਾ ਕੋਈ 30-35 ਉਹਨਾਂ ਦੇ ਰਿਸਰਚ ਆਰਟੀਕਲਸ ਤਾਂ ਮੇਰੇ ਕੋਲ ਪਏ ਹੋਣੇ, ਜੋ ਉਹਨਾਂ ਦੇ ਪੰਜਾਬੀ ਦੇ ਜਿਹੜੇ ਮੇਨ ਜਿਹੜੇ ਆਰਟੀਕਲਸ, ਜਿਹੜੇ ਮੇਨ ਜਰਨਲਸ ਹੈਗੇ, ਆਲੋਚਨਾ ਵੱਲੋਂ ਤੇ ਜਨ ਸਾਹਿਤ ਵਗੈਰਾ ਦੇ, ਉਹ ਮੈਨੂੰ ਯਾਦ ਨਹੀਂ ਆਉਂਦੇ ਜਿਹੜੇ ਆਉਂਦੇ ਸੀ ਘਰ 'ਚ। ਉਹਨਾਂ ਨੇ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਤੇ ਗੁਰੂ ਨਾਨਕ ਤੇ ਲਿਖਿਆ, ਤੇ ਰਾਮ ਸੁਖਮੰਕੀ ਦੇ ਦੋਸਤ ਸੀ ਉਹਨਾਂ ਦੇ, ਤੇ ਸਭ ਲੋਕਾਂ ਦੇ ਉਹਨਾਂ ਨੇ ਮੈਨੂੰ 30-35 ਆਰਟੀਕਲ ਮੇਰੇ ਕੋਲ ਪਏ ਵੀ ਰੱਖੇ ਹੋਏ ਸੰਭਾਲ ਕੇ, ਮੈਂ ਰਿਸਰਚ ਆਰਟੀਕਲਸ ਵੱਡੇ ਬੱਚੇ ਉਹਨਾਂ ਨੇ ਸਭ ਰਾਈਟਰਸ ਲਿਖੇ, ਤੇ ਟੂ ਦੈਟ ਐਕਸਟੈਂਟ ਪੰਜਾਬੀ ਤਾਂ ਮੈਂ ਇਨਹੈਰਿਟ ਕਰਨਾ। ਪ੍ਰੈਸ ਸਾਹਿਬ, ਤੁਸੀਂ ਮੈਨੂੰ ਪਹਿਲਾਂ ਥੋੜ੍ਹਾ ਲੱਗਦਾ ਸੀ ਸ਼ਾਇਦ ਤੁਹਾਨੂੰ ਪੰਜਾਬੀ ਬੋਲਣ ਵਿੱਚ ਥੋੜ੍ਹਾ ਜਿਹਾ ਤੁਸੀਂ ਅਨਕੰਫਰਟੇਬਲ ਮਹਿਸੂਸ ਕਰੋ, ਪਰ ਤੁਸੀਂ ਬਹੁਤ ਹੀ ਵਧੀਆ ਪੰਜਾਬੀ ਦੇ ਵਿੱਚ ਤੁਸੀਂ ਅੱਜ ਦਾ ਆਪਣਾ ਵਿਖਿਆਨ ਰੱਖਿਆ। ਕਾਫੀ ਪੰਜਾਬੀ ਤਾਂ ਨਹੀਂ ਹੈਗੀ, ਕੰਮ ਚਲਾਓ ਪੰਜਾਬੀ ਸੀ ਜਿਹਦੇ ਵਿੱਚ ਕੰਮ ਚਲਾਇਆ। ਸਰ, ਤੁਹਾਡਾ ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਾ, ਔਰ ਤੁਸੀਂ ਇੱਕ ਬਿਲਕੁਲ ਨਵੇਂ ਨੁਕਤੇ ਤੋਂ ਇੱਕ ਨਵੀਂ ਗੱਲ ਸਾਨੂੰ ਸਮਝਾਈ, ਔਰ ਮੇਰਾ ਖਿਆਲ ਹੈ ਅਸੀਂ ਪੰਜਾਬੀ ਸਾਰੇ ਰਲ ਕੇ ਤੁਹਾਡੀ ਜਿਹੜੀ ਹੈ ਤੁਸੀਂ ਇੱਕ ਰੌਸ਼ਨੀ ਸਾਨੂੰ ਦਿੱਤੀ ਆ, ਉਹਦੇ ਹਿਸਾਬ ਨਾਲ ਅਸੀਂ ਪੰਜਾਬ ਨੂੰ ਜ਼ਰੂਰ ਅਸੀਂ ਉਸ ਪਾਸੇ ਘੱਟੋ ਘੱਟ ਸੋਚਣ ਦਾ ਕੁਝ ਲੋਕਾਂ ਨੂੰ ਲਾ ਦੇਵਾਂਗੇ ਕਿ ਪੰਜਾਬ ਦਾ ਜਿਹੜਾ ਰੁਝਾਨ ਹੈ ਵੀ ਉਹ ਅੰਦਰ ਵੱਲ ਨੂੰ ਨਹੀਂ, ਉਹ ਬਾਹਰ ਵੱਲ ਨੂੰ ਹੋਣਾ ਚਾਹੀਦਾ ਹੈ, ਕਿ ਅਸੀਂ ਪੰਜਾਬ ਨੂੰ ਵੀ ਥੋੜ੍ਹਾ ਜਿਹਾ ਵੀ ਅਸੀਂ ਆਪ ਹੀ ਨਾ ਜਾਈਏ, ਅਸੀਂ ਪੰਜਾਬ ਵਿੱਚ ਵੀ ਕਿਸ ਨੂੰ ਆਉਣ ਦਈਏ, ਪੰਜਾਬ ਵਿੱਚ ਵੀ ਅਸੀਂ ਲੋਕਾਂ ਨੂੰ ਟੋਲਰੇਟ ਨਾ ਕਰੀਏ, ਅਸੀਂ ਪੰਜਾਬ ਦੇ ਵਿੱਚ ਹਾਂਜੀ ਹਾਂਜੀ। ਅਤੇ ਤੁਸੀਂ ਸਰ ਰਜਿੰਦਰ ਸਿੰਘ ਬੇਦੀ ਦਾ ਨਾਂ ਲਿਆ, ਉਹਨਾਂ ਨੇ ਹੌਸਪੀਟੈਲਿਟੀ ਦੇ ਉੱਤੇ ਬਹੁਤ ਵਧੀਆ ਲਿਖਿਆ ਹੋਇਆ, ਮੈਨੂੰ ਇੱਕਦਮ ਯਾਦ ਆ ਗਿਆ ਉਹਨਾਂ ਦੀ ਕਹਾਣੀਆਂ ਦੇ ਵਿੱਚ, ਅਤੇ ਸੱਚਮੁੱਚ ਸਾਨੂੰ ਉਹ ਅਹਿਸਾਸ, ਉਹ ਸੰਵੇਦਨਸ਼ੀਲਤਾ ਸਾਡੇ ਵਿੱਚ ਜੇ ਆਵੇ ਅਤੇ ਫਿਰ ਹੀ ਮੇਰੇ ਖਿਆਲ ਪੰਜਾਬ ਬਣ ਸਕਦਾ। ਅਤੇ ਬਹੁਤ ਬਹੁਤ ਸਰ ਮਿਹਰਬਾਨੀ। ਅਤੇ ਮੈਂ ਅਖੀਰ ਵਿੱਚ ਸਾਡੇ ਸਰਪ੍ਰਸਤ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ, ਉਹ ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਹੀ ਰਹਿੰਦੇ ਆ, ਅਤੇ ਪ੍ਰੋਫੈਸਰ ID ਗੌਡ ਅੱਜ ਉਹ ਲੈਕਚਰ ਨਹੀਂ ਸੁਣ ਰਹੇ ਕਿਉਂਕਿ ਆਪ ਉਹ ਅੱਜ ਲੈਕਚਰ ਦੇਣ ਗਏ ਹੋਏ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਟੀਮ ਦੇ ਸਹਿਯੋਗੀ ਜਿਹੜੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਸਹਿਜ ਅਤੇ ਸੋਝ ਦਾ ਖਿਆਲ ਰੱਖਦੇ ਆ, ਉਹ ਪਰਮਿੰਦਰ ਅਤੇ ਹਰਪ੍ਰੀਤ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੀ ਇਹ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਜਿਹੜੀ ਪ੍ਰੋਫੈਸਰ ਹਰਮੀਤ ਕੌਰ, ਜਸਕਰਨ, ਕਮਲੇਸ਼, ਦਿਲਦਾਰ ਅਤੇ ਮਹਿਤਾਬ, ਅਤੇ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਡੀ ਟੀਮ ਦੇ ਰਹਿਨੁਮਾ ਅਤੇ ਉਹ ਕੁਲਵਿੰਦਰ ਕੌਰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਸਰ ਕਦੀ ਇਜਾਜ਼ਤ ਦਿਓ, ਤੁਹਾਡੇ ਕੋਲ ਕਦੀ ਬਹਿ ਕੇ, ਇਹ ਤਾਂ ਚਲੋ ਇੱਕ ਕਰੋਨਾ ਨੇ ਸਾਨੂੰ ਇੱਕ ਮੌਕਾ ਦੇ ਦਿੱਤਾ ਵੀ ਅਸੀਂ ਇਸ ਤਰ੍ਹਾਂ ਵਰਚੁਅਲ ਮਿਲ ਸਕੇ, ਕਦੀ ਤੁਹਾਡੇ ਕੋਲ ਬੈਠ ਕੇ, ਤੁਹਾਡੇ ਸਾਹਮਣੇ ਬੈਠ ਕੇ ਸੁਣਨ ਨੂੰ ਜੀ ਕਰਦਾ, ਕਦੀ ਤੁਹਾਡੇ ਕੋਲ ਸਮਾਂ ਲੈਣਾ ਸਰ ਜ਼ਰੂਰ। ਅਤੇ ਬਹੁਤ ਬਹੁਤ ਮਿਹਰਬਾਨੀ ਸਰ। ਇੱਕ ਵਾਰੀ ਫੇਰ ਕੋਈ ਗੱਲ ਤੁਹਾਡੇ ਮਨ ਵਿੱਚ ਹੋਵੇ, ਤੁਸੀਂ ਸਾਡੇ ਸਰੋਤਿਆਂ ਦਰਸ਼ਕਾਂ ਨੂੰ ਸਾਨੂੰ ਕਹਿਣਾ ਚਾਹੋ। ਕਿ ਚਲੋ ਅਸੀਂ ਤਾਂ ਦੇਖੋ ਗੱਲਾਂ ਤਾਂ ਕਿਸੇ ਵੀ ਟੈਕਸਟ ਨੂੰ ਕੋਈ ਵੀ ਲੈ ਕੇ ਕਰ ਸਕਦਾ ਹੈ, ਪਰ ਮੈਂ ਕਹਿ ਰਿਹਾ ਕਿ ਅਸੀਂ ਜੋ ਇੱਕ ਸਿਲੇਬਸ ਬਣਾਇਆ ਹੈ, ਇੱਕ ਤਾਂ ਇਸ ਪਲੇਟਫਾਰਮ ਦੇ ਮੇਰਾ ਮਕਸਦ ਹੈ ਕਿ ਉਹ ਸਿਲੇਬਸ ਦੀ ਗੱਲ ਪੰਜਾਬ ਦੇ ਅੰਦਰ, ਪੰਜਾਬ ਦੇ ਕਾਸਮੋਪੋਲਿਸ ਦੇ ਅੰਦਰ ਗੱਲ ਫੈਲੇ, ਤਾਂ ਕਿ ਉਹ ਉਸ ਨੂੰ ਲੋਕ ਪੜ੍ਹਨ ਅਤੇ ਉਹਨੂੰ ਇੰਪਲੀਮੈਂਟ ਕਰਨ ਦੀ ਗੱਲ ਕਰਨ। ਦੂਜਾ ਪੈਡਾਗੋਜੀ ਦੇ ਲੈਵਲ 'ਤੇ ਉੱਤੇ ਨਾ, ਪੈਡਾਗੋਜੀ ਦੇ ਲੈਵਲ ਜਿਹੜਾ ਮੈਂ ਜੋ ਬਾਰ-ਬਾਰ ਕਹਿ ਰਿਹਾ ਕਿ ਪੈਡਾਗੋਜੀ ਦੇ ਲੈਵਲ 'ਤੇ ਅਸੀਂ ਸਾਨੂੰ ਉਸ ਰਾਈਟਿੰਗ ਨੂੰ ਲਗਾਉਣ ਨਾਲ ਇੱਕ ਤਾਂ ਮਕਸਦ ਸੋਲਵ ਹੋਇਆ, ਕਿਸੇ ਉਹ ਰਾਈਟਿੰਗ ਲਗਾਈਆਂ, ਪੜ੍ਹਾਉਣ ਜਦੋਂ ਉਹਨੂੰ ਕਲਾਸਰੂਮ 'ਚ ਉਹਨੂੰ ਓਪਰੇਸ਼ਨਲਾਈਜ਼ ਕਰਨਾ ਹੋਵੇ, ਜੇ ਉਹਨੂੰ ਪੜ੍ਹਾਉਣਾ ਹੋਵੇ, ਤਾਂ ਉਹਦੇ ਅੰਦਰ ਵੀ ਸਾਨੂੰ ਨਾ ਇੱਕ ਕੇਵਲ ਹੁਣ ਇੱਕ ਜੋ ਬਹੁਤ ਵੱਡਾ ਕ੍ਰਾਈਸਿਸ ਮੈਂ ਦੇਖ ਰਿਹਾ, ਤੁਸੀਂ ਪਤਾ ਨਹੀਂ ਹੁਣ ਤੁਸੀਂ ਮੈਨੂੰ ਛੇੜ ਦਿੰਦੇ ਹੋ ਗੱਲ, ਉਹ ਕ੍ਰਾਈਸਿਸ ਇਹ ਹੈਗਾ ਕਿ ਇੱਕ ਸਾਡੇ ਕੋਲ ਪਰੰਪਰਾ ਸੀ ਮਲਟੀਲਿੰਗੁਅਲ ਸਕਾਲਰਸ਼ਿਪ ਦੀ, ਹੁਣ ਤਾਂ ਖਤਮ ਹੀ ਹੋ ਗਈ। ਹਾਂਜੀ, ਇਹਨਾਂ ਮਤਲਬ ਕਿ ਇਹ ਤਾਂ ਸੈਲਫ ਗੋਲ ਹੈ ਨਾ। ਤੁਸੀਂ ਪੰਜਾਬੀ ਦੇ ਪੁਰਾਣੇ ਸਕਾਲਰਸ ਨੂੰ ਦੇਖੋ, ਸਿੱਖੋ ਤੋਂ ਲੈ ਕੇ ਤਾਲਿਬ ਸਾਹਿਬ ਜਾਂ ਹੋਰ ਅਤਰ ਸਿੰਘ ਜੈਸੇ ਸਕਾਲਰਸ, ਕਿ 4-4, 5-5 ਲੈਂਗੁਏਜਸ ਆਉਂਦੀਆਂ ਸੀਗੀਆਂ ਉਹਨਾਂ। ਹੁਣ ਜਿਹੜਾ ਸਕਾਲਰ ਤੁਸੀਂ ਪੰਜਾਬੀ ਦਾ ਪੈਦਾ ਕਰ ਰਹੇ ਜਾਂ ਪੈਦਾ ਹੋ ਰਿਹਾ ਹੈ, ਉਹ ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ, ਇਹ ਤਾਂ ਇੰਸਟੀਟਿਊਸ਼ਨਸ ਦੀ ਆਪਣੀਆਂ
UGC ਦੀਆਂ ਆਪਣੀਆਂ ਜਾਂ ਹੋਰ ਜਿਹੜੇ ਵਰਤਾਰੇ ਉਹਨਾਂ ਦੀ ਆਪਣੀ ਵੀ ਆਰ ਕ੍ਰੀਏਟਿੰਗ ਜਸਟ ਮੋਨੋਲਿੰਗੁਅਲ ਬੀਇੰਗਸ। ਨਾ ਹੁਣ ਜਿਹੜਾ ਪੰਜਾਬੀ ਦਾ ਸਕਾਲਰ ਹੈ ਉਹਦੇ ਕੋਲ ਉਸ ਤਰ੍ਹਾਂ ਦਾ ਕੋਸ਼ਿਸ਼ ਕਰਦਾ ਹਾਲੇ ਵੀ, ਇਹ ਨਹੀਂ ਕਿ ਕੋਸ਼ਿਸ਼ ਨਹੀਂ ਕਰਦੇ, ਕੋਸ਼ਿਸ਼ ਸਾਰੇ ਕਰਦੇ ਹੋਣੇ, ਲੇਕਿਨ ਉਹ ਟ੍ਰੇਨਿੰਗ ਦਾ ਪਾਰਟ ਨਹੀਂ। ਜਦੋਂ ਤੱਕ ਸਾਡੇ ਕੋਲ ਇੱਕ ਮਲਟੀਲਿੰਗੁਅਲ ਸਕਾਲਰਸ਼ਿਪ, ਖਾਸ ਕਰ ਕੋਸਮੋਪੋਲਿਸ ਪੰਜਾਬੀ ਕੋਸਮੋਪੋਲਿਸ ਨੂੰ ਨਿਭਾਉਣਾ ਨਾ, ਤਾਂ ਇਹਦੇ ਲਈ ਤਾਂ ਮਲਟੀਲਿੰਗੁਅਲ ਸਕਾਲਰਸ਼ਿਪ ਦੀ ਲੋੜ ਹੈਗੀ। ਇਸ ਕੋਸਮੋਪੋਲਿਸ ਨੂੰ ਦਾ ਤੁਸੀਂ ਤੁਸੀਂ ਇਹਦਾ ਕੋਈ ਪ੍ਰਵਚਨ ਕਿਤੇ ਦੇਣਾ ਹੋਵੇ, ਮੈਂ ਤਾਂ ਇਸ ਲਈ ਕਈ ਵਾਰ ਘਬਰਾਨਾ ਬੋਲਣ ਤੋਂ, ਕਿਉਂਕਿ ਮੈਂ ਤਾਂ ਬਹੁਤ ਇਨਐਡਿਕੁਏਟ ਆਦਮੀ ਇਸ ਲਈ, ਲੇਕਿਨ ਇਸ ਪ੍ਰਵਚਨ ਦੇਣ ਲਈ ਤੁਹਾਨੂੰ 3-4 ਭਾਸ਼ਾਵਾਂ ਦਾ ਖਾਸ, ਮਤਲਬ ਕਿ ਮੈਂ ਕਹਿੰਦਾ ਮੋਰ ਦੈਨ ਐਵਰੇਜ ਲੈਵਲ ਦਾ ਗਿਆਨ ਹੋਣਾ ਚਾਹੀਦਾ ਹੈ। ਹੁਣ ਜਿਹੜਾ ਅਸੀਂ ਸਕਾਲਰਸ਼ਿਪ ਪੈਦਾ ਕਰ ਰਹੇ ਹਾਂ, ਹੁਣ ਜਿਹੜੇ ਬੱਚੇ ਪੈਦਾ ਹੋ ਰਹੇ ਜਾਂ ਜਿਹੜੇ ਸਕਾਲਰ ਪੈਦਾ ਹੋ ਰਹੇ ਹੈ, ਮੈਂ ਕਈ ਵਾਰ ਕਹਿੰਦਾ ਬਈ ਪੰਜਾਬੀ ਦੇ ਆਪਣੇ ਦੋਸਤਾਂ ਮਿੱਤਰਾਂ ਨੂੰ ਤੁਸੀਂ ਆਓ, ਕੁਝ ਬੋਲੋ, 2-4 ਲੋਕ ਹੈ, ਇੱਕ ਦੋ ਲੋਕ ਹੈ ਜੋ ਤੁਸੀਂ ਬੋਲਦੇ, ਬਾਕੀ ਹੈ ਹੀ ਨਹੀਂ। ਉਹ ਕਹਿੰਦੇ ਸੀ ਅੰਗਰੇਜ਼ੀ ਦਾ ਕੋਈ ਸੈਮੀਨਾਰ ਕਰਨਾ ਹੋਵੇ ਤੁਸੀਂ ਆ ਕੇ ਬੋਲੋ, ਉਹ ਕਹਿੰਦੇ ਸੀ ਅੰਗਰੇਜ਼ੀ ਤਾਂ ਬੋਲ ਸਕਦੇ ਨਹੀਂ। ਹਿੰਦੀ ਦੇ ਵੀ ਸੈਮੀਨਾਰ ਜੋ ਕਹਿੰਦਾ ਆਪਣਾ ਥੋੜਾ ਜਿਹਾ ਉਹ ਗੁਰੇਜ਼ ਕਰਦੇ ਕਿ ਸਾਨੂੰ ਹਿੰਦੀ ਨਹੀਂ ਚੰਗੀ ਨਹੀਂ ਆਉਂਦੀ। ਉਹ ਕਿਹਨੂੰ ਚੰਗੀ ਹਿੰਦੀ ਆਉਂਦੀ? ਇੱਥੇ ਸਾਰੇ ਕੰਮ ਚਲਾਉਂਦੇ। ਇਹਨਾਂ ਦਾ ਰੱਖੋ ਨਾ, ਇਹਨਾਂ ਦਾ ਰੱਖੋ। ਇੰਗਲਿਸ਼, ਹਿੰਦੀ, ਇਹ ਕੋਈ ਹੁਣ ਇੰਗਲਿਸ਼ ਕੋਈ ਇਹਨੂੰ ਵਿਦੇਸ਼ੀ ਭਾਸ਼ਾ ਕਹੇ, ਜਿੰਨੇ ਦਲੁੱਤੀਆਂ ਮਾਰਨੇ ਮਾਰ ਲਓ, ਇਹ ਤਾਂ ਕੰਮ। ਉਹ ਇੰਗਲਿਸ਼ ਤਾਂ ਹੁਣ ਐਵਰੇਜ, ਮਤਲਬ ਕਿ ਕੋਈ ਐਸੀ ਭਾਸ਼ਾ ਰਹੀ ਨਹੀਂ ਜਿਹਨੂੰ ਤੁਸੀਂ ਕਹੋ ਕਿ ਇੰਨੇ ਸਾਲਾਂ ਤੋਂ ਅਸੀਂ, ਐਸੀ ਕੋਈ ਗੱਲ ਹੀ ਨਹੀਂ ਹੈ। ਅੰਗਰੇਜ਼ੀ ਦਾ ਜਿਹੜਾ ਉਹ ਕਹਿੰਦੇ ਨਾ, ਜਿਹਨੂੰ ਕਹਿੰਦੇ ਵਰਚਸਵਵਾਦੀ, ਉਹ ਸਰੂਪ ਤਾਂ ਖਤਮ ਹੋ ਗਿਆ ਹੁਣ, ਉਹ ਐਸੀ ਗੱਲ ਕਰ ਰਹੀ ਨਹੀਂ। ਅਸੀਂ ਅੰਗਰੇਜ਼ੀ ਡਿਪਾਰਟਮੈਂਟ 'ਚ ਖੁਦ ਅੰਗਰੇਜ਼ੀ ਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ। ਤਾਂ ਮੈਂ ਕਹਿ ਰਿਹਾ ਕਿ ਇਹ ਇੱਕ ਜਿਹੜਾ ਇੱਕ ਪਰੰਪਰਾ ਜਿਹੜੀ ਖਤਮ ਹੋ ਗਈ, ਇੱਕ ਕੋਸਮੋਪੋਲਿਸ ਦੀ ਕ੍ਰਾਈਸਿਸ, ਇੱਕ ਚੈਲੰਜ ਹੈ ਕੋਸਮੋਪੋਲਿਸ ਨੂੰ। ਇੱਕ ਕੋਸਮੋਪੋਲਿਸ ਦਾ ਜਿਹੜਾ ਚੈਲੰਜ ਉਹ ਹੈ ਕਿ ਜਦੋਂ ਤੱਕ ਅਸੀਂ ਇਹ ਪਰੰਪਰਾ ਪੈਦਾ ਨਹੀਂ ਕਰਾਂਗੇ ਆਫ ਮਲਟੀਲਿੰਗੁਅਲ ਸਕਾਲਰਸ਼ਿਪ, ਉਹ ਨਹੀਂ ਹੈ ਜੀ ਸਾਡੇ ਕੋਲ। ਹੁਣ ਜਿਹੜਾ ਮੈਨੂੰ ਜਿੰਨਾ ਮੈਂ ਥੋੜਾ ਬਹੁਤ ਪੰਜਾਬੀ ਦਾ ਅਕੈਡਮਿਕਸ ਦਾ, ਪੰਜਾਬੀ ਅਕੈਡਮੀਆਂ ਦਾ ਜਿਹੜਾ ਥੋੜਾ ਬਹੁਤ ਗਿਆਨ ਹੈ, ਮੈਂ ਨਜ਼ਰ ਮਾਰਨਾ ਤਾਂ ਮੈਨੂੰ ਲੱਗਦਾ ਨਹੀਂ ਬਹੁਤ ਜ਼ਿਆਦਾ ਮਲਟੀਲਿੰਗੁਅਲ ਸਕਾਲਰ ਹੈਗਾ ਸਾਡੇ। ਉਹ ਉਸ ਤੋਂ ਅਸੀਂ ਕੀ ਤੋਕੋ ਕਰੀਏ, ਮਤਲਬ ਇਹਨਾਂ ਤੋਂ ਕੀ ਤੋਕੋ, ਕਿ ਇਹ ਕੋਸਮੋਸ ਦਾ ਨਾ ਵੱਡਾ ਹੈਗਾ, ਉਹਨੂੰ ਕਿਵੇਂ ਨਿਭਾਓਗੇ? ਉਹ ਕ੍ਰਾਈਸਿਸ ਤਾਂ ਹੈਗਾ। ਤਾਂ ਮੈਂ ਇਸ ਲਈ ਤਾਂ ਇਸ ਪਲੇਟਫਾਰਮ ਤੁਸੀਂ ਕਿਹਾ, ਤਾਂ ਮੈਂ ਤਾਂ ਇਸ ਲਈ ਕਹਿ ਰਿਹਾ ਤੁਹਾਨੂੰ, ਇੱਕ ਤਾਂ ਇਹ ਹੈ ਕਿ ਪੈਡਾਗੋਜੀ ਦੇ ਲੈਵਲ ਤੇ ਬੜਾ ਕ੍ਰਾਈਸਿਸ ਆਉਣਾ। ਪੈਡਾਗੋਜੀ ਤੁਸੀਂ ਇਹਨੂੰ, ਯਦੀ ਮੈਂ ਕਬੀਰ ਪੜ੍ਹਾਉਣਾ ਹੋਵੇ, ਯਦੀ ਗੁਰੂ ਗ੍ਰੰਥ ਸਾਹਿਬ ਦਾ, ਤਾਂ ਮੈਂ ਤਾਂ ਪੰਜਾਬੀ ਦੇ ਵੀ ਸੋਰਸਿਸ ਲਵਾਂਗਾ, ਮੈਂ ਤਾਂ ਅੰਗਰੇਜ਼ੀ ਦੀ ਟ੍ਰਾਂਸਲੇਸ਼ਨਸ ਵੀ ਲਵਾਂਗਾ, ਮੈਂ ਤਾਂ ਕੁਮਾਰ ਗੰਧਰਵ ਦੇ ਗਾਇਨ ਨੂੰ ਵੀ ਲਵਾਂਗਾ। ਬਿਲਕੁਲ। ਪੈਡਾਗੋਜੀ ਦੇ ਲੈਵਲ ਤੇ ਵੀ ਸਾਨੂੰ ਇਹ ਪੇਪਰ ਜਿਹੜੇ ਹੁੰਦੇ ਨਾ, ਜਿਸ ਤਰ੍ਹਾਂ ਜੋ ਪੇਪਰ ਜਿਸ ਤਰ੍ਹਾਂ ਦੇ ਜੋ ਇਨਹੈਰੈਂਟਲੀ ਆਪਣੇ ਅੰਦਰ ਉਹ ਪੇਪਰ ਦੀ ਇਨਬਿਲਟ ਕੰਪੈਟਿਸਟ ਹੈਗੀ, ਇਹਦੇ ਅੰਦਰ ਉਹ ਕੰਪੈਟਿਵ ਵਿਜ਼ਨ ਹੋਣਾ ਚਾਹੀਦਾ ਤੁਹਾਡੇ ਅੰਦਰ। ਇਸ ਲਈ ਇਹ ਪੜ੍ਹਾਉਣਾ, ਇਹਦੇ ਲਈ ਇੱਕ ਉਸ ਤਰ੍ਹਾਂ ਦੀ ਇੱਕ ਸਮਝ ਕਿ ਵੀ ਅਸੀਂ ਕਲਚਰਲ ਪਿਓਰਿਟੀ ਦੇ ਫਰੇਮਵਰਕ ਨੂੰ ਲੈ ਕੇ ਨਾ ਚੱਲੀਏ, ਤੇ ਇਹ ਨਾ ਸੋਚੀਏ ਕਿ we are just trying to produce some kind of a discourse of fundamental belongingness. ਸਰ, ਤੁਹਾਡੀ ਗੱਲ ਸੁਣ ਕੇ ਮੈਨੂੰ ਯਾਦ ਆਇਆ, ਸਾਡੇ ਕਾਲਜ ਵਿੱਚ ਜਿੱਥੇ ਮੈਂ ਪੜ੍ਹਾਉਣਾ, ਜਦੋਂ 20 ਸਾਲ ਪਹਿਲਾਂ ਦੀ ਗੱਲ ਹੈ ਵੀ MA ਪੰਜਾਬੀ ਸ਼ੁਰੂ ਹੋਈ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਟੀਚਰ ਆਏ, ਮੈਂ ਉਹਨਾਂ ਦਾ ਨਾਂ ਨਹੀਂ ਲਊਂਗਾ, ਅਤੇ ਉਹ ਅਸੀਂ ਬੈਠੇ ਮੀਟਿੰਗ ਕਰ ਰਹੇ ਸੀਗੇ ਵੀ MA ਕਿਸ ਤਰ੍ਹਾਂ ਕਰਨੀ ਆ, ਜੇ ਉਹ ਸਾਰਾ ਕੁਝ। ਅਤੇ ਮੈਂ ਬੜੇ ਉਤਸ਼ਾਹ ਦੇ ਵਿੱਚ ਕਹਿ ਬੈਠਾ ਉਹਨਾਂ ਨੂੰ, ਮੈਂ ਕਿਹਾ ਜੀ ਵੀ ਅਸੀਂ ਥੋੜ੍ਹੇ ਸਾਲਾਂ ਬਾਅਦ ਨਾ ਪੇਪਰ ਚੇਂਜ ਕਰ ਲਿਆ ਕਰਾਂਗੇ, ਵੀ ਕਦੇ ਉਹਨੇ ਨਾਵਲ ਪੜ੍ਹਾਤਾ, ਕਦੇ ਉਹਨੇ ਇਸ ਤਰ੍ਹਾਂ ਕਰ ਲਿਆ। ਅਤੇ ਉਹ ਟੀਚਰ ਇੱਕਦਮ ਕਹਿੰਦੇ ਨਾ, ਕਹਿੰਦੇ ਇਹ ਕੰਮ ਨਾ ਕਰ ਲਿਓ ਤੁਸੀਂ, ਇਹ ਨਹੀਂ ਕੰਮ, ਮੈਂ ਇਨਸਲਟ ਜਿਹੀ ਫੀਲ ਕੀਤੀ, ਮੈਂ ਪਤਾ ਨਹੀਂ ਕੋਈ ਗਲਤ ਗੱਲ ਕਹਿ ਦਿੱਤੀ। ਅਤੇ ਮੈਂ ਐਕਚੁਅਲੀ ਅੱਜ ਕੱਲ੍ਹ ਉਦੋਂ ਦਾ ਮਤਲਬ ਸੋਚਦਾ ਰਹਿੰਦਾ ਵੀ ਉਹ ਲੋਕਾਂ ਨੇ ਆਪਣਾ ਇਹਦੇ ਵਿੱਚ ਵੀ ਇੱਕ ਆਪਣਾ ਜ਼ੋਨ ਜਿਹਾ ਬਣਾਇਆ ਹੁੰਦਾ, ਉਹਦੇ ਵਿੱਚ ਹੀ ਰਹਿਣਾ ਉਹਨਾਂ ਨੇ, ਅਤੇ ਉਹ ਤੋਂ ਬਾਹਰ ਨਹੀਂ ਕਦੇ ਵੀ ਨਿਕਲਣਾ। ਅਤੇ ਸਰ, ਅਸਲ ਵਿੱਚ ਤਾਂ ਇਹ ਆ ਵੀ ਸਾਨੂੰ ਸਾਰਾ ਕੁਝ ਨਾਲ ਲੈ ਕੇ ਚੱਲਣਾ ਚਾਹੀਦਾ ਜੀ। ਕੋਈ ਵੀ ਲੈਂਗੁਏਜ ਜਿਹੜੀ ਆ ਉਹ ਸਿੱਖਣੀ ਚਾਹੀਦੀ ਆ। ਅਤੇ ਪੰਜਾਬ ਵਿੱਚ ਤਾਂ ਹਾਲੇ ਤੱਕ ਵੀ ਅਸੀਂ ਇਹ ਅਕਸਰ ਲੋਕ ਵੱਡੇ ਜਿਹੜੇ ਵਿਦਵਾਨ ਉਹ ਸ਼ਿਕਾਇਤ ਕਰਦੇ ਆ, ਉਹ ਜੀ ਆਪਣੀ ਸੰਸਕ੍ਰਿਤ ਦੇ ਸ਼ਬਦ ਬਹੁਤ ਵਰਤਦੇ ਆ ਜੀ, ਉਹ ਉਰਦੂ ਫਾਰਸੀ ਦੇ ਸ਼ਬਦ ਬਹੁਤ ਵਰਤਦੇ ਆ, ਔਰ ਹਾਲਾਂਕਿ ਪੰਜਾਬੀ ਇਹ ਦੋਨਾਂ ਨੂੰ ਰਲਾ ਕੇ ਬਣਦੀ ਆ। ਅਤੇ ਸਰ, ਤੁਹਾਡੇ ਲੈਕਚਰ ਤੋਂ ਅਸੀਂ ਜ਼ਰੂਰ ਰੌਸ਼ਨੀ ਲੈ ਕੇ ਅਸੀਂ ਉਸ ਪਾਸੇ ਨੂੰ ਸੋਚਾਂਗੇ।
ਤੇ ਬਹੁਤ ਬਹੁਤ ਸਰ ਮਿਹਰਬਾਨੀ ਤੁਹਾਡੀ Thank you. ਸਮਾਂ ਦਿੱਤਾ ਜੀ। ਐ ਪੰਜਾਬ